ਇੱਕ ਬਫਰ ਸਟੇਟ ਅਲੱਗ ਬਣਦੀ ਹੈ ਜਿਸ ਦੇ ਵਿੱਚ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੋਗੀ, ਚਾਹੇ ਉਹ ਹਿੰਦੂ ਹੈ, ਬੋਧੀ ਹੈ, ਜੈਨੀ ਹੈ। ਇੱਦਾਂ ਦਾ ਇੱਕ ਦੇਸ਼ ਉਲੀਕਿਆ ਜਾਂਦਾ ਹੈ ਤਾਂ ਕੀ ਤੁਸੀਂ ਸਾਥ ਦਿੰਦੇ ਹੋ? ਦੇਖੋ, ਜਿੱਥੇ ਤੱਕ ਖਾਲਿਸਤਾਨ ਸ਼ਬਦ ਹੈ ਉਹ ਪਤਾ ਨਹੀਂ ਇਹਨਾਂ ਦੀ ਕੀ ਪਰਿਭਾਸ਼ਾ ਹੈ। ਸਰ ਪਾਕਿਸਤਾਨ ਚਲੇ ਜਾਓ ਜੇ ਸਗੇ ਲੱਗ ਰਹੇ ਹੋ ਤੁਹਾਡੇ। ਅਸੀਂ ਆਪਣੇ ਖਾਲਿਸਤਾਨ ਜਾਵਾਂਗੇ ਵੇ ਖਾਲਿਸਤਾਨ ਤੁਹਾਨੂੰ ਬਣਾ ਕੇ ਦਊਗਾ। ਉਹ ਜਿਹੜਾ 30,000 ਸਿੱਖਾਂ ਦਾ ਕਤਲੇਆਮ ਹੋ ਰਿਹਾ ਇੱਥੇ ਤੁਹਾਨੂੰ ਕੋਈ ਖਾਲਿਸਤਾਨ ਨਹੀਂ ਮਿਲੂਗਾ। ਤੁਹਾਡੀ ਜੋ ਕੁਝ ਨਹੀਂ ਮਿਲਣ ਵਾਲਾ ਤੁਹਾਨੂੰ। ਗੱਲ ਨਾਦਰ ਸ਼ਾਹ ਵੀ ਕਹਿੰਦਾ ਸੀ। ਨਾਦਰ ਸ਼ਾਹ ਇਹ ਮੁਗਲ ਵੀ ਕਹਿੰਦੇ ਸੀ। ਤੁਸੀਂ ਹੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਅਖੰਡ ਬਾਣੀ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਮੈਂ ਪ੍ਰੀਤ ਸੈਣੀ ਸਵਾਗਤ ਕਰਦਾ ਤੁਹਾਡੇ ਆਪਣੇ ਪਸੰਦੀਦਾ ਪ੍ਰੋਗਰਾਮ ਸਫਰੇ ਸਿੱਖੀਜ਼ਮ ਦੇ ਵਿੱਚ। ਜਿਵੇਂ ਕਿ ਤੁਸੀਂ ਜਾਣਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਹਮੇਸ਼ਾ ਕੁਝ ਨਾ ਕੁਝ ਅਜਿਹੇ ਟੌਪਿਕਸ ਤੇ ਚਰਚਾ ਕਰਦੇ ਹਾਂ ਜੋ ਸਿੱਧੇ ਤੌਰ ਤੇ ਸਿੱਖ ਧਰਮ ਦੇ ਨਾਲ ਜਾਂ ਸਿੱਖੀਜ਼ਮ ਦੇ ਨਾਲ ਜਾਂ ਪੰਜਾਬ ਦੇ ਨਾਲ ਤਾਲੁਕਾਤ ਰੱਖਦਾ ਹੈ। ਤੇ ਅੱਜ ਅਸੀਂ ਗੱਲ ਕਰਾਂਗੇ ਖਾਲਿਸਤਾਨ ਦੇ ਮੁੱਦੇ ਦੇ ਉੱਤੇ, ਕਿਉਂਕਿ ਜਦੋਂ ਵੀ ਖਾਲਿਸਤਾਨ ਦੀ ਗੱਲ ਹੁੰਦੀ ਹੈ ਤਾਂ ਬਹੁਤ ਸਾਰੀਆਂ ਅਜਿਹੀਆਂ ਧਿਰਾਂ ਨੇ ਜਿਹੜੀਆਂ ਵਿਰੋਧ ਕਰਦੀਆਂ ਹੋਈਆਂ ਸਾਹਮਣੇ ਆ ਜਾਂਦੀਆਂ ਨੇ। ਜਦੋਂ ਵੀ ਜੂਨ ਦਾ ਮਹੀਨਾ ਚੜ੍ਹਦਾ ਹੈ ਬਹੁਤ ਸਾਰੀਆਂ ਅਜਿਹੀਆਂ ਹਿੰਦੂ ਜਥੇਬੰਦੀਆਂ ਵੀ ਨੇ ਜਿਹੜੀਆਂ ਵਿਰੋਧ ਕਰਦੀਆਂ ਹੋਈਆਂ ਸਾਹਮਣੇ ਆ ਜਾਂਦੀਆਂ ਨੇ, ਖਾਸ ਕਰਕੇ ਭਿੰਡਰਾਂ ਵਾਲੇ ਦੇ ਨਾਮ ਦੇ ਉੱਤੇ। ਇਸ ਚਰਚਾ ਦੇ ਵਿੱਚ ਸਾਡੇ ਨਾਲ ਸ਼ਾਮਿਲ ਹੋਣਗੇ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਮਹਿੰਦਰਪਾਲ ਸਿੰਘ। ਪ੍ਰੋਫੈਸਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਤੇ ਨਾਲ ਹੀ ਸ਼ਿਵ ਸੈਨਾ ਹਿੰਦੁਸਤਾਨ ਦੇ ਪ੍ਰੈਜ਼ੀਡੈਂਟ ਪਵਨ ਕੁਮਾਰ ਗੁਪਤਾ ਜੀ, ਤੁਹਾਡਾ ਵੀ ਸਵਾਗਤ ਹੈ ਜੀ ਇਸ ਪ੍ਰੋਗਰਾਮ ਦੇ ਵਿੱਚ। ਸਭ ਤੋਂ ਪਹਿਲਾ ਸਵਾਲ ਮੇਰਾ ਤੁਹਾਡੇ ਕੋਲੋਂ ਹੋਏਗਾ ਪਵਨ ਜੀ, ਕਿ ਜਦੋਂ ਵੀ ਜੂਨ ਦਾ ਮਹੀਨਾ ਚੜ੍ਹਦਾ ਹੈ, ਜੂਨ ਦਾ ਮਹੀਨਾ ਚੜ੍ਹਦੇ ਹੀ ਬਹੁਤ ਸਾਰੀਆਂ, ਕਿਉਂਕਿ 6 ਜੂਨ ਦਾ ਤੁਹਾਨੂੰ ਪਤਾ ਹੈ ਕਿ ਭਿੰਡਰਾਂ ਵਾਲੇ ਦਾ ਜਾਂ ਬਾਕੀ ਜਿਹੜੇ ਵੀ 1984 ਦਾ ਜੋ ਘੱਲੂਘਾਰਾ ਵਾਪਰਿਆ ਸੀ, ਸ਼ਹੀਦਾਂ ਦਾ ਸ਼ਹੀਦੀ ਪੁਰਬ ਮਨਾਉਂਦੀ ਹੈ ਬਹੁਤ ਸਾਰੀ ਸਿੱਖ ਸੰਗਤ। ਜਦੋਂ ਵੀ ਜੂਨ ਦਾ ਮਹੀਨਾ ਚੜ੍ਹਦਾ ਹੈ ਬਹੁਤ ਸਾਰੀਆਂ ਹਿੰਦੂ ਜਥੇਬੰਦੀਆਂ ਅਜਿਹੀਆਂ ਹੁੰਦੀਆਂ ਨੇ ਜਿਹੜੀਆਂ ਕਹਿੰਦੀਆਂ ਨੇ ਸੜਕਾਂ ਦੇ ਉੱਤੇ ਉਤਰ ਕੇ ਕਿ ਅਸੀਂ ਪੁਤਲੇ ਫੂਕਣੇ, ਅਸੀਂ ਨਹੀਂ ਇਹ ਹੋਣ ਦੇਣਾ। ਇਹ ਸਿਰਫ ਜੂਨ ਦਾ ਮਹੀਨਾ ਚੜ੍ਹਦੇ ਹੀ ਕਿਉਂ? ਦੇਖੋ, 6 ਜੂਨ ਜਿਹੜਾ ਹੈਗਾ ਉਹ ਇੱਕ ਇਤਿਹਾਸਿਕ ਘਟਨਾ ਹੋਈ, ਔਰ ਜਿਹੜੇ ਕੋਈ ਗੁਰਦੁਆਰਿਆਂ ਤੇ ਫੌਜੀ ਹਮਲੇ ਹੋਏ, ਉਹ ਹਮਲੇ ਨੂੰ ਕਿਸੇ ਨੇ ਵੀ ਨਿਆਂ ਉਚਿਤ ਨਹੀਂ ਠਹਿਰਾਇਆ। ਲੇਕਿਨ ਉਹ ਹਮਲੇ ਕਿਉਂ ਹੋਏ, ਕਿਹੜੇ ਕਾਰਨ ਸੀਗੇ, ਕਿਹੜੇ ਲੋਕ ਉਸ ਹਮਲੇ ਲਈ ਮਜਬੂਰ ਕਰਨ ਲਈ ਜ਼ਿੰਮੇਵਾਰ ਸੀ, ਉਸ ਸਾਰੀ ਘਟਨਾ ਨੂੰ ਜਾਣਦੇ ਹੋਏ ਵੀ ਉਹਨਾਂ ਲੋਕਾਂ ਨੂੰ ਸ਼ਹੀਦ ਕਿਹਾ ਜਾਂਦਾ ਜਿਨ੍ਹਾਂ ਨੇ ਇਨੋਸੈਂਟ ਪੀਪਲ ਦੀ ਕਿਲਿੰਗ ਕੀਤੀ, ਜਿਨ੍ਹਾਂ ਨੇ ਪੰਜਾਬ ਨੂੰ ਲਹੂ ਲੁਹਾਨ ਕੀਤਾ, ਜਿਨ੍ਹਾਂ ਨੇ ਪੰਜਾਬ ਦੇ ਜ਼ਖਮਾਂ ਨੂੰ ਕੁਰੇਦਿਆ, ਲੋਕਾਂ ਨੂੰ ਮਾਰਨ ਦਾ ਠੇਕਾ ਲਿਆ। ਕਿਉਂਕਿ ਦਰਬਾਰ ਸਾਹਿਬ ਦੀ ਸਥਾਪਨਾ ਗੁਰੂ ਅਰਜਨ ਦੇਵ ਜੀ ਦੇ ਟਾਈਮ ਹੋ ਗਈ, ਔਰ ਜਿੰਨੇ ਵੀ ਗੁਰੂਆਂ ਨੇ ਮੁਗਲ ਸਾਮਰਾਜ ਦੇ ਖਿਲਾਫ ਲੜਾਈ ਲੜੀ, ਮੁਗਲ ਜ਼ੁਲਮ ਦੇ ਖਿਲਾਫ ਲੜਾਈ, ਉਹ ਕਿਸੇ ਨੇ ਵੀ ਹਰਿਮੰਦਰ ਸਾਹਿਬ ਜੈਸੇ ਪਵਿੱਤਰ ਧਾਮ ਦਾ ਇਸਤੇਮਾਲ ਨਹੀਂ ਕੀਤਾ। ਤੁਸੀਂ ਡਾਇਰੈਕਟ ਵੀ ਇਲਜ਼ਾਮ ਲਗਾ ਰਹੇ ਹੋ ਭਿੰਡਰਾਂ ਵਾਲੇ ਦੇ ਉੱਤੇ ਕਿ ਉਹਨਾਂ ਨੇ ਇਹ ਸਭ ਕੀਤਾ। ਜਿਹੜੇ ਵੀ ਲੋਕ ਹਥਿਆਰਬੰਦ ਹੋ ਕੇ ਦਰਬਾਰ ਸਾਹਿਬ ਦੇ ਅੰਦਰ ਗਏ, ਜਿਨ੍ਹਾਂ ਨੇ ਗੁਰਦੁਆਰੇ ਦੀ ਪਰਿਕਰਮਾ ਦੇ ਵਿੱਚ ਗੋਲੀ ਚਲਾ ਕੇ ਆਪਸੀ ਲੜਾਈ ਲੜੀ, ਜਿਨ੍ਹਾਂ ਨੇ ਉੱਥੇ ਮੋਰਚਿਆਂ ਦਾ ਨਿਰਮਾਣ ਕੀਤਾ, ਜਿਨ੍ਹਾਂ ਨੇ ਬੰਬ, ਹੈਡ ਗ੍ਰਨੇਡ ਦਾ ਇਸਤੇਮਾਲ ਕੀਤਾ, ਉਹ ਜਿੰਨਾ ਅਸੀਂ ਸਿੱਖੀ ਨੂੰ ਜਾਣਦੇ ਹਾਂ, ਜਿੰਨਾ ਅਸੀਂ ਗੁਰਬਾਣੀ ਨੂੰ ਜਾਣਦੇ ਹਾਂ, ਉਸ ਦੇ ਮੁਤਾਬਕ ਕਿਸੇ ਵੀ ਗੁਰੂ ਸਾਹਿਬਾਨ ਨੇ ਮੁਗਲ ਜ਼ੁਲਮ ਦੇ ਖਿਲਾਫ, ਜ਼ਬਰ ਦੇ ਖਿਲਾਫ, ਚਾਹੇ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਨੂੰ ਕੰਧਾਂ 'ਚ ਚਿਣ ਦਿੱਤਾ ਗਿਆ, ਉਹਨਾਂ ਨੇ ਹਰਿਮੰਦਰ ਸਾਹਿਬ ਨੂੰ ਯੁੱਧ ਸਥਾਨ ਨਹੀਂ ਬਣਾਇਆ। ਤਤੀ ਤਵੀ ਤੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੋਈ, ਹਰਗੋਬਿੰਦ ਰਾਏ ਜੀ ਆਏ, ਉਹਨਾਂ ਨੇ ਵੀ ਹਰਿਮੰਦਰ ਸਾਹਿਬ ਦਾ ਇਸਤੇਮਾਲ ਨਹੀਂ ਕੀਤਾ। ਇਹ ਕਾਰਨ ਸੀਗਾ। ਤੁਸੀਂ ਇਸ ਸਾਰੇ ਟੌਪਿਕ ਤੇ ਤੁਸੀਂ ਕਹੋਗੇ ਕਿ ਜੋ ਗੱਲਾਂ ਇਹਨਾਂ ਨੇ ਕਹੀਆਂ ਉਹ ਗੱਲਾਂ ਦੇ ਵਿੱਚ ਇਹ ਹੈ ਵੀ ਪਵਨ ਜੀ ਨੇ ਹਜੇ ਗੱਲ ਪੂਰੀ ਨਹੀਂ ਕੀਤੀ, ਪਰ ਜੋ ਇਹਨਾਂ ਨੇ ਗੱਲ ਕੀਤੀ ਹੈ ਮੈਂ ਉਹਦੇ ਆਧਾਰ ਤੇ ਇਹ ਗੱਲ ਕਹਿ ਸਕਦਾ ਕਿ ਇਹਨਾਂ ਨੇ ਇੱਕ ਗੱਲ ਕਹੀ ਹੈ ਕਿ ਕਿਸੇ ਵੀ ਗੁਰੂ ਸਾਹਿਬਾਨ ਨੇ ਗੁਰੂ ਧਾਮਾਂ ਦੇ ਵਿੱਚ ਸ਼ਸਤਰ ਦੀ ਜਿਹੜੀ ਹੈ ਵਰਤੋਂ ਨਹੀਂ ਕੀਤੀ ਜੀ। ਅਸਲ ਵਿੱਚ ਇਹ ਜੇ ਉੱਥੇ ਅਕਾਲ ਤਖਤ ਸਾਹਿਬ ਤੇ ਗਏ ਹੋਣ ਜਾਂ 5 ਤਖਤ ਨੇ ਸਿੱਖਾਂ ਦੇ, 5 ਹੀ ਤਖਤਾਂ ਤੇ ਜੋ ਤੁਸੀਂ ਜਾਣਦੇ ਹੋ ਜੀ, ਜਿਹਦੇ ਚੋਂ ਪ੍ਰਮੁੱਖ ਤੌਰ ਤੇ ਅਕਾਲ ਤਖਤ ਸਾਹਿਬ ਹੈ ਜੀ। ਅਕਾਲ ਤਖਤ ਸਾਹਿਬ ਜਾਂ 5 ਤਖਤਾਂ ਤੇ ਜਦੋਂ ਵੀ ਕੋਈ ਡਿਵੋਟੀ ਉੱਥੇ ਮੱਥਾ ਟੇਕਣ ਜਾਂਦਾ ਹੈ ਤਾਂ ਉਹਨੂੰ ਪਹਿਲਾਂ ਸ਼ਸਤਰਾਂ ਨੂੰ ਹੀ ਮੱਥਾ ਟੇਕਣਾ ਪੈਂਦਾ ਹੈ ਜੀ। ਇਹ ਸਾਡੀ ਸਿੱਖਾਂ ਦੀ ਰਵਾਇਤ ਹੈ। 5 ਹੀ ਤਖਤ ਅਕਾਲ ਤਖਤ ਸਾਹਿਬ ਤੇ ਅਸੀਂ ਪਹਿਲਾਂ ਸ਼ਸਤਰ ਨੂੰ ਮੱਥਾ ਟੇਕਦੇ ਹਾਂ, ਸਾਈਡ ਤੇ ਗੁਰੂ ਗ੍ਰੰਥ ਸਾਹਿਬ ਜੀ ਪਏ ਹੁੰਦੇ ਸੁਸ਼ੋਭਿਤ ਹੁੰਦੇ ਨੇ, ਉਹਨਾਂ ਨੂੰ ਮੱਥਾ ਟੇਕਦੇ ਹਾਂ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਗੁਰਦੁਆਰਿਆਂ ਦੇ ਵਿੱਚ ਸ਼ਸਤਰ, ਕਿਸੇ ਵੀ ਗੁਰਦੁਆਰਾ ਸਾਹਿਬ ਦੁਨੀਆ ਭਰ ਦੇ ਵਿੱਚ ਹੈ, ਉਹ ਸ਼ਸਤਰ ਅਸੀਂ ਪਹਿਲਾਂ ਪ੍ਰਕਾਸ਼ ਕਰਦੇ ਹਾਂ, ਉਹਦੇ ਉੱਪਰ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਸਾਹਮਣੇ ਪ੍ਰਕਾਸ਼ ਹੁੰਦਾ ਹੈ ਜੀ। ਅਸ ਕਿਰਪਾਨ ਖੰਡੋ ਖੜਗ ਤੁਪਕ ਤਵਰ ਅਰ ਤੀਰ ਸਹਿ ਸਰੋਹੀ ਸਹਿ ਹਥੀ ਯਹ ਹਮਾਰੇ ਪੀਰ। ਇਹ ਸਾਰੇ ਸ਼ਸਤਰਾਂ ਦਾ ਨਾਮ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਇਹੀ ਮੇਰੇ ਪੀਰ ਨੇ, ਇਹੀ ਮੇਰੇ ਪੀਰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ। ਮੈਂ ਪ੍ਰੋਫੈਸਰ ਸਾਹਿਬ ਨਾਲ ਤੇ ਟੋਕਣਾ ਚਾਹਨਾ ਵੀ ਕਿਆ ਸ਼ਸਤਰਾਂ ਦਾ ਪ੍ਰਕਾਸ਼ ਤੁਸੀਂ ਕੀਤਾ ਕਿ ਗੁਰੂ ਜੀ ਨੇ ਕੀਤਾ? ਗੁਰੂ ਸਾਹਿਬ ਨੇ ਕੀਤਾ। ਜੇ ਗੁਰੂ ਸਾਹਿਬ ਨੇ ਕੀਤਾ
ਤਾਂ ਗੁਰੂ ਸਾਹਿਬ ਦੇ ਆਪਣੇ ਜੀਵਨ ਕਾਲ ਦੇ ਵਿੱਚ ਉੱਥੇ ਬੰਬ ਦਾ ਜਾਂ ਤੋਪਾਂ ਦਾ ਕਿਉਂ ਨਹੀਂ ਇਸਤੇਮਾਲ ਕੀਤਾ? ਕੋਈ ਇਸਤੇਮਾਲ ਨਹੀਂ ਹੋਇਆ। ਜਿਹੜੀ ਸਿੱਖ ਹਿਸਟਰੀ ਦੇ ਅੰਦਰ ਤੁਸੀਂ ਸ਼ਸਤਰ ਦੀ ਗੱਲ ਕੀਤੀ ਹੈ, ਕਿਆ ਅੱਜ ਆਪਾਂ ਗੁਰਦੁਆਰੇ ਦੇ ਅੰਦਰ ਬੰਦੂਕ ਦਾ ਪ੍ਰਕਾਸ਼ ਕਰ ਰਹੇ ਹਾਂ, ਹੈਡ ਗ੍ਰੇਨੇਡ ਦਾ ਪ੍ਰਕਾਸ਼ ਕਰ ਰਹੇ? ਜਿਹੜੇ ਰਵਾਇਤੀ ਸਾਡੇ ਹੈਗੇ ਨੇ ਰਵਾਇਤੀ ਅਕਾਲ ਤਖਤ ਸਾਹਿਬ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਰਿਵਾਲਵਰ, ਗੁਰੂ ਗੋਬਿੰਦ ਸਿੰਘ ਜੀ ਨੇ ਵੀ ਹਰਗੋਬਿੰਦ ਸਾਹਿਬ ਜੀ ਦਾ ਰਿਵਾਲਵਰ ਵੀ ਅਕਾਲ ਤਖਤ ਸਾਹਿਬ ਤੇ ਪਿਆ। ਔਰ ਹਰ ਕਿਆ ਗੁਰੂ ਗੋਬਿੰਦ ਸਿੰਘ ਜੀ ਨੇ ਜਾਂ ਜਿੰਨੇ ਵੀ ਗੁਰੂਆਂ ਨੇ ਉਹਨਾਂ ਕਿਲੇ ਵਿੱਚ ਸ਼ਸਤਰਾਂ ਦਾ ਹੀ ਇਸਤੇਮਾਲ ਕੀਤਾ। ਆਨੰਦਪੁਰ ਸਾਹਿਬ ਦੇ ਕਿਲੇ 'ਚ ਸ਼ਸਤਰਾਂ ਦਾ ਉਪਯੋਗ ਕੀਤਾ, ਲੋਹਗੜ੍ਹ ਦੇ ਕਿਲੇ 'ਚ ਇਸਤੇਮਾਲ ਕੀਤਾ। ਗੁਰੂ ਸਾਹਿਬ ਨੇ ਉਸੇ ਨੂੰ ਗੁਰਦੁਆਰਾ ਕਿਹਾ ਜਾਂਦਾ ਹੈ। ਨਹੀਂ ਗੁਰਦੁਆਰਾ ਉਸੇ ਸਥਾਨ ਨੂੰ ਕਿਹਾ ਜਾਂਦਾ ਹੈ ਜਿੱਥੇ ਜਾਏ ਹੈ ਮੇਰਾ ਸਤਿਗੁਰੂ। ਇੱਕ ਗੱਲ ਦਾ ਜਵਾਬ, ਸੋ ਥਾਨ ਸੁਹਾਰ ਰਾਮ ਰਾਜੀ। ਇੱਕ ਗੱਲ ਦਾ ਜਵਾਬ ਦਿਓ, ਕਿਆ ਹਰਮੰਦਰ ਸਾਹਿਬ ਦੀ ਸਥਾਪਨਾ ਗੁਰੂ ਅਰਜਨ ਦੇਵ ਜੀ ਦੇ ਦੁਆਰਾ ਹੋ ਚੁੱਕੀ ਸੀ ਕਿ ਨਹੀਂ ਹੋ ਚੁੱਕੀ ਸੀ? ਬਿਲਕੁਲ ਹੋਈ ਹੈ। ਇਹ ਤਾਂ ਇਤਿਹਾਸਕ ਬਸ ਮੈਂ ਇੱਕ ਤੁਹਾਨੂੰ ਤਰਕ ਦੇ ਪੁੱਛ ਰਿਹਾ ਵੀ ਜਦੋਂ ਸਥਾਪਨਾ ਹੋ ਗਈ, ਸ਼ਸਤਰ ਦਾ ਪ੍ਰਕਾਸ਼ ਹੋ ਗਿਆ, ਮੁਗਲ ਸਾਮਰਾਜ ਦਾ ਜ਼ੁਲਮ ਸਾਡੇ ਉੱਤੇ ਨਾਲ ਗੁਰੂ ਅਰਜਨ ਦੇਵ ਜੀ ਤੋਂ ਸਟਾਰਟ ਹੋ ਗਿਆ, ਅਸੀਂ ਉਸ ਕਿਸੇ ਵੀ ਯੁੱਧ ਦਾ ਜਵਾਬ ਕਿਆ ਹਰਮੰਦਰ ਸਾਹਿਬ ਦੇ ਪ੍ਰੀਸ਼ਰ ਚੋਂ ਦਿੱਤਾ ਸੀਗਾ? ਬਿਲਕੁਲ ਦਿੱਤਾ ਹੈ। ਅਸੀਂ ਗੁਰੂ ਅਰਜਨ ਸਾਹਿਬ ਨੇ ਦੇ ਟਾਈਮ ਤੱਕ ਸਾਡੇ ਕੋਲ ਸ਼ਸਤਰ ਨਹੀਂ ਸੀਗੇ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਨੂੰ ਪਹਿਲਾ ਹੁਕਮ ਇਹ ਜਾਰੀ ਕੀਤਾ ਕਿ ਮੇਰਾ ਸਿੱਖ ਜਿਹੜਾ ਹੁਣ ਮੈਨੂੰ ਮਿਲਣਾ ਆਊਗਾ, ਇਹ 3 ਹੁਕਮਨਾਮੇ ਮੈਂ ਜਾਰੀ ਕਰਦਾ। ਇੱਕ ਇਹ ਕਿ ਉਹ ਜਵਾਨ ਤਕੜਾ ਹੋਵੇ, ਦੂਜਾ ਇਹ ਕਿ ਉਹ ਸ਼ਸਤਰਧਾਰੀ ਹੋਵੇ, ਤੀਜਾ ਇਹ ਕਿ ਉਹ ਸਾਨੂੰ ਸ਼ਸਤਰਾਂ ਦੀ ਭੇਟਾ ਕਰੇ। ਚੌਥੀ ਦੱਸਣੀ ਤੁਸੀਂ ਭੁੱਲ ਗਏ, ਉਹਨਾਂ ਨੇ ਅਰਬੀ ਨਸਲ ਦੇ ਘੋੜੇ ਵੀ ਮੰਗੇ, ਘੋੜੇ ਵੀ ਮੰਗੇ, ਅਰਬੀ ਨਸਲ ਦੇ ਘੋੜੇ ਆਏ। ਨਹੀਂ ਮੈਂ ਇਹ ਕਹਿਣਾ ਚਾਹੁੰਦਾ, ਜਿਹੜੇ ਗੁਰੂ ਸਾਹਿਬਾਨ ਨੇ ਕਿਹਾ ਕਿ ਮੈਨੂੰ ਸ਼ਸਤਰ ਦੋ, ਅੱਛੇ ਸ਼ਸਤਰ ਦੋ, ਅੱਛੇ ਜਵਾਨ ਦੋ, ਕਿਆ ਉਹ ਗੁਰੂ ਸਾਹਿਬ ਭੁੱਲ ਗਏ ਸੀ ਹਰਮੰਦਰ ਸਾਹਿਬ 'ਚ ਜਾ ਕੇ ਲੜਾਈ ਲੜੋ? ਗੁਰੂ ਸਾਹਿਬ ਨੇ ਉਹਦੀ ਸਥਾਪਨਾ ਕੀਤੀ। ਜਦੋਂ ਹਰਮੰਦਰ ਸਾਹਿਬ ਚੜ੍ਹ ਕੇ ਉਹਦਾ ਜਵਾਬ ਦਿੱਤਾ ਜਾਂਦਾ ਹੈ, ਜਿਵੇਂ ਹਿੰਦੁਸਤਾਨ ਦੀ ਆਈ ਤੇ ਜਵਾਬ ਮਿਲਿਆ। ਜਵਾਬ ਨਹੀਂ ਮਿਲਿਆ ਗੁਰੂ ਸਾਹਿਬ ਨੇ ਕੋਈ ਲੜਾਈ ਪਾਵਰਾਂ ਨੂੰ ਗਲਤ ਵਿਆਖਿਆ ਅੰਦਰ ਨਹੀਂ ਵੜਨ ਦਿੱਤਾ। ਗਲਤ ਵਿਆਖਿਆ ਤੁਸੀਂ ਤਾਂ ਇਹੀ ਕਹੋਗੇ, ਗਲਤ ਵਿਆਖਿਆ। ਤੁਸੀਂ ਪੇਡ ਬੰਦੇ ਹੋ ਗਵਰਨਮੈਂਟ ਦੇ, ਤੁਸੀਂ ਇਹੀ ਜਵਾਬ ਦੇਣਾ, ਹੋਰ ਜਵਾਬ ਕੋਈ ਹੈ ਹੀ ਨਹੀਂ। ਨਹੀਂ ਅਸੀਂ ਪੇਡ ਆ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਤੇ ਲਿਖਿਆ ਨਹੀਂ ਆ ਰਿਹਾ। ਆਇਆ ਮੈਂ ਗੋਬਿੰਦ ਸਾਹਿਬ ਖਾਲਿਸਤਾਨ ਦਾ ਹਮੈਤੀ ਹਾਂ, ਮੈਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦਾ ਫਾਲੋਵਰ ਹਾਂ ਕਿਉਂਕਿ ਉਹ ਇੱਕ ਵਧੀਆ ਸਿੱਖ ਸੀਗੇ। ਸੋ ਮੈਂ ਤਾਂ ਆਇਆ ਮੋਟਰਸਾਈਕਲ ਤੇ ਆਇਆ, ਮੁੰਡਾ ਮੈਨੂੰ ਲੈ ਜਾਊਗਾ ਜਿਹੜਾ ਆਊਗਾ। ਤੁਸੀਂ ਲਾਮ ਲਸ਼ਕਰ ਲੈ ਕੇ ਤੁਹਾਨੂੰ ਕਿਸ ਚੀਜ਼ ਡਰ ਹੋ ਗਿਆ ਜੀ? ਜੇ ਤੁਸੀਂ ਸੱਚੇ ਹੋ, ਤੁਹਾਨੂੰ ਕਿਸ ਚੀਜ਼, ਤੁਸੀਂ ਲਾਮ ਲਸ਼ਕਰ ਲੈ ਕੇ ਤੁਹਾਡਾ ਰਾਜ, ਹਿੰਦੂ ਵੋਟਾਂ ਦਾ ਰਾਜ, ਸਾਰਾ ਕੁਝ ਤੁਹਾਡੇ ਕੋਲ। ਜੇ ਤੁਸੀਂ ਇਹ ਮੈਨੂੰ ਕਹਿੰਦੇ ਨੇ ਨਾ, ਨਹੀਂ ਮੈਂ ਤੁਹਾਨੂੰ ਕੀ ਕਿਹਾ? ਅੱਤਵਾਦੀ ਕਿਹਾ? ਨਹੀਂ ਮੈਂ ਤੁਹਾਨੂੰ ਅੱਤਵਾਦੀ ਕਿਹਾ? ਬਿਲਕੁਲ ਨਹੀਂ ਕਿਹਾ। ਤੁਸੀਂ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਫਾਲੋਅਰ ਹੋ। ਇਸ ਦੇਸ਼ 'ਚ ਆਜ਼ਾਦੀ ਹੈ, ਕਿਹਨੇ ਰੋਕਿਆ ਤੁਹਾਨੂੰ? ਲੇਕਿਨ ਜਿਹੜੀ ਤੁਸੀਂ ਗੱਲ ਕਹੀ ਹੈ ਵੀ ਸਿੱਖ ਹਿਸਟਰੀ ਦੇ ਅਕੋਰਡਿੰਗ ਹਰਮੰਦਰ ਸਾਹਿਬ 'ਚੋਂ ਜਵਾਬ ਦਿੱਤਾ ਗਿਆ, ਬਿਲਕੁਲ ਜਵਾਬ ਨਹੀਂ ਦਿੱਤਾ ਗਿਆ। ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਦੇ ਅੰਦਰ ਤੱਕ ਦੇਖੋ 10 ਗੁਰੂਆਂ ਦਾ ਕੋਈ ਲੜਾਈ ਹਰਮੰਦਰ ਸਾਹਿਬ ਤੇ ਚੜ ਕੇ, ਪਹਿਲੀ ਗੱਲ ਤਾਂ ਆਪਾਂ ਗੁਰਦੁਆਰੇ ਦੀ ਡੈਫੀਨੇਸ਼ਨ ਕਰ ਲਈਏ। ਕਿਉਂ ਚੜ੍ਹੇ? ਗੁਰਦੁਆਰਾ ਉਹ ਗੁਰੂ ਸਾਹਿਬ, ਮੇਰੀ ਬੇਨਤੀ ਨਹੀਂ ਹਰਮੰਦਰ ਸਾਹਿਬ ਤੇ ਚੜਾਈ ਕਿਉਂ? ਲੋਕ ਸੁਣ ਰਹੇ ਨੇ ਗੱਲ, ਤੁਸੀਂ ਗੁਰਦੁਆਰੇ ਦੀ ਗੱਲ ਕਰਦੇ ਹੋ। ਗੁਰਦੁਆਰਾ ਕੀ ਹੁੰਦਾ ਹੈ? ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋਵੇ, ਜਾਂ ਇਤਿਹਾਸਕ ਤੌਰ ਤੇ ਜਿੱਥੇ ਗੁਰੂ ਸਾਹਿਬ ਗਏ ਹੋਣ, ਕੋਈ ਉਹਨਾਂ ਦਾ ਇਤਿਹਾਸ ਜੁੜਦਾ ਹੋਵੇ, ਉਹਨੂੰ ਅਸੀਂ ਗੁਰਦੁਆਰਾ ਸਾਹਿਬ ਕਹਿ ਦਿੰਦੇ ਆ। ਜਿੱਥੇ ਗੁਰੂ ਸਾਹਿਬ ਦੇ ਉੱਤੇ ਕਿਸੇ ਵੀ ਹਕੂਮਤ ਨੇ ਅਟੈਕ ਕੀਤਾ, ਚਾਹੇ ਉਹ ਮੁਗਲ ਹਕੂਮਤ ਸੀ, ਉਸ ਤੋਂ ਬਾਅਦ ਸਿੱਖ ਆਏ, ਨਾਦਰ ਸ਼ਾਹ ਦੀ ਹਕੂਮਤ ਆਈ, ਬ੍ਰਿਟਿਸ਼ਰਜ਼ ਆਏ, ਅੱਜ ਹਿੰਦੂ ਹਕੂਮਤ ਆਈ ਚੜ ਕੇ, ਜਿਹੜੀ ਵੀ ਹਕੂਮਤ ਵਕਤ ਦੀ ਸਾਡੇ ਉੱਤੇ ਆਈ ਹੈ ਹਮਲਾਵਰ ਹੋ ਕੇ, ਉਹਨੂੰ ਉਸ ਤਰ੍ਹਾਂ ਹੀ ਜਵਾਬ ਦਿੱਤਾ ਗਿਆ ਜਿਵੇਂ ਗਲਤ ਵਿਆਖਿਆ ਕਰ ਰਹੇ ਹੋ। ਪਹਿਲੀ ਗੱਲ ਤਾਂ ਹਿੰਦੂ ਹਕੂਮਤ ਕੋਈ ਵੀ ਨਹੀਂ ਹੈਗੀ। ਨੰਬਰ 2 ਇਹ ਤੁਹਾਡੀ ਡੈਫੀਨੇਸ਼ਨ। ਨੰਬਰ 2 ਤੁਸੀਂ ਕਿਹਾ ਕਿ ਜਿੱਥੇ ਕਹਿੰਦੇ ਵੀ ਗੁਰੂ ਜੀ ਹੈ ਜਾਂ ਗੁਰੂ ਜੀ ਨਾਲ ਸੰਬੰਧਿਤ ਯਾਤਰਾਵਾਂ ਹੋਈਆਂ, ਉਹਨੂੰ ਗੁਰਦੁਆਰਾ ਕਿਹਾ ਜਾਂਦਾ। ਤੁਹਾਡੀ ਡੈਫੀਨੇਸ਼ਨ ਹੈ। ਗੁਰੂ ਸਾਹਿਬ ਮੌਜੂਦ ਸੀਗੇ, ਹਰਮੰਦਰ ਸਾਹਿਬ ਮੌਜੂਦ ਸੀਗਾ, ਉਹਨਾਂ ਦੇ ਉੱਤੇ ਮੁਗਲ ਸਾਮਰਾਜ ਚੜ ਕੇ ਆਇਆ। ਗੁਰੂ ਸਾਹਿਬ ਕੋਈ ਇਤਿਹਾਸਕ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਲੜਾਈਆਂ ਨਹੀਂ ਹੋਈਆਂ। ਗੁਰੂ ਗੋਬਿੰਦ ਸਿੰਘ ਜੀ ਹਰਮੰਦਰ ਸਾਹਿਬ ਗਏ ਹੀ ਨਹੀਂ, ਪਹਿਲੀ ਗੱਲ ਤਾਂ ਇਹ ਹੈ। ਗੁਰੂ ਅਰਜਨ ਦੇਵ ਜੀ ਗਏ, ਗੁਰੂ ਹਰਰਾਏ ਜੀ ਗਏ। ਗੁਰੂ ਅਰਜਨ ਸਾਹਿਬ ਦੇ ਉੱਤੇ ਜਿਹੜਾ ਤਸ਼ੱਦਦ ਹੋਇਆ, ਅੱਜ ਉਹੀ ਦਿਨ ਹੈ, ਅੱਜ ਉਹੀ ਦਿਨ ਚੱਲ ਰਿਹਾ ਹੈ। ਗੁਰੂ ਅਰਜਨ ਸਾਹਿਬ ਤੇ ਜਿਹੜਾ ਤਸ਼ੱਦਦ ਹੋਇਆ, ਉਹ ਭਾਈ ਮਨੀ ਸਿੰਘ ਤੇ ਵੀ ਹੋਇਆ। ਇਹ ਇਤਿਹਾਸ ਨੂੰ ਤੁਸੀਂ ਇੱਕ ਨਹੀਂ, ਫਿਰ ਕਿਆ ਲੁਕ ਗਏ ਹਰਮੰਦਰ ਸਾਹਿਬ 'ਚ ਜਾ ਕੇ? ਉਹਨਾਂ ਨੇ ਉੱਥੇ ਤੀਰ ਕਮਾਨ ਖੜੇ ਤੀਰ ਚੁੱਕਿਆ ਗੁਰੂ ਹਰਗੋਬਿੰਦ ਸਾਹਿਬ ਨੇ ਨਹੀਂ, ਜੇ ਚੁੱਕਿਆ ਤਾਂ ਉਹ ਹਰਮੰਦਰ ਸਾਹਿਬ 'ਚ ਨਹੀਂ ਚੁੱਕਿਆ, ਉਹ ਆਪਣੀ ਜਗ੍ਹਾ ਤੇ ਆ ਕੇ ਲੜੇ। ਕਿਹੜੀ ਜਗ੍ਹਾ? ਆਪਣੇ ਕਿਲਿਆਂ 'ਚ ਆ ਕੇ ਲੜੇ। ਉਹ ਹਰਮੰਦਰ ਸਾਹਿਬ 'ਚ ਨਹੀਂ ਜਾ ਕੇ ਲੜੇ। ਤੁਹਾਡੇ ਬੰਦੇ ਜਾ ਕੇ ਹਰਮੰਦਰ ਸਾਹਿਬ 'ਚ ਵੜ ਗਏ। ਹਰਮੰਦਰ ਸਾਹਿਬ 'ਚ ਜਾ ਕੇ ਅਕਾਲ ਤਖਤ ਤੇ ਚਲੇ ਗਏ ਨੇ। ਅਕਾਲ ਤਖਤ ਸਾਡੀ ਸਿਆਸਤ ਦਾ ਧੁਰਾ ਹੈ।
ਸਿਆਸਤ ਕਰੋ ਨਾ, ਆਮ ਲੋਕਾਂ ਨੂੰ ਮਾਰੋਗੇ, ਘੜੇ ਆਮ ਤੋਂ ਪਰਚੀਆਂ ਕੱਢੋਗੇ। ਪਵਨ ਜੀ, ਆਮ ਲੋਕਾਂ ਨੂੰ ਮਾਰਨ ਦੀ ਆਮ ਲੋਕਾਂ ਨੂੰ ਮਾਰਨ ਦੀ ਕੋਈ ਗੱਲ ਨਹੀਂ ਚੱਲ ਰਹੀ। ਨਿਸ਼ਾਨਾ ਮੰਗਦਾ ਸਿਰਫ ਆਪਣੇ ਭਰਾ ਤੋਂ ਜੀ ਵੀ ਜੇਕਰ ਭਿੰਡਰਾਂ ਵਾਲਿਆਂ ਨੇ ਆਮ ਬੰਦੇ ਨੂੰ ਮਰਵਾਇਆ ਜਾਂ ਮਾਰਿਆ ਜਿਵੇਂ ਤੁਸੀਂ ਕਹਿੰਦੇ ਹੋ, ਤਾਂ ਅੱਜ ਸਾਰਾ ਰਿਕਾਰਡ ਆਪਣੇ ਕੋਲ ਹੈ। ਇੱਕ ਵੀ FIR ਭਿੰਡਰਾਂ ਵਾਲੇ ਦੇ ਨਾਂ ਤੇ ਦਿਖਾਓ ਵੀ ਉਹਨੇ ਇਹ ਬੰਦੇ ਮਾਰੇ। ਨਹੀਂ, FIR ਕਿਉਂ ਨਹੀਂ ਹੋਈ? ਲਾਲਾ ਜਗਤ ਨਾਰਾਇਣ ਮਰਡਰ ਕੇਸ 'ਚ FIR ਹੋਈ, ਫਿਰ ਬਰੀ ਕਰਤਾ। ਨਹੀਂ, ਬਰੀ ਤਾਂ ਕਿਸੇ 'ਚ ਵੀ ਹੋਈ, ਬਰੀ ਤਾਂ ਕਿਸੇ 'ਚ ਵੀ ਹੋਈ। ਲਾਲਾ ਜਗਤ ਨਾਰਾਇਣ ਤੁਹਾਡੇ ਤੇ ਮੈਂ ਕੋਈ ਕੇਸ ਦਰਜ ਕਰਾ ਨਾ ਲਾਲਾ ਜਗਤ ਨਾਰਾਇਣ ਕਰਕੇ ਅਟੈਕ ਕੀਤਾ। ਲਾਲਾ ਜਗਤ ਨਾਰਾਇਣ ਕੇਸ 'ਚ ਤੁਸੀਂ ਕਿਹਾ FIR ਹੈ, ਮੈਂ ਕਿਹਾ ਹੈ, ਕੁਐਸ਼ ਕਰਤੀ। ਨਹੀਂ, ਕੁਐਸ਼ ਹੋ ਜਾਏ। FIR ਤਾਂ ਹਕੂਮਤ ਮੇਰੇ ਤੇ ਮਾਨ ਸਾਹਿਬ ਤੇ 73 FIR ਹੋਈਆਂ ਨੇ। ਮੈਂ ਇੱਕ ਗੱਲ ਪੁੱਛਣਾ ਚਾਹਨਾ, ਜਿਹੜੀ FIR 'ਚ ਤੁਹਾਨੂੰ ਇੰਡੀਅਨ ਪੀਨਲ ਕੋਡ 'ਚੋਂ ਬਰੀ ਕਰਤਾ ਜਾਏ, ਉਹ ਤਾਂ ਇੰਡੀਅਨ ਜਸਟਿਸ ਠੀਕ ਹੈ। ਜਿਹਦੇ 'ਚ ਤੁਹਾਨੂੰ ਕੁਇਟ ਕਰ ਦਿੱਤਾ ਜਾਏ, ਜਿਸ 'ਚ ਤੁਹਾਡੀ ਦੋਸ਼ੀ ਪਾਇਆ ਜਾਏ, ਤੇ ਇਹ ਜੀ ਹਿੰਦੂ ਮੈਂ ਪੁੱਛਦਾ ਨਾ, ਇਹ ਤਾਂ ਹਿੰਦੂ ਨਿਆਂ ਹੈ। ਮੇਰੀ ਜਵਾਬ ਦਿਓ ਨਾ ਵੀ ਕਿਹੜਾ FIR ਦਰਜ ਹੋਈ ਹੈ ਭਿੰਡਰਾਂ ਵਾਲੇ। ਮੈਂ ਤੁਹਾਨੂੰ ਦੱਸਤਾ ਦਿੱਤਾ, ਉਹ ਤਾਂ ਖਤਮ ਹੋ ਗਈ ਨਾ। ਉਸ ਤੋਂ ਬਾਅਦ ਜਿਹੜਾ ਅਟੈਕ ਹੋਇਆ ਉਹ ਕਿਹੜੀ FIR ਦੇ ਤਹਿਤ ਹੋਇਆ? ਕਿਉਂ FIR ਦੀ ਕੀ ਜ਼ਰੂਰਤ ਹੈ? ਤੁਸੀਂ ਉੱਥੇ ਗੋਲੀ ਚਲਾ ਰਹੇ ਹੋ, BSF ਜ਼ਖਮੀ ਹੋ ਰਹੀ ਹੈ। ਨਾ BSF ਗੋਲੀ ਚਲਾ ਰਹੀ ਹੈ, ਤੁਸੀਂ ਗੋਲੀ ਚਲਾ ਰਹੇ ਹੋ। ਅੱਛਾ, DIG ਅਟਵਾਲ ਨੂੰ ਕੀ ਪੁਲਿਸ ਨੇ ਮਾਰਤਾ ਸੀਗਾ? ਹਾਂ, ਪੁਲਿਸ ਏਜੰਸੀਆਂ ਨੇ ਮਾਰਿਆ। ਇਹ ਤੁਹਾਡਾ ਆਰੋਪ ਹੈ। ਨਹੀਂ, ਉਸ ਟਾਈਮ ਅਖਬਾਰ ਕੱਢੋ, ਭਿੰਡਰਾਂ ਵਾਲਿਆਂ ਨੇ ਨਿਖੇਧੀ ਕੀਤੀ ਹੈ। ਫਿਰ ਅੰਦਰ ਭਿੰਡਰਾਂ ਵਾਲਿਆਂ ਨੇ ਇਸ ਕਤਲ ਦੀ ਨਿਖੇਧੀ ਹੋਈ। ਅਖਬਾਰਾਂ ਕੱਢ ਕੇ ਦੇਖ ਲਓ, ਲਿਆਓ ਅਖਬਾਰ ਪੇਸ਼ ਕਰੋ। ਅਗਲੀ ਵਾਰ ਆ ਜਾਓ, ਮੈਂ ਲਿਆਉਂਗਾ ਅਖਬਾਰ ਪੇਸ਼ ਕਰੋ। ਦੇਖੋ, ਮੈਨੂੰ ਨੰਬਰ 2 ਅੱਜ ਇਹ ਗੱਲ ਚੱਲੂਗੀ। ਮੈਂ ਜਸਟੀਫਾਈ ਇਹ ਕਰਦਾ ਕਿ ਭਿੰਡਰਾਂ ਵਾਲਿਆਂ ਨੇ ਜਿਹੜਾ ਜਵਾਬ ਦਿੱਤਾ ਹੈ ਹਿੰਦੂ ਹਕੂਮਤ ਨੂੰ ਜਿਹੜਾ ਅਟੈਕ ਦਾ, ਉਹ ਬਿਲਕੁਲ ਜਸਟੀਫਾਈਡ ਸੀ। ਕੋਈ ਜਸਟੀਫਾਈ ਨਹੀਂ ਸੀਗਾ। ਤੁਸੀਂ ਦਰਬਾਰ ਸਾਹਿਬ 'ਚ ਇਨੋਸੈਂਟ ਪੀਪਲ ਦੀ ਕਿਲਿੰਗ ਦਾ ਹੁਕਮ ਪਾਸ ਕਰੋ, ਉੱਥੇ ਬੰਬ ਗ੍ਰਨੇਡ ਕੋਈ ਇਨੋਸੈਂਟ ਹੁਕਮ ਨਹੀਂ ਹੋਇਆ, ਕੋਈ ਬੰਦੇ ਮਾਰੇ ਵੀ ਨਹੀਂ ਹੈਗੇ। ਕਿਉਂ? ਸਭ ਹਿੰਦੂਆਂ ਦੀ ਰਾਖੀ ਕੀਤੀ ਹੈ ਭਿੰਡਰਾਂ ਵਾਲੇ। ਕੋਈ ਰਾਖੀ ਨਹੀਂ ਹੋਈ। ਬੱਸਾਂ 'ਚੋਂ ਲਾ ਕੇ ਮਾਰੇ ਗਏ, ਅਨੇਕਾਂ ਉਦਾਹਰਨਾਂ ਨੇ। ਬੱਸਾਂ 'ਚੋਂ ਲਾ ਕੇ ਮਾਰੇ ਗਏ, ਬਿਲਕੁਲ ਉਹ ਏਜੰਸੀ ਨੇ ਮਾਰੇ ਨੇ। ਸਾਰਾ ਕੁਝ ਏਜੰਸੀ ਨੇ ਕੀਤਾ। ਅੱਜ ਵੀ ਕਰਦੀ ਏਜੰਸੀ। ਤੁਸੀਂ ਦਰਬਾਰ ਸਾਹਿਬ 'ਚੋਂ ਬਾਹਰ ਆ ਜਾਂਦੇ ਵੀ ਏਜੰਸੀ ਦੀ ਸ਼ਰਾਰਤ ਹੈ ਯਾਰ। ਇਹ ਤੁਸੀਂ ਕਹਿਣਾ ਸੀ ਅਸੀਂ ਦਰਬਾਰ ਸਾਹਿਬ 'ਚੋਂ ਬਾਹਰ ਆ ਰਹੇ ਹਾਂ, ਅਸੀਂ ਬਿਲਕੁਲ ਕਿਸੇ ਦੇ ਪ੍ਰੋਵੋਕੇਸ਼ਨ 'ਚ ਬਾਹਰ ਨਹੀਂ ਆਵਾਂਗੇ। ਅਸੀਂ ਆਪਣੀ ਰਵਾਇਤ ਮੁਤਾਬਕ ਜਵਾਬ ਦੇਵਾਂਗੇ। ਗੁਰਦੁਆਰਿਆਂ ਨੂੰ ਕਿਲਾ ਬਣਾਉਣ ਦੀ ਬਹਿਸ ਕਰਦੇ ਰਹੀਏ। ਗੁਰਦੁਆਰਿਆਂ ਵਿੱਚ ਜਿਹੜਾ ਪਿੰਡ ਵਾਲਾ ਬੈਠਾ ਕਦੀ ਅੰਤ ਨਹੀਂ ਹੋ ਸਕਦਾ। ਜਿੰਨੇ ਲੋਕ ਬੈਠੇ ਸੀਗੇ, ਇਹ ਤਾਂ ਪਵਨ ਜੀ ਜਿੰਨੇ ਮਰਜ਼ੀ ਲੋਕ ਨਹੀਂ ਹੈਗੇ। ਅੱਜ ਅਮਰੀਕਾ ਨੇ ਕਹਿਤਾ ਵੀ ਆ ਬਜਰੰਗ ਦਲ ਤੇ ਦੂਜਾ ਹੈਗਾ, ਤੁਸੀਂ ਉਹਨੂੰ ਨਿਖੇਧੀ ਪਾਸ ਕਰੋਗੇ। ਇੱਕ ਉਦਾਹਰਨ ਦੋ ਕਿ BHP ਨੇ, ਬਜਰੰਗ ਦਲ ਨੇ, RSS ਨੇ, ਸ਼ਿਵ ਸੈਨਾ ਨੇ ਫਲਾਣੇ ਮੰਦਰ ਤੋਂ ਫਾਇਰਿੰਗ ਕਰਤੀ। ਮੈਂ ਕਹਿੰਦਾ ਪ੍ਰਗਿਆ ਦੇਵੀ ਠਾਕਰ, ਕਰਨਲ ਪ੍ਰੋਹਤ ਤੇ ਅਸੀਮਾਨੰਦ, ਇਹ ਤਿੰਨੇ ਹਿੰਦੂ ਅਤਵਾਦੀ ਸੀਗੇ। ਇਹਨਾਂ ਨੂੰ ਕਿਉਂ ਨਹੀਂ ਕਿਹਾ ਗਿਆ? ਤੁਸੀਂ ਕਹਿ ਰਹੇ ਹੋ ਨਾ, ਉਹ ਤੁਹਾਡੇ ਵਾਂਗੂ ਹੀ ਜਿਵੇਂ ਭਿੰਡਰਾਂ ਵਾਲੇ ਨੂੰ ਸੁਣ ਲਓ ਨਾ, ਜਵਾਬ ਸੁਣੋ। ਮੈਂ ਤਾਂ ਇਸ਼ਾਰਾ ਹੀ ਕਰ ਰਿਹਾ। ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਜਗਤ ਨਾਰਾਇਣ ਵਾਲੇ ਕੇਸ 'ਚ ਬਰੀ ਕਰਤਾ ਗਿਆ। ਤੁਸੀਂ ਕਿਹਾ ਨਾ ਬਰੀ ਹੋ ਗਏ। ਇਸੇ ਤਰ੍ਹਾਂ ਕਰਨਲ ਪ੍ਰੋਹਿਤ ਤੇ ਸਾਧਵੀ ਪ੍ਰਗਿਆ ਸਿੰਘ ਠਾਕੁਰ ਤੇ ਅਸੀਮਾਨੰਦ ਤੇ ਆਰੋਪ ਲਗੇ, ਉਹਨਾਂ ਨੂੰ ਜੇਲ੍ਹ 'ਚ ਜਾਣਾ ਪਿਆ। ਜੇਲ੍ਹ ਦੇ ਵਿੱਚ ਰਹੇ। ਇੰਡੀਅਨ ਪੀਨਲ ਕੋਡ ਦੇ ਪ੍ਰੋਸੀਜਰ ਦੇ ਮੁਤਾਬਕ ਉਹਨਾਂ ਨੂੰ ਸਾਰਾ ਬਰੀ ਕੀਤਾ ਗਿਆ। ਤਾਂ ਦੋਨੋਂ ਚੀਜ਼ਾਂ ਫਿਰ ਬਰਾਬਰ ਰੱਖੋ ਨਾ। ਅੱਗੇ ਗੱਲ ਕਰਦਾ, ਜਦੋਂ ਕਰਕਰੇ ਦਾ ਕਤਲ ਹੋਇਆ, ਕਰਕਰੇ ਦਾ ਸਪੋਰਟੀਨੇਟ ਸੀ। ਕਤਲ ਕਿਵੇਂ ਹੋ ਗਿਆ? ਨਹੀਂ, ਕਤਲ ਕਿਵੇਂ ਹੋ ਗਿਆ? ਜਦੋਂ ਹੋਇਆ, ਜਦੋਂ ਸਾਡੇ ਪਾਕਿਸਤਾਨ ਵਾਲੇ ਸਰੇਆਮ ਸਾਡੇ ਇਨੋਸੈਂਟ ਪੀਪਲ ਨੂੰ ਮਾਰ ਰਹੇ, ਉਹ ਚ ਕਰਕਰੇ ਦੀ ਹੱਤਿਆ ਨਹੀਂ ਹੋਈ। ਉਹਦੇ ਨਾਲ IG ਮੁਸ਼ਰਫ ਸੀਗਾ। ਮੁਸ਼ਰਫ ਨੇ ਅੱਜ ਕਿਤਾਬ ਲਿਖੀ ਹੈ, ਨਾ ਤਾਂ ਉਹ ਇੰਡੀਆ 'ਚੋਂ ਕਿਤਾਬ ਬੈਨ ਹੋਈ ਹੈ। ਉਹਨੇ ਲਿਖਿਆ ਹੂ ਕਿਲਡ ਕਰਕਰੇ। ਉਹਨੇ ਕਿਹਾ RSS ਨੇ ਤੇ ਬਜਰੰਗ ਦਲ, ਇਹ ਸਾਰੀਆਂ ਇਹ ਲਿਖਤ ਕਿਤਾਬ ਹੈ ਹੂ ਕਿਲਡ ਕਰਕਰੇ। ਹੁਣ ਲਿਖ ਕੌਣ ਰਿਹਾ? ਨਹੀਂ, ਮੁਸ਼ਰਫ ਦੀ ਸਿੰਪਲ ਲਿਖ ਕੌਣ ਰਿਹਾ? ਮੁਸ਼ਰਫ। ਹਾਂ, ਮੁਸ਼ਰਫ। ਤਾਂ ਫਿਰ ਉਹਨੇ ਕੀ ਕਿਹਾ? ਉਹ IG ਹੈ। IG ਹੈ ਤਾਂ ਕੀ ਹੋ ਗਿਆ? ਨਾ ਉਹਨੂੰ ਪਤਾ ਹੈ। IG ਨੂੰ ਪਤਾ ਨਹੀਂ, IG ਨੂੰ ਪਤਾ ਸੀ ਵੀ RSS ਵਾਲੇ ਮਾਰ ਰਹੇ। ਹਾਂ, ਉਹਨੇ ਲਿਖਿਆ ਨਾ ਵਿੱਚ, ਤੁਸੀਂ ਉਹਦੇ ਤੇ ਕੇਸ ਕਰੋ। ਰੋਂਗ ਥਿਊਰੀ ਹੈ ਨਾ, ਤੁਸੀਂ ਰੋਂਗ ਥਿਊਰੀ ਨਾਲ ਥੋੜੀ ਹੋਏਗੀ ਪਵਨ ਜੀ। ਮੈਂ ਕਿਤਾਬ ਮੈਂ ਕਹਿੰਦਾ ਆਪਾਂ ਅਗਲੀ ਡਿਬੇਟ ਤੇ ਆ ਜਾਓ। ਮੈਂ ਕਿਤਾਬ ਲਿਆ ਹੂ ਕਿਲਡ ਕਰਕਰੇ। ਉਹਨੇ ਕਿਹਾ RSS ਨੇ ਤੇ ਹਿੰਦੂ ਅੱਤਵਾਦ ਨੇ ਕਰਕਰੇ ਨੂੰ ਮਰਵਾਇਆ। ਕਦੇ ਵੀ ਕੋਈ ਬਹੁਤ ਸਾਰੇ ਹਿੰਦੂ ਜਥੇਬੰਦੀਆਂ ਦੇ ਉੱਤੇ ਇਹ ਇਲਜ਼ਾਮ ਅਕਸਰ ਲੱਗਦੇ ਰਹਿੰਦੇ ਨੇ। ਮਹਿੰਦਰਪਾਲ ਜੀ, ਕਰਨਲ ਪ੍ਰੋਹਤ ਫੜਿਆ। ਜਿਸ ਅਸੀਂ ਟੌਪਿਕ ਦੇ ਉੱਤੇ ਚੱਲ ਰਹੇ ਸੀ, ਉਸ ਟੌਪਿਕ ਦੇ ਉੱਤੇ ਆ ਜਾਈਏ ਤਾਂ ਉਹਦੇ ਵਿੱਚ ਮੁਸਲਮਾਨ ਫੜੇ ਗਏ। ਮੁਸਲਮਾਨਾਂ ਨੂੰ ਸਜ਼ਾ ਹੋਗੀ ਹੈ। ਮੁਸਲਮਾਨ ਫਿਰ ਬਾਅਦ ਚ ਬਰੀ ਕਰਤੇ ਜਦੋਂ ਪ੍ਰਗਿਆ ਦੇਵੀ ਫੜ ਲਈ ਮਾਲੇਗਾਂਵ ਦੇ। ਦੇਖੋ, ਇਸ ਦੇਸ਼ ਦੇ ਕਾਨੂੰਨ ਦੀ ਤੁਸੀਂ ਗੱਲ ਕਰਦੇ ਹੋ,
ਘੱਟ ਗਿਣਤੀਆਂ ਵਾਸਤੇ ਇਹ ਕਾਨੂੰਨ ਹੋਰ ਹੈ, ਤੁਹਾਡੇ ਵਾਸਤੇ ਬਹੁਤ ਵਧੀਆ ਕਾਨੂੰਨ ਹੈ। ਦੇਖੋ ਭਾਜੀ ਇੱਕ ਗੱਲ ਜਿਹੜੀ ਹੈਗੀ ਆ, ਹਰ ਸਿੱਖ ਇੱਕ ਗੱਲ ਦਾ ਬਲੇਮ ਲਗਾਉਂਦਾ ਹੈ, ਮੋਸਟ ਪ੍ਰੋਬਬਲੀ ਸਾਰੇ ਕਹੇ ਤੁਸੀਂ ਕਹਿ ਰਹੇ ਘੱਟ ਗਿਣਤੀਆਂ ਲਈ ਕਾਨੂੰਨ ਵਧੀਆ ਨਹੀਂ ਹੈ। ਕਿਵੇਂ ਫਿਰ ਗਿਆਨੀ ਜੈਲ ਸਿੰਘ ਰਾਸ਼ਟਰਪਤੀ ਬਣ ਗਏ, ਦਲਵੀਰ ਸੁਹਾਗ ਉਹ ਸਿੱਖ ਨਹੀਂ ਹੈਗੇ, ਮਨਮੋਹਨ ਸਿੰਘ ਸਿੱਖ ਨਹੀਂ ਹੈਗੇ, ਕੇਵਲ ਦੇਸ਼ ਧਰੋਹ ਦੀ ਗੱਲ ਕਰਨ ਵਾਲੇ ਸਿੱਖ ਹੈ, ਜਿਹੜਾ ਦੇਸ਼ ਭਗਤੀ ਦੀ ਗੱਲ ਕਰੇ ਉਹ ਸਿੱਖ ਨਹੀਂ ਹੈ। ਹਿੰਦੂ ਗੁਲਾਮੀ ਸਵੀਕਾਰ ਕਰਨਗੇ ਤਾਂ ਹੀ ਤਾਂ ਗਿਆਨੀ ਜੈਲ ਸਿੰਘ ਤੋਂ ਸਾਈਨ ਕਰਵਾਏ ਵੀ ਦਰਬਾਰ ਸਾਹਿਬ ਅਟੈਕ ਕਰਦੇ। ਅੱਛਾ, ਉਹਨਾਂ ਪਤਾ ਸੀ ਗਿਆਨੀ ਜੈਲ ਸਿੰਘ ਉੱਥੇ ਦਰਬਾਰ ਸਾਹਿਬ 'ਚ ਜਾਂਦਾ ਆਪਣੇ ਆਂਸੂ ਗੇਰਦਾ, ਉਹ ਸਿੱਖ ਨਹੀਂ ਹੈ। ਆਂਸੂ ਗੇਰਦਾ, ਪਹਿਲਾਂ ਅਟੈਕ ਕਰਵਾਉਂਦਾ ਫਿਰ ਆਂਸੂ ਗੇਰਦਾ। ਅਟੈਕ ਤਾਂ ਉਹਨਾਂ ਦੇ ਵਾਹ ਐਡਾ ਸੋਹਣਾ ਨਿਆਂ ਤੁਹਾਡੇ ਦੇਸ਼ ਦਾ। ਅਟੈਕ ਉਹਨਾਂ ਦੀ ਕਰਤੂਤਾਂ ਕਰਕੇ ਹੋਇਆ, ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਬਾਅਦ ਕਹੋ ਵੀ ਅਸੀਂ ਜੀ ਆਂਸੂ ਗੇਰਦੇ ਆ, ਅਗਲੇ ਨੇ ਫਿਰ ਵੀ ਅਟੈਕ ਕੀਤਾ। ਨਹੀਂ ਅਟੈਕ ਤਾਂ ਹੋਏਗਾ ਹੀ, ਜੇ ਉੱਥੇ ਤੁਸੀਂ ਜਾ ਕੇ ਇਨਸਾਨੀਅਤ ਦਾ ਫਿਰ ਕਰਕੇ ਦੇਖੋ 84 ਦੀਆਂ ਗੱਲਾਂ ਅਸੀਂ ਅਗਰ ਕਰਦੇ ਰਹਾਂਗੇ ਫਿਰ ਦੁਬਾਰਾ ਕਦੇ ਅਟੈਕ ਕਰਕੇ ਦੇਖੋ ਫਿਰ ਰਿਸੂਗਾ। ਮੈਂ ਇਹ ਨਹੀਂ ਕਹਿੰਦਾ ਕਿ ਅਸੀਂ ਕੀ ਕਰਾਂਗੇ, ਮੈਂ ਇਹ ਕਹਿਣਾ ਕਿ ਸਿੱਖ ਦਰਬਾਰ ਸਾਹਿਬ ਦੇ ਹਮਲਾ ਨਾ ਭੁੱਲ ਸਕਦੇ ਨੇ, ਨਾ ਭੁੱਲਦੇ ਨੇ, ਨਾ ਭੁੱਲਣਗੇ। ਉਹ ਗਲਤ ਹੈ ਬਸ ਜਿਹੜਾ ਜਿਨ੍ਹਾਂ ਨੇ ਇਨਸਾਨਾਂ ਦਾ ਕਤਲ ਕੀਤਾ ਉਹਨਾਂ ਦੀ ਸਿੱਖਾਂ ਦੀ ਆਪਣੀ ਵੀਕ ਹਿਸਟਰੀ ਹੈ। ਤੇ ਅਸੀਂ ਕਿਉਂ ਕਰਾਂਗੇ? ਤੁਸੀਂ ਕੀਤਾ ਨਾ, ਤੁਸੀਂ ਹੁਣ ਵੀ ਜਸਟੀਫਾਈ ਕਰ ਰਹੇ ਹੋ। ਤੁਹਾਡਾ ਇਲਜ਼ਾਮ ਹੈ ਅਸੀਂ ਕਹਿ ਰਹੇ ਜਿਹੜੇ ਵੀ ਗੁਰਦੁਆਰਿਆਂ ਨੂੰ ਕਤਲਗਾਹ ਬਣਾਉਣਗੇ, ਜਿਹੜੇ ਗੁਰਦੁਆਰਿਆਂ ਨੂੰ ਕਤਲਗਾਹ ਬਣਾਉਣਗੇ ਉਹਦਾ ਇਹ ਇਤਿਹਾਸਕ ਰਵਾਇਤ ਮੁਤਾਬਕ ਜਵਾਬ ਦੇਣਗੇ। ਬਸ ਦੇਈ ਜਾਓ ਜਵਾਬ। ਮੈਂ ਇੱਕ ਗੱਲ ਤੁਹਾਨੂੰ ਪੁੱਛਣਾ ਚਾਹਾਂਗਾ, ਤੁਸੀਂ ਕੌਮ ਦੇ ਸੁਭਚਿੰਤਕ ਥੋੜੇ ਹੋ। ਮੈਂ ਮਹਿੰਦਰਪਾਲ ਜੀ ਇੱਕ ਚੀਜ਼ ਪੁੱਛਣਾ ਚਾਹਾਂਗਾ ਕਿ ਅਸੀਂ ਜਿਸ ਟੌਪਿਕ ਨੂੰ ਲੈ ਕੇ ਸ਼ੁਰੂ ਹੋਏ ਹਾਂ 84 ਤੋਂ ਇਹ ਚੀਜ਼ਾਂ ਦਾ ਘੱਲੂਘਾਰੇ ਜਿਹੜੇ ਸ਼ੁਰੂ ਹੋਏ ਨੇ, ਅੱਜ ਤੱਕ ਬਹੁਤ ਸਾਰੀਆਂ ਹਿੰਦੂ ਜਥੇਬੰਦੀਆਂ ਜਿਹਨਾਂ ਨੂੰ ਹਮੇਸ਼ਾ ਟਾਰਗੇਟ ਕਰਦੇ ਆਏ ਆ ਕਿ ਇਹ ਹਮੇਸ਼ਾ ਆ ਕੇ ਸਾਹਮਣੇ ਖੜਦੀਆਂ ਨੇ ਜੂਨ ਦਾ ਮਹੀਨਾ ਚੜ੍ਹਦੇ, ਜਿੱਥੋਂ ਅਸੀਂ ਸ਼ੁਰੂਆਤ ਕੀਤੀ ਸੀ। ਅੱਜ ਦੀ ਡੇਟ ਦੇ ਵਿੱਚ ਹੁਣ ਗੱਲ ਕਰਦੇ ਆ ਕਿਉਂਕਿ ਇਹ ਉਹ ਟੌਪਿਕਸ ਨੇ ਜਿਹਨਾਂ ਦੇ ਉੱਤੇ ਅਸੀਂ ਜਿੰਨੀ ਮਰਜ਼ੀ ਬਹਿਸ ਕਰੀ ਜਾਈਏ ਬਾਲ ਦੀ ਖੱਲ ਲਾਉਣ ਵਾਲੀ ਗੱਲ ਹੈ, ਕੋਈ ਉਸ ਦਾ ਨਿਚੋੜ ਨਹੀਂ ਨਿਕਲਣਾ। ਪਰ ਮੁੱਦਾ ਮੇਨ ਅੱਜ ਦਾ ਇਹ ਹੈ ਕਿ ਖਾਲਿਸਤਾਨ ਜਿਸ ਦੀ ਨੀਂਹ ਕਹਿੰਦੇ ਸੀ ਰੱਖੀ ਜਾਏਗੀ ਜੇਕਰ ਅਕਾਲ ਤਖਤ ਤੇ ਫੌਜਾਂ ਚੜੀਆਂ ਜੀ ਹੀ ਰੱਖ ਕੇ ਗਏ ਨੇ, ਤੇ ਹੁਣ ਖਾਲਿਸਤਾਨ ਕਿਹੜਾ ਬਣਨ ਵਾਲਾ ਹੈ, ਕਿਹੜਾ ਬਣਾਉਣ ਦੀ ਕੋਸ਼ਿਸ਼ ਤੁਸੀਂ ਕਰ ਰਹੇ ਹੋ, ਜਿਹਨਾਂ ਦੀ ਆਬਜੈਕਸ਼ਨ ਜਿਹੜਾ ਇਹ ਨਹੀਂ ਬਣਨ ਦੇਣਾ ਚਾਹੁੰਦੇ? ਪਹਿਲੀ ਗੱਲ ਤਾਂ ਮੈਂ ਇਹਨਾਂ ਦੀ ਕਰਦਾ, ਤੁਹਾਡਾ ਸਵਾਲ ਦਾ ਜਵਾਬ ਇਹਨਾਂ ਤੇ ਜੇ ਹੋਊਗਾ ਇਹ ਤਾਂ ਹਮੇਸ਼ਾ ਅਪੋਜ਼ ਹੀ ਕਰਨਗੇ। ਪਰ ਮੈਂ ਆਪਣੀ ਗੱਲ ਕਰ ਸਕਦਾ ਜੀ ਕਿ ਜਿਸ ਕੌਮ ਨੂੰ 1947 ਦੇ ਵਿੱਚ ਕੀਤੇ ਵਾਅਦੇ ਪੂਰੇ ਨਹੀਂ ਕਰੋਗੇ, ਉਲਟਾ ਇੱਕ ਪੂਰੀ ਕੌਮ ਨੂੰ ਤੁਸੀਂ ਹਿੰਦੂ ਕੌਮ ਦਾ ਹਿੱਸਾ ਬਣਾ ਦੋਗੇ, ਉਲਟਾ 78 ਦੇ ਵਿੱਚ ਨਿਰੰਕਾਰੀਆਂ ਤੋਂ ਸਿੱਖਾਂ ਦਾ ਕਤਲ ਕਰਵਾ ਕੇ ਉਹਨਾਂ ਨੂੰ ਸਜ਼ਾ ਨਹੀਂ ਦੋਗੇ, 84 ਵਿੱਚ ਹਾਲਾਤ ਪੈਦਾ ਕਰਕੇ ਦਰਬਾਰ ਸਾਹਿਬ ਤੇ ਹਮਲਾ ਕਰ ਦੋਗੇ, ਸਾਡੇ ਕੋਲ ਕੋਈ ਹੋਰ ਅਲਟਰਨੇਟ ਨਹੀਂ ਹੈ। ਅਸੀਂ ਖਾਲਿਸਤਾਨ ਬਣਾ ਕੇ ਰਹਾਂਗੇ ਔਰ ਕੋਸ਼ਿਸ਼ਾਂ ਜਾਰੀ ਨੇ। ਆਲ ਓਵਰ ਵਰਲਡ ਤਕਰੀਬਨ ਸਿੱਖ ਇਸ ਗੱਲ ਤੇ ਸਹਿਮਤ ਹੋ ਗਏ ਨੇ ਕਿ ਸਾਨੂੰ ਇੰਡੀਆ ਦੇ ਉੱਤਰੀ ਖਿੱਤੇ ਦੇ ਵਿੱਚ ਜਿਹੜਾ ਸਾਡੇ ਨਾਲ ਵਾਅਦਾ ਕੀਤਾ ਗਿਆ ਸੀ ਉਹਦੇ ਵਿੱਚ ਇੱਕ ਸੋਵਰਨ ਸਿੱਖ ਸਟੇਟ ਜਿਹੜੀ ਪਾਕਿਸਤਾਨ, ਚਾਈਨਾ ਤੇ ਇੰਡੀਆ ਦੇ ਵਿੱਚ ਹੋਵੇ, ਉਹ ਬਫਰ ਸਟੇਟ ਦੇ ਤੌਰ ਤੇ ਸੋਵਰਨ ਸਿੱਖ ਸਟੇਟ ਖਾਲਿਸਤਾਨ ਚਾਹੀਦੀ ਹੈ। ਅਸੀਂ ਉਹਦੇ ਲਈ ਉਦਮ ਕਰਦੇ ਹਾਂ। ਮੇਰੇ ਕੋਲ ਡਾਕੂਮੈਂਟ ਨੇ, ਅਸੀਂ ਇਹਦੇ ਤੇ ਕੇਸ ਲੜੇ ਨੇ। ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਉੱਤੇ 73 ਕੇਸ ਦੇਸ਼ ਧਰੋਹੀ ਦੇ ਪਾਏ ਗਏ ਨੇ, 72 ਚੋਂ ਉਹ ਬਰੀ ਹੋ ਗਏ ਨੇ, ਇੱਕ ਕੇਸ ਚੱਲ ਰਿਹਾ ਹੈ। ਪਰ ਇਹਦੇ ਚਲਦਿਆਂ 2008 ਦੇ ਵਿੱਚ ਸੁਪਰੀਮ ਕੋਰਟ ਵੱਲੋਂ ਸਾਨੂੰ ਖਾਲਿਸਤਾਨ ਦੇ ਵਾਸਤੇ ਕੰਮ ਕਰਨ, ਲੋਕਤੰਤਰੀ ਤਰੀਕੇ ਨਾਲ ਤੇ ਸ਼ਾਂਤਮਈ ਤਰੀਕੇ ਦੇ ਨਾਲ ਕਰਨ ਦੀ ਸਾਨੂੰ ਜੱਜਮੈਂਟ ਮੇਰੇ ਕੋਲ ਪਈ ਹੈ। ਜਸਟਿਸ ਅਲਤਮਸ ਕਬੀਰ, ਜਸਟਿਸ ਮਾਰਕੰਡੇ ਕਾਟਜੂ, 2 ਸੁਪਰੀਮ ਕੋਰਟ ਦੇ ਜੱਜਾਂ ਦਾ ਬੈਂਚ ਨੇ ਇਹ ਫੈਸਲਾ ਕੀਤਾ ਕਿ ਤੁਸੀਂ ਖਾਲਿਸਤਾਨ ਕਹਿ ਸਕਦੇ ਹੋ, ਤੁਸੀਂ ਖਾਲਿਸਤਾਨ ਦੇ ਨਾਰੇ ਲਾ ਸਕਦੇ ਹੋ। ਅਸੀਂ 2011 ਦੀਆਂ SGPC ਚੋਣਾਂ ਵੀ ਖਾਲਿਸਤਾਨ ਦੇ ਉੱਤੇ ਲੜ ਕੇ 5,74,000 ਵੋਟ ਲਈ ਹੈ। ਸੋ ਮੇਰਾ ਮਤਲਬ ਕਹਿਣ ਤੋਂ ਤੁਸੀਂ ਖਾਲਿਸਤਾਨ ਦਾ ਸਵਾਲ ਕੀਤਾ, ਖਾਲਿਸਤਾਨ ਬਾਰੇ ਅਸੀਂ ਬਿਲਕੁਲ ਕਲੀਅਰ ਹਾਂ। ਖਾਸ ਕਰ ਮੇਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਜਿਹਦਾ ਮੈਂ ਜਨਰਲ ਸੈਕਟਰੀ ਹਾਂ, ਅਸੀਂ ਬਿਲਕੁਲ ਕਲੀਅਰ ਹਾਂ। ਅਸੀਂ ਬਿਲਕੁਲ ਕਿਸੇ ਨੂੰ ਮਾਰਨਾ ਨਹੀਂ ਚਾਹੁੰਦੇ। ਅਸੀਂ ਇੱਕ ਦੇਸ਼ ਬਣਾਉਣਾ ਚਾਹੁੰਦੇ ਹਾਂ ਜਿਹਦੇ ਵਿੱਚ ਹਿੰਦੂ, ਸਿੱਖ, ਈਸਾਈ, ਬੋਧੀ, ਜੈਨੀ, ਕ੍ਰਿਸਚਨ ਜਿੰਨੇ ਵੀ ਭਾਈਚਾਰੇ ਕਿਸੇ ਵੀ ਦੇਸ਼ 'ਚ ਰਹਿੰਦੇ ਨੇ ਜੀ, ਉਹ ਉਸ ਦੇਸ਼ ਵਿੱਚ ਬੜੇ ਆਰਾਮ ਨਾਲ। ਮੈਂ ਤੁਹਾਡੇ ਤੋਂ ਇੱਕ ਚੀਜ਼ ਪੁੱਛਣਾ ਚਾਹਾਂਗਾ, ਇਸੇ ਸਵਾਲ ਦੇ ਨਾਲ ਜੁੜਦਾ ਸਵਾਲ ਹੈ ਇਹਨਾਂ ਦੇ ਜਵਾਬ ਦੇ ਨਾਲ, ਕਿ ਜੋ ਚੀਜ਼ ਇਹਨਾਂ ਨੇ ਕਹੀ ਕਿ ਇੱਕ ਬਫਰ ਸਟੇਟ ਅਲੱਗ ਬਣਦੀ ਹੈ ਜਿਸ ਦੇ ਵਿੱਚ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੋਗੀ, ਚਾਹੇ ਉਹ ਹਿੰਦੂ ਹੈ, ਬੋਧੀ ਹੈ, ਜੈਨੀ ਹੈ, ਸਾਰਿਆਂ ਨੂੰ ਉਸ ਦੇ ਵਿੱਚ ਉਹਨਾਂ ਦੇ ਹੱਕ ਦਿੱਤੇ ਜਾਣਗੇ। ਈਵਨ ਅਨੰਦਪੁਰ ਦਾ ਮਤਾ ਜੋ ਸੀਗਾ ਉਸ ਵੇਲੇ ਜੋ ਗੱਲਾਂ ਹੋ ਰਹੀਆਂ ਸੀ ਉਹਦੇ ਵਿੱਚ ਵੀ ਸਾਰੀਆਂ ਚੀਜ਼ਾਂ ਇਹ ਬਹੁਤ ਵਿਸਥਾਰ ਦੇ ਨਾਲ ਦੱਸੀਆਂ ਗਈਆਂ। ਸ਼ਾਇਦ ਸਿੱਖਾਂ ਵਾਸਤੇ ਬਹੁਤ ਘੱਟ ਚੀਜ਼ਾਂ ਸੀਗੀਆਂ, ਦੂਜੇ ਧਰਮਾਂ ਵਾਸਤੇ ਜ਼ਿਆਦਾ ਸੀਗੀਆਂ। ਹੁਣ ਅਗਰ ਇੱਦਾਂ ਦਾ ਇੱਕ ਦੇਸ਼ ਉਲੀਕਿਆ ਜਾਂਦਾ ਹੈ ਤਾਂ ਕੀ ਤੁਸੀਂ ਸਾਥ ਦਿੰਦੇ ਹੋ? ਦੇਖੋ, ਜਿੱਥੇ ਤੱਕ ਖਾਲਿਸਤਾਨ ਸ਼ਬਦ ਹੈ ਉਹ ਪਤਾ ਨਹੀਂ ਇਹਨਾਂ ਦੀ ਕੀ ਪਰਿਭਾਸ਼ਾ ਹੈ। ਹੁਣ ਇਹਨਾਂ ਨੇ ਪਰਿਭਾਸ਼ਾ ਦਿੱਤੀ ਹੈ ਵੀ ਖਾਲਿਸਤਾਨ ਜੇ ਬਣੇਗਾ ਉਹ 'ਚ ਬੋਧੀ, ਜੈਨੀ, ਮੁਸਲਿਮ, ਹਿੰਦੂ, ਸਿੱਖ ਸਾਰਿਆਂ ਦਾ ਸਵਾਗਤ ਹੈ। ਠੀਕ ਹੈ, ਜੋ ਸਵਾਗਤ ਹੀ ਹੈ ਤਾਂ ਇਸ ਦੇਸ਼ 'ਚ ਕੀ ਸਮੱਸਿਆ ਹੋ ਰਹੀ ਹੈ?
ਨੰਬਰ 2 ਇਹ ਕਹਿ ਰਿਹਾ ਕਿ ਖਾਲਿਸਤਾਨ ਦੇ ਲਈ ਸਾਨੂੰ ਬੜਾ ਜ਼ੋਰਦਾਰ ਸਮਰਥਨ ਮਿਲ ਰਿਹਾ, ਇੰਨਾ ਜ਼ੋਰਦਾਰ ਸਮਰਥਨ ਮਿਲ ਰਿਹਾ ਵੀ ਇਹ ਕੋਈ ਵੀ ਚੋਣ ਲੜ ਰਿਹਾ ਇਹਨਾਂ ਦੀ ਜ਼ਮਾਨਤ ਜ਼ਬਤ ਹੋ ਰਹੀ ਹੈ। ਕੋਈ ਸਿੱਖ ਨਹੀਂ, ਹੁਣ ਮੈਂ ਤੁਹਾਡੇ 'ਚ ਬੋਲੇ ਨਾ, ਬੋਲੋ ਜੀ ਜੀ ਜੀ, ਕਿਸੇ ਵੀ ਇੰਨੀ ਵੱਡੀ ਪੰਜਾਬ ਦੀ ਬਹੁ ਗਿਣਤੀ ਹੈ ਸਿੱਖ ਸਮਾਜ ਦੀ, ਕਦੇ ਇਹ ਜਿੱਤ ਕੇ ਨਹੀਂ ਆਏ। ਜਦੋਂ ਜਿੱਤ ਕੇ ਆਏ ਉਦੋਂ ਕਿਰਪਾਨ ਲੈ ਕੇ ਆਪਣਾ ਪਾਰਲੀਮੈਂਟ ਦੀ ਪੌੜੀਆਂ 'ਚ ਬੈਠੇ ਰਹੇ, ਅੰਦਰ ਜਾਣ ਦੀ ਹਿਮਾਕਤ ਨਹੀਂ ਕੀਤੀ ਇਹਨਾਂ ਨੇ। ਨੰਬਰ 2 ਖਾਲਿਸਤਾਨ ਦੀ ਇਹ ਗੱਲ ਕਰਦੇ ਆ, ਹਰ ਸਿੱਖ ਸਵੇਰੇ ਅਰਦਾਸ ਕਰਦਾ, ਉਦੋਂ ਇਹ ਕਹਿੰਦਾ ਵੀ ਜਿੰਨਾ ਵੀ ਗੁਰੂ ਧਾਮਾਂ ਨੂੰ ਸਾਡੇ ਤੋਂ ਵਿਛੋੜਿਆ ਗਿਆ ਉਹਨਾਂ ਦੇ ਖੁੱਲੇ ਦਰਸ਼ਨ ਦੀਦਾਰ ਦੀ ਦਾਤ ਬਖਸ਼ੋ ਜੀ, ਠੀਕ ਹੈ। ਤੇ ਹੁਣ ਇਹ ਕੀ ਚਾਹੁੰਦੇ ਆ ਵੀ ਐਸੀ ਸਟੇਟ ਦੀ ਕਲਪਨਾ ਹੋਵੇ ਜਿਸ 'ਚ ਪਟਨਾ ਸਾਹਿਬ ਦੇ ਸਾਨੂੰ ਦਰਸ਼ਨ ਨਾ ਹੋ, ਜਿਹਦੇ 'ਚ ਸਾਨੂੰ ਹੇਮਕੁੰਟ ਸਾਹਿਬ ਦੇ ਦਰਸ਼ਨ ਨਾ ਹੋ, ਜਿਹਦੇ 'ਚ ਸਾਨੂੰ ਨਾਂਦੇੜ ਸਾਹਿਬ ਦੇ ਦਰਸ਼ਨ ਨਾ ਹੋ। ਇਹ ਇਹਨਾਂ ਦੀ ਪਰਿਕਲਪਨਾ ਹੈ। ਔਰ ਦੂਸਰਾ ਇਹ ਕਹਿੰਦੇ ਵੀ ਅਸੀਂ ਸੁਪਰੀਮ ਕੋਰਟ 'ਚ ਜਿੱਤ ਗਏ। ਇਹਨਾਂ ਦੀ ਨੌਲੇਜ 'ਚ ਨਹੀਂ, ਇੱਕ ਹੋਰ ਫੈਸਲਾ ਆ ਗਿਆ ਕੱਲ ਪਰਸੋਂ ਤੋਂ, ਠੀਕ ਹੈ ਨਾ, ਉਹ ਕੋਰਟ ਤੋਂ ਉੱਪਰ ਸੁਪਰੀਮ ਕੋਰਟ ਹੁੰਦਾ। ਮੈਂ ਕਹਿੰਦਾ ਕੋਈ ਗੱਲ ਨਹੀਂ, ਜਿਹੜੇ ਲੋਕ ਹਾਈ ਕੋਰਟ ਗਏ ਸੁਪਰੀਮ ਕੋਰਟ ਵੀ ਚਲੇ ਜਾਣਗੇ, ਤੁਸੀਂ ਗਏ। ਨੰਬਰ 2 ਇਹ ਕਹਿੰਦੇ ਵੀ ਸਾਡੇ ਉੱਤੇ ਹਿੰਦੂ ਹਕੂਮਤ ਨੇ ਬੜਾ ਜ਼ਬਰ ਔਰ ਜ਼ੁਲਮ ਕੀਤਾ, ਸਾਡੇ ਤੇ ਕੇਸ ਲਗਾਤੇ। 72 ਕੇਸ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਲੱਗੇ, ਉਹ 'ਚੋਂ ਅਸੀਂ 71 ਜਾਂ 72 'ਚੋਂ ਅਸੀਂ ਬਰੀ ਹੋ ਗਏ। ਇਹ ਹਿੰਦੂ ਹਕੂਮਤ ਨੇ ਕੇਸ ਲਗਾਏ, ਹਿੰਦੂ ਜੁਡੀਸ਼ਰੀ ਨੇ ਇਹਨਾਂ ਨੂੰ ਬਰੀ ਕਰਤਾ, ਹਿੰਦੂ ਜੁਡੀਸ਼ਰੀ ਨੇ ਇਹਨਾਂ ਨੂੰ ਇਹ ਵੀ ਕਹਿਤਾ ਵੀ ਖਾਲਿਸਤਾਨ ਸ਼ਬਦ ਤੇ ਤੁਸੀਂ ਬੋਲ ਸਕਦੇ ਹੋ। ਇਹ ਤਾਂ ਇਸ ਹਕੂਮਤ ਦੀ ਫਰਾਕ ਦਿਲੀ ਹੈ, ਕਾਨੂੰਨ ਦੀ ਫਰਾਕ ਦਿਲੀ ਹੈ। ਡਾਕਟਰ BR ਅੰਬੇਦਕਰ ਨੇ ਜਾਂ ਦੂਸਰੇ ਜਿਹੜੇ ਮਹਾਪੁਰਸ਼ ਸੀਗੇ ਜਿਨ੍ਹਾਂ ਨੇ ਹਿੰਦੁਸਤਾਨ ਦੀ ਸੰਵਿਧਾਨ ਦੀ ਰਚਨਾ ਕੀਤੀ, ਉਹ 'ਚ ਇਹ ਖੁੱਲ੍ਹ ਮਿਲ ਗਈ ਕਿ ਜੇ ਸਿਮਰਨਜੀਤ ਸਿੰਘ ਮਾਨ ਕੁਝ ਗਲਤ ਕਹਿ ਰਹੇ ਹੈ ਔਰ ਉਹਨਾਂ ਤੇ FIR ਹੋ ਰਹੀ ਹੈ ਤਾਂ ਉਹਨਾਂ ਨੂੰ ਪੂਰਾ ਰਾਈਟ ਹੈ ਕਿ ਉਹ ਲੀਗਲੀ ਆਪਣਾ ਬੈਟਲ ਲੜਨ, ਔਰ ਕਾਨੂੰਨ ਦੇਸ਼ ਦਾ ਉਹਨਾਂ ਨੂੰ ਅਧਿਕਾਰ ਦਿੰਦਾ ਕਿ ਉਹ ਆਪਣਾ ਸਾਬਤ ਕਰਨ, ਉਹ ਬਰੀ ਹੋਣ। ਤੇ ਇਹ ਜਿਹੜਾ ਖਾਲਿਸਤਾਨ ਦੀ ਪਰਿਕਲਪਨਾ ਲੈ ਕੇ ਆ ਰਹੇ, ਪੂਰਾ ਦੇਸ਼ ਹੀ ਖਾਲਿਸਤਾਨ ਹੈ। ਕੌਣ ਰੋਕ ਰਿਹਾ ਕਿਸੇ ਖਾਲਸਾ ਸਵਰੂਪ? ਪੂਰਾ ਦੇਸ਼ ਹੀ ਜੇ ਖਾਲਿਸਤਾਨ ਹੈ, ਜੇਕਰ ਕੌਣ ਰੋਕ ਰਿਹਾ? ਤੁਸੀਂ ਖਾਲਿਸਤਾਨ ਚਾਹੁੰਦੇ, ਤੁਸੀਂ ਖਾਲਿਸਤਾਨ ਇਹ ਚਾਹੁੰਦੇ ਹੋ ਕਿ ਤੁਹਾਨੂੰ ਡਾਲਰ ਮਿਲਦਾ ਰਹੇ, ਤੁਹਾਡੀ ਕਮਾਈ ਦਾ ਸਾਧਨ ਚੱਲਦਾ ਰਹੇ, ਤੁਹਾਨੂੰ ਫੋਰਨ ਕੰਟਰੀ ਦੇ। ਹੁਣ ਕੱਲ ਪਰਸੋਂ ਅਖਬਾਰਾਂ 'ਚ ਖਬਰ ਆਈ ਹੈ 30,000 ਸਿੱਖ ਪਾਕਿਸਤਾਨ 'ਚ ਪੀੜਿਤ ਹੋਇਆ, ਕਤਲੇਆਮ ਹੋ ਰਿਹਾ, ਉੱਥੋਂ ਪਲਾਨ ਕਰਕੇ ਆ ਰਹੇ। ਇਹ ਜਿਹੜੇ ਪਾਕਿਸਤਾਨੀਆਂ ਨੂੰ ਕਹਿੰਦੇ, ਇਹਨਾਂ ਨੇ ਇੱਕ ਬਿਆਨ ਦਿੱਤਾ ਕਿ ਅਸੀਂ ਪਾਕਿਸਤਾਨ ਮੁਰਦਾਬਾਦ ਨਹੀਂ ਕਰ ਸਕਦੇ, ਕਿਉਂਕਿ ਇਹ ਕਹਿ ਰਿਹਾ ਕਿ ਨਹੀਂ, ਮੈਂ ਤੁਹਾਨੂੰ ਲਾਈਕ ਕੀਤਾ, ਤੁਸੀਂ ਕਰੋ ਨਾ, ਤੁਸੀਂ ਕਰੋ। ਇਹ ਕਹਿੰਦੇ ਕਿ ਨਨਕਾਣਾ ਸਾਹਿਬ ਉੱਥੇ ਸਾਡਾ ਮੌਜੂਦ ਹੈ, ਸਿੱਖ ਧਰਮ ਦਾ ਮੁੱਢ ਬੰਦਾ, ਅਸੀਂ ਕਦੇ ਉਹਨਾਂ ਦਾ ਨਹੀਂ ਕਰ ਸਕਦੇ। ਇਹ ਉਹਨਾਂ ਦਾ ਮੁਰਦਾਬਾਦ ਨਹੀਂ ਕਰ ਸਕਦੇ ਕਿਉਂਕਿ ਉੱਥੇ ਨਨਕਾਣਾ ਸਾਹਿਬ ਹੈ, ਪਰ ਇਹ ਉਹਨੂੰ ਮੁਰਦਾਬਾਦ ਕਰ ਸਕਦੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ, ਜਿਸ ਕੰਟਰੀ ਦੇ ਅੰਦਰ। ਇਹ ਉਸ ਨੂੰ ਮੁਰਦਾਬਾਦ, ਹਿੰਦੁਸਤਾਨ ਮੁਰਦਾਬਾਦ ਨਹੀਂ ਕਿਹਾ ਤੁਸੀਂ, ਪਾਕਿਸਤਾਨ ਮੁਰਦਾਬਾਦ ਨਹੀਂ ਕਹਿ ਸਕਦੇ ਤੇ ਹਿੰਦੁਸਤਾਨ ਦੀ ਲੜਾਈ ਦੇ ਵਿੱਚ ਸ਼ਾਮਲ ਨਹੀਂ ਹੋਣਗੇ। ਇਹ ਕਹਿ ਰਹੇ ਵੀ ਜੇ ਲੜਾਈ ਲੜੇਗੀ, ਜੇ ਅਸੀਂ ਲੜਾਈ ਲੜ ਗਈ ਅਸੀਂ ਨਹੀਂ ਜਾਵਾਂਗੇ। ਹੁਣ ਜਵਾਬ ਹਿੰਦੂ ਜਾਣ, ਕਿਉਂ ਬਈ ਤੁਸੀਂ ਹਿੰਦੁਸਤਾਨੀ ਨਹੀਂ ਹੋ, ਤੁਸੀਂ ਇੱਥੇ ਰਹਿ ਨਹੀਂ ਰਹੇ। ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ, ਸਰ ਪਾਕਿਸਤਾਨ ਚਲੇ ਜਾਓ ਜੇ ਸਗੇ ਲੱਗ ਰਹੇ ਹੋ ਤੁਹਾਡੇ। ਅਸੀਂ ਆਪਣੇ ਖਾਲਿਸਤਾਨ ਚ ਰਹਾਂਗੇ। ਵੇ ਖਾਲਿਸਤਾਨ ਤੁਹਾਨੂੰ ਬਣਾ ਕੇ ਦਊਗਾ। ਉਹ ਜਿਹੜਾ 30,000 ਸਿੱਖਾਂ ਦਾ ਕਤਲੇਆਮ ਹੋ ਰਿਹਾ, ਇੱਥੇ ਤੁਹਾਨੂੰ ਕੋਈ ਖਾਲਿਸਤਾਨ ਨਹੀਂ ਮਿਲੂਗਾ, ਉਹ ਕੁਝ ਨਹੀਂ ਮਿਲਣ ਵਾਲਾ ਤੁਹਾਨੂੰ। ਨਾਦਰ ਸ਼ਾਹ ਵੀ ਕਹਿੰਦਾ ਸੀ, ਨਾਦਰ ਸ਼ਾਹ, ਇਹ ਮੁਗਲ ਵੀ ਕਹਿੰਦੇ ਸੀ, ਤੁਸੀਂ ਹੋ ਗਏ ਬ੍ਰਿਟਿਸ਼ਰ ਇਹ ਔਰੰਗਜ਼ੇਬ ਦੀ ਪਾਲਿਸੀ ਤੁਸੀਂ ਚਲੇ ਗਏ। ਤੁਹਾਡੇ ਕੋਲ ਅੱਜ ਰਾਜ ਹੈ, ਇਹ ਜਿਹੜਾ ਵਹਿਮ ਹੈ ਨਾ ਤੁਹਾਡਾ, ਇਹ ਨਾਦਰ ਸ਼ਾਹ ਵੀ ਇਹੀ ਵਹਿਮ ਪਾਉਂਦਾ ਸੀ। ਨਾਦਰ ਸ਼ਾਹ ਦੀ ਨੀਤੀਆਂ ਤੇ ਤੁਸੀਂ ਜਾ ਰਹੇ ਹੋ, ਔਰੰਗਜ਼ੇਬ ਦੀਆਂ ਨੀਤੀਆਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਨੂੰ ਛੱਡ ਕੇ ਮੁਤਾਬਕ ਚੱਲ ਗਏ ਔਰੰਗਜ਼ੇਬ ਦੀ ਪਾਲਿਸੀ ਦੇ ਉੱਤੇ। ਇਹ ਹਕੂਮਤਾਂ ਔਰੰਗਜ਼ੇਬ ਦੀ ਪਾਲਿਸੀ ਹੈ ਤੁਹਾਡੀ। ਤੁਹਾਨੂੰ ਹਕੂਮਤ ਦਾ ਪੂਰਾ ਥਾਪੜਾ ਹੈ। ਨਹੀਂ, ਸਾਨੂੰ ਹੋਣਾ ਵੀ ਚਾਹੀਦਾ। ਦੇਖੋ ਤੁਸੀਂ ਬਹੁ ਗਿਣਤੀ ਹੋ, ਤੁਹਾਨੂੰ ਹੋਣਾ ਵੀ ਚਾਹੀਦਾ। ਬਹੁ ਗਿਣਤੀ ਦਾ ਕੀ ਮਤਲਬ ਹੈ? ਅੱਜ ਆਮ ਆਦਮੀ ਪਾਰਟੀ ਦੇ ਨੇਤਾ ਸੁਖਪਾਲ ਖਹਿਰਾ ਨੇ 2020 ਦੀ ਗੱਲ ਕੀਤੀ ਹੈ। ਸਿੱਖਾਂ ਦੀ ਸਭ ਤੋਂ ਬੜੀ ਜਥੇਬੰਦੀ ਅਕਾਲੀ ਦਲ ਨੇ ਉਹਦੀ ਨਿੰਦਾ ਕੀਤੀ ਹੈ, ਕਾਂਗਰਸ ਨੇ ਨਿੰਦਾ ਕੀਤੀ ਹੈ, ਹਰ ਪਾਰਟੀਆਂ ਨੇ ਕੀਤੀ ਹੈ। ਸਿੰਘ ਖਹਿਰਾ ਨੇ ਰੈਫਰੈਂਡਮ 2020 ਦੀ ਗੱਲ ਜ਼ਰੂਰ ਕੀਤੀ, ਚਲੋ ਇਹ ਅੱਜ ਆਓ ਨਾ ਵਿੱਚ ਮੈਨੂੰ ਜਵਾਬ ਦੇਣ ਦਿਓ, ਕਿਉਂਕਿ ਪਵਨ ਜੀ ਨੇ ਅਸੀਂ ਉਹ ਡਾਇਵਰਟ ਨਾ ਕਰੀਏ ਉਸ ਚੀਜ਼। ਪਹਿਲੀ ਗੱਲ ਤਾਂ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਵੀ ਇਹ ਸੋਸ਼ਲ ਮੀਡੀਆ ਤੇ ਬਹੁਤ ਧਿਆਨ ਨਾਲ ਦੇਖਦੇ ਨੇ। ਇਹਨਾਂ ਨੇ ਮੇਰੀ ਉਹ ਵੀਡੀਓ ਦੇਖੀ ਹੈ ਜਿਹਦੇ ਵਿੱਚ ਇਹਨਾਂ ਨੇ ਜ਼ਿਕਰ ਕੀਤਾ ਕਿ ਮੈਂ ਪਾਕਿਸਤਾਨ ਨੂੰ ਮੁਰਦਾਬਾਦ ਨਹੀਂ ਕਹਿ ਸਕਦਾ, ਇਹ ਕਿਹਾ ਸੀ। ਗੱਲ ਇਸ ਨੂੰ ਸਾਲ ਤੋਂ ਉੱਪਰ ਹੋ ਗਿਆ। ਐਨੀ ਹੋ ਮੈਂ ਇਹ ਗੱਲ ਕਹਿਣਾ ਕਿ ਖਾਲਿਸਤਾਨ ਸਾਨੂੰ ਕਹਿਣ ਦੀ ਲੋੜ ਕਿਉਂ ਪਈ? ਇਸ ਪਾਸੇ ਤਾਂ ਤੁਸੀਂ ਜਾਂਦੇ ਨਹੀਂ, ਤੁਸੀਂ ਕਹਿੰਦੇ ਵੀ ਨਹੀਂ ਬਣੂਗਾ। ਇਹ ਤਾਂ ਇੱਕ ਵਰਸ਼ਨ ਹੈ, ਨਹੀਂ ਕੋਈ ਵੀ ਰਾਜ ਨਹੀਂ ਕਹਿੰਦਾ ਹੁੰਦਾ ਵੀ ਮੇਰਾ ਟੁਕੜਾ ਅੱਡ ਹੋ ਜਵੇ। ਕਿਉਂ ਤੁਸੀਂ ਦੇਸ਼ ਦਾ ਟੁਕੜਾ ਕਰਨਾ ਹਾਲਾਤ ਦੇਸ਼ ਦੇ ਟੁਕੜੇ ਕਿਉਂ ਕਰਨਾ ਚਾਹੁੰਦੇ ਹੋ? ਜਿਸ ਸਿਮਰਨਜੀਤ ਸਿੰਘ ਮਾਨ ਨੂੰ 72 ਕੇਸਾਂ ਚੋਂ ਇਨਸਾਫ ਮਿਲੇ, ਉਸ ਦੇਸ਼ ਨੂੰ ਤੁਸੀਂ ਤੋੜਨਾ ਚਾਹੁੰਦੇ ਹੋ। ਤੁਸੀਂ ਸਾਡੀ ਕੌਮੀ ਵਿਰਾਸਤ ਖਤਮ ਕਰ ਰਹੇ ਹੋ। ਨਹੀਂ, ਕੌਮੀ ਵਿਰਾਸਤ ਕਿਹੜੀ ਖਤਮ ਹੋ ਗਈ? ਕਿਹੜੀ ਵਿਰਾਸਤ ਖਤਮ ਹੋ ਗਈ? ਮੈਂ ਕਿਹਾ ਸਾਨੂੰ ਹਿੰਦੂ ਲਿਖ ਦਿੱਤਾ। ਕਿਸਨੇ ਕਿਹਾ?
ਸੰਵਿਧਾਨ ਤੁਸੀਂ ਹਿੰਦੂ ਤੋਂ ਅਲੱਗ ਕਿਵੇਂ ਹੋ? ਤੁਸੀਂ ਜਿਹੜਾ ਸਾਬਤ ਦੂਜਾ ਕਰੋ ਕਹਿੰਦੇ ਹੋ ਨਾ, ਦੂਜਾ ਤੁਸੀਂ ਕਹੋ ਹਿੰਦੂ ਤੋਂ ਅਲੱਗ ਕਿਵੇਂ ਹੋ, ਸਾਬਤ ਕਰੋ। ਅਸੀਂ ਹੈ ਹੀ ਅਲੱਗ ਆ ਨਹੀਂ, ਯਾਰ। ਮੈਂ ਗੁਰਬਾਣੀ ਸਾਹਿਬ ਚੋਂ ਸਾਰੀਆਂ ਬਾਣੀਆਂ ਕੱਢ ਦੋ ਜਿਹੜਾ ਕੱਢੀਏ? ਹਿੰਦੂਆਂ ਨਾਲ ਸੰਬੰਧਿਤ ਹੈ। ਕਿਉਂ ਕੱਢੀਏ? ਫਿਰ ਕਿਹੜੇ ਹਿੰਦੂ ਨਾਲ ਸੰਬੰਧਿਤ ਹੈ? ਅਲੱਗ ਕਿਵੇਂ ਹੋ? ਕਿਹੜੇ ਹਿੰਦੂ ਨਾਲ ਸੰਬੰਧਿਤ ਹੈ? ਕਿਉਂ? ਉਹ ਮਨੁੱਖਤਾ ਨਾਲ ਸੰਬੰਧਿਤ ਹੈ ਤੇ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਨਹੀਂ, ਹੈ। ਭਗਵਾਨ ਰਾਮ ਦਾ ਜ਼ਿਕਰ ਨਹੀਂ ਹੈ ਉਹਦੇ ਚ, ਭਗਵਾਨ ਵਿਸ਼ਨੂੰ ਜੀ ਦਾ ਜ਼ਿਕਰ ਨਹੀਂ ਹੈ। ਭਗਵਾਨ ਵਿਸ਼ਨੂੰ ਧਾਰਮਿਕ ਗ੍ਰੰਥਾਂ ਦੇ ਉੱਤੇ ਅਸੀਂ ਟਿੱਪਣੀ ਨਾ ਕਰੀਏ ਜ਼ਿਆਦਾ ਬੈਟਰ, ਕਿਉਂਕਿ ਉਹਨਾਂ ਦੇ ਵਿੱਚ ਜੋ ਬਾਣੀਆਂ ਸਮੇਟੀਆਂ ਹੋਈਆਂ ਨੇ ਤਾਂ ਮੈਂ ਉਹਦੇ ਬਾਰੇ ਉਹ ਗ੍ਰੰਥ ਜਿਹੜੇ ਸਮੇਟੇ ਹੋਏ ਨੇ। ਮੈਂ ਇਹਨਾਂ ਦੀ ਇੱਕ ਗੱਲ ਦਾ ਜਵਾਬ ਦਿੰਦਾ ਬਈ ਜਿਹੜਾ ਇਹ ਕਹਿੰਦੇ ਕਿ ਸਿਮਰਨਜੀਤ ਸਿੰਘ ਮਾਨ ਤੇ ਕੇਸ ਪਾਏ ਤੇ ਕੇਸ ਬਰੀ ਕੀਤੇ ਜੀ, ਤੇ ਉਹਨੂੰ ਇਜਾਜ਼ਤ ਦਿੱਤੀ ਵੀ ਉਹ ਸੁਪਰੀਮ ਕੋਰਟ ਜਾ ਕੇ ਖਾਲਿਸਤਾਨ ਦੀ ਗੱਲ ਆਪਣੀ ਉੱਥੇ ਰੱਖ ਸਕੇ। ਮੈਂ ਇਹ ਕਹਿਣਾ ਕਿ ਇਹ ਯੂਐਨਓ ਦੀ ਕਾਨੂੰਨ ਮੁਤਾਬਕ ਜਿਹੜਾ ਹਿੰਦੁਸਤਾਨ ਮੈਂਬਰ ਹੈ ਜੀ, ਉਹਦੇ ਮੁਤਾਬਕ ਹੋਇਆ ਹੈ, ਕਿਉਂਕਿ ਯੂਐਨਓ ਦਾ ਚਾਰਟਰ 1 ਤੇ ਹਿੰਦੁਸਤਾਨ ਦੇ ਸੰਵਿਧਾਨ ਦਾ ਚਾਰਟਰ 51A ਇਸ ਗੱਲ ਦੀ ਵਾਅਦਾ ਕਰਦਾ ਹੈ ਦੁਨੀਆ ਦੇ ਨਾਲ ਕਿ ਜਦੋਂ ਵੀ ਕੋਈ ਕੌਮ ਉੱਠ ਕੇ ਆਪਣੀ ਵਿਰਾਸਤ ਨੂੰ ਦੱਸ ਕੇ ਜਸਟੀਫਾਈ ਕਰਕੇ ਆਪਣੇ ਵੱਖ ਦੇਸ਼ ਦੀ ਗੱਲ ਕਰੇਗਾ ਤਾਂ ਸਾਨੂੰ ਉਹਦੀ ਪਰਮਿਸ਼ਨ ਦੇਣੀ ਪਏਗੀ। ਇਹ ਆਰਟੀਕਲ 50 ਇਹ ਆਰਟੀਕਲ 50 ਦੀ ਗੱਲ ਆਪਣੀ ਥਾਂ ਤੇ ਨਹੀਂ, ਮੈਂ ਇੱਕ ਗੱਲ ਸਪਸ਼ਟ ਕਰਨਾ ਚਾਹੁੰਦਾ। ਤੁਸੀਂ ਲਿਆ ਕਿਸ ਤੋਂ ਖਰਾਬ ਨਹੀਂ ਮੰਗੀ। ਮੈਂ ਇੱਕ ਗੱਲ ਸਪਸ਼ਟ ਕਰਨਾ ਚਾਹੁੰਦਾ ਕਿ ਜਿੱਥੇ ਤੱਕ ਗੁਰੂ ਗ੍ਰੰਥ ਸਾਹਿਬ ਦੀ ਗੱਲ ਹੈ ਉੱਥੇ ਹਰ ਹਿੰਦੂ ਹਰ ਸਿੱਖ ਆਪਣੀ ਪੂਰੀ ਸ਼ਰਧਾ ਰੱਖਦਾ ਹੈ। ਬਿਲਕੁਲ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਕਿਸੇ ਵੀ ਜਿਹੜਾ ਵੀ ਸੱਚਾ ਹਿੰਦੂ ਹੈ ਉਹਦੇ ਆਦਰ ਔਰ ਸਤਿਕਾਰ ਦੇ ਵਿੱਚ ਕੋਈ ਕਮੀ ਨਹੀਂ ਹੋ ਸਕਦੀ। ਜਿੱਥੇ ਤੱਕ ਪ੍ਰੋਫੈਸਰ ਜੀ ਕਹਿ ਰਹੇ ਕਿ ਆਪਣਾ ਹਿੰਦੂ ਔਰ ਸਿੱਖ ਅਲੱਗ ਹੈ, ਦੇਖੋ ਆਪਣੀਆਂ ਆਪਣੀਆਂ ਮਾਨਤਾਵਾਂ ਹੋ ਸਕਦੀਆਂ, ਧਾਰਮਿਕ ਪ੍ਰਕਿਰਿਆ ਹੋ ਸਕਦੀ ਹੈ। 1699 ਦੇ ਵਿੱਚ ਜਦੋਂ ਖਾਲਸਾ ਪੰਥ ਦੀ ਸਿਰਜਣਾ ਕਰ ਦਿੱਤੀ ਗਈ ਸੀ, ਮੇਰੀ ਗੱਲ ਤਾਂ ਪੂਰੀ ਹੋਣ ਦਿਓ ਨਾ, ਮੇਰੀ ਗੱਲ ਤਾਂ ਪੂਰੀ ਹੋਣ ਦਿਓ। ਮੈਂ ਕਹਿ ਰਿਹਾ ਕਿ ਜਿਹੜਾ ਆਪਾਂ ਕਹਿ ਰਹੇ ਕਿ ਹਿੰਦੂ ਸਿੱਖ ਅਲੱਗ ਹੈ, ਪੰਜਾਬ ਦੇ ਪੂਰੇ ਸੱਭਿਆਚਾਰ ਨੂੰ ਆਪਾਂ ਚੱਕ ਕੇ ਦੇਖ ਲਈਏ, ਆਪਣੇ ਪਟਿਆਲੇ ਹੀ ਕਾਲੀ ਮਾਤਾ ਮੰਦਿਰ ਵੀ ਹੈ, ਦੁਖਨਿਵਾਰਨ ਸਾਹਿਬ ਦਾ ਗੁਰਦੁਆਰਾ ਵੀ ਹੈ। ਜਦੋਂ ਵੀ ਅਸ਼ਟਮੀ ਦਾ ਮੌਕਾ ਆਉਂਦਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜਾ ਪੇਂਡੂ ਖੇਤਰ ਤੋਂ ਸਿੱਖ ਹੈ ਉਹ ਆਪਣੀ ਆਸਥਾ ਔਰ ਸ਼ਰਧਾ ਪ੍ਰਗਟ ਕਰਨ ਲਈ ਉੱਥੇ ਪਹੁੰਚਦਾ। ਜਿਵੇਂ ਸੰਗਰਾਂਦ ਦਾ ਮੌਕਾ ਆਉਂਦਾ ਦੁਖਨਿਵਾਰਨ ਸਾਹਿਬ ਦੇ ਅੰਦਰ ਗੁਰਦੁਆਰੇ ਦੇ ਅੰਦਰ तमाम ਹਿੰਦੂ ਸਮਾਜ ਦੇ ਲੋਕ ਉੱਥੇ ਜਾ ਕੇ ਆਪਣੀ ਸ਼ਰਧਾ ਪ੍ਰਗਟ ਕਰਦੇ। ਉੱਥੇ ਬੇਰੀ ਵੀ ਸੀ, ਉੱਥੇ ਸਭ ਮੈਨੂੰ ਪੂਰੀ ਕਰ ਲੈਣ ਦਿਓ, ਤੁਸੀਂ ਜਵਾਬ ਦੇਣ ਲਈ ਹਾਜ਼ਰ ਹੀ ਹੋ। ਤੇ ਮੇਰੇ ਕਹਿਣ ਦਾ ਮਤਲਬ ਹੈ ਵੀ ਜਿਹੜਾ ਆਪਾਂ ਉਲਝਾ ਦਿੰਦੇ ਆ ਵੀ ਹਿੰਦੂ ਸਿੱਖ ਵੱਖਰਾ ਹੈ, ਰਵਾਇਤ ਹੈ। ਇੱਕ ਪਰਿਵਾਰ ਦੇ ਵਿੱਚੋਂ ਇੱਕ ਬੰਦਾ ਹਿੰਦੂ ਹੈ, ਦੂਸਰਾ ਬੇਟਾ ਜਿਹੜਾ ਹੈ ਸਰਦਾਰ ਹੈ, ਠੀਕ ਹੈ। ਹੁਣ ਉਹਨਾਂ ਨੂੰ ਆਪਾਂ ਕਿਵੇਂ ਅਲੱਗ ਕਰ ਦਾਂਗੇ, ਕਿਵੇਂ ਅਲੱਗ ਉਹਨਾਂ ਨੂੰ ਪਾੜ ਦਾਂਗੇ? ਇੱਕ ਬੇਟੀ ਸਾਡੀ ਹਿੰਦੂਆਂ ਦੇ ਘਰ ਵਿਆਹੀ ਹੋਈ ਆ, ਇੱਕ ਬੇਟਾ ਸਾਡਾ ਸਿੱਖਾਂ ਦੇ ਘਰ ਵਿਆਹ ਹੋਇਆ। ਆਪਾਂ ਇਸ ਨੂੰ ਸਦੀਵੀ ਜਿਹੜੀ ਇੱਕ ਏਕਤਾ ਹੈ ਉਸ ਨੂੰ ਆਪਾਂ ਕਿਵੇਂ ਅਲੱਗ ਕਰ ਦਾਂਗੇ? ਜਿੱਥੇ ਤੱਕ ਸਿੱਖਾਂ ਦੀ ਮਾਨਤਾ ਹੈ, ਉਹਨਾਂ ਦੀ ਇੱਕ ਰਹਿਤ ਹੈ, ਮਰਿਆਦਾ ਹੈ, ਉਸ ਤੋਂ ਹਿੰਦੂ ਕਦੋਂ ਮੁਕਰ ਰਿਹਾ? ਕਦ ਹਿੰਦੂ ਕਹੇਗਾ ਵੀ ਅੰਮ੍ਰਿਤ ਨਹੀਂ ਛਕਿਆ ਜਾਏ, ਜਾਂ ਜਿਹੜੇ ਗੁਰੂ ਬਾਣੀ ਸਾਹਿਬ ਦਾ ਕੋਈ ਨਿਤਨੇਮ ਹੈ, ਗੁਰੂ ਬਾਣੀ ਸਾਹਿਬ ਦਾ ਸੁਖਾਸਨ। ਮੇਰੀ ਗੱਲ ਕੰਪਲੀਟ ਹੋ ਜਾਏ, ਮੈਂ ਇੱਕ ਗੱਲ ਕੰਪਲੀਟ ਕਰਨਾ। ਜੇ ਅਗਰ ਮੰਨ ਲਓ ਸੰਵਿਧਾਨ ਦੇ ਵਿੱਚ ਕੋਈ ਤੁਹਾਨੂੰ ਇੱਕ ਵੱਖਰੀ ਪਹਿਚਾਣ ਦੇ ਰਿਹਾ, ਵੱਖਰੀ ਪਹਿਚਾਣ ਮਿਲ ਰਹੀ ਹੈ, ਤਾਂ ਜੇ ਤੁਸੀਂ ਦਸਤਾਰ ਸਜਾ ਰਹੇ ਹੋ, ਤੁਸੀਂ ਆਪਣੇ 5 ਕਕਾਰ ਧਾਰਨ ਕਰ ਰਹੇ ਹੋ, ਹਿੰਦੂ ਤਾਂ ਜ਼ਬਰਦਸਤੀ ਕਹਿ ਨਹੀਂ ਸਕਦਾ ਵੀ ਤੁਸੀਂ ਇਹ ਸਿੱਖੀ ਸਵਰੂਪ ਨੂੰ ਛੱਡ ਦਿਓ। ਅੱਜ ਵੀ ਮੈਂ ਜਿਹੜਾ ਇੱਕ ਪ੍ਰੋਗਰਾਮ 'ਚੋਂ ਆਇਆ, ਉਹਨਾਂ ਨੇ ਪੂਰਾ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮਦਾਰੀ ਸਮਾਜ ਨੇ ਵੀ ਪੂਰੀ ਲਿਖਿਆ ਦੱਸਿਆ ਕਿ ਵਾਹਿਗੁਰੂ ਸਾਹਿਬ ਦਾ ਕੀ ਅਰਥ ਹੈ, ਗੁਰਬਾਣੀ 'ਚ ਕੀ ਲਿਖਿਆ ਹੈ। ਸਾਡੇ ਵਿਚਾਰਕ ਮਤਭੇਦ ਹੋ ਸਕਦੇ ਆ, ਪਰ ਮੈਂ ਪੂਰੀ ਤੁਹਾਡੀ ਸੁਣਾਂਗਾ, ਪੂਰਾ ਆਦਰ ਨਾਲ ਸੁਣਾਂਗਾ। ਪਰ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਵਾਤਾਵਰਣ ਹੈ, ਜੇ ਅਸੀਂ ਹਿੰਦੂ ਸਿੱਖਾਂ ਦੇ ਸੰਬੰਧਾਂ ਨੂੰ ਤੋੜਨ ਦੀ ਕਰਾਂਗੇ, ਆਪਾਂ ਕਹਾਂਗੇ ਨਾਲੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਜਿਹੜਾ ਖਾਲਿਸਤਾਨ ਮਨਾ ਰਹੇ ਉੱਥੇ ਹਿੰਦੂਆਂ ਦਾ ਵੀ ਸਵਾਗਤ ਹੈ, ਉੱਥੇ ਜੈਨੀਆਂ ਦਾ ਵੀ ਸਵਾਗਤ ਹੈ, ਉੱਥੇ ਬੋਧੀਆਂ ਦਾ ਵੀ ਸਵਾਗਤ ਹੈ, ਤਾਂ ਫਿਰ ਜੇ ਸਵਾਗਤ ਹੀ ਹੈ ਤੇ ਪੂਰਾ ਹਿੰਦੁਸਤਾਨ ਤੁਹਾਡੇ ਲਈ ਸਮਰਪਿਤ ਹੈ। ਤੁਸੀਂ ਦੇਖੋ ਵੀ ਨਿਤੀਸ਼ ਕੁਮਾਰ ਨੇ ਉੱਥੇ ਗੁਰੂ ਸਾਹਿਬਾਨ ਜੀ ਦਾ ਤਿਉਹਾਰ ਮਨਾਇਆ ਬਿਹਾਰ ਦੇ ਅੰਦਰ। ਜਿਹੜੇ ਬਿਹਾਰੀ ਨੂੰ ਅਸੀਂ ਪੰਜਾਬ ਦੇ ਵਿੱਚ ਨਫ਼ਰਤ ਦੀ ਨਜ਼ਰ ਨਾਲ ਦੇਖ ਰਹੇ ਆ, ਉਹ ਬਿਹਾਰੀ ਉੱਥੇ ਤੁਹਾਨੂੰ ਸਤਿ ਸ੍ਰੀ ਅਕਾਲ ਕਹਿ ਰਹੇ। ਜਿਹੜੇ ਫੋਰਨ ਕੰਟਰੀ ਤੋਂ ਸਿੱਖ ਆਏ, ਉਹਨਾਂ ਨੇ ਕਿਹਾ ਕਿ SGPC ਵੀ ਪੂਰਾ ਜ਼ੋਰ ਲਗਾ ਕੇ ਇਸ ਤਰ੍ਹਾਂ ਸਾਡੇ ਗੁਰੂਆਂ ਦੇ ਪ੍ਰਤੀ ਸਤਿਕਾਰ ਪ੍ਰਗਟ ਨਹੀਂ ਕਰ ਸਕਦੇ ਸੀ। ਇੱਕ ਹਿੰਦੂ ਹੋ ਕੇ, ਇੱਕ ਹਿੰਦੂ ਬਹੁਗਿਣਤੀ ਸਟੇਟ ਹੋ ਕੇ ਉਹ ਸਿੱਖਾਂ ਦੇ ਪ੍ਰਤੀ ਇੰਨਾ ਆਦਰ, ਇੰਨਾ ਸਨਮਾਨ, ਇੰਨਾ ਗੁਰੂਆਂ ਦੇ ਪ੍ਰਤੀ ਆਦਰ ਰੱਖ ਰਹੀ ਹੈ, ਉਹਦੇ 'ਚ ਆਪਾਂ ਫੁੱਟ ਪਾ ਕੇ ਦੇਸ਼ ਨੂੰ ਵੰਡਿਆਂ ਵੱਲ ਕਿਉਂ ਲਿਜਾਣਾ? ਇੰਦਰਪਾਲ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਸੀ? ਮੈਂ ਇਹ ਗੱਲ ਕਹਿਣਾ ਵੀ ਇਹ ਹੁਣ ਮੇਰੀ ਥੋੜੀ ਜਿਹੀ ਸੁਣ ਲੈਣ। ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕੀਤੀ ਹੈ। ਪਹਿਲੀ ਗੱਲ ਤਾਂ ਇਹ ਹੈ ਵੀ ਅਸੀਂ ਨਫ਼ਰਤ ਦੇ ਵਿੱਚੋਂ ਹਿੰਦੂ ਜਾਂ ਮੁਸਲਮਾਨ ਜਾਂ ਸਿੱਖ ਤੇ ਈਸਾਈ ਦੀ ਗੱਲ ਨਹੀਂ ਕਰਦੇ। ਅਸੀਂ ਇਹ ਕਹਿੰਦੇ ਹਾਂ ਕਿ ਹਰ ਇੱਕ ਦੀ ਕੌਮੀਅਤ ਉਹਦੇ ਆਪਣੇ ਪੈਗੰਬਰ ਵੱਲੋਂ ਦਿੱਤੀ ਕੌਮੀਅਤ ਦੇ ਬਰਾਬਰ ਹੋਣੀ ਚਾਹੀਦੀ ਹੈ। ਜਦੋਂ ਭਾਰਤੀ ਸੰਵਿਧਾਨ ਦੇ ਵਿੱਚ 4 ਲਾਈਨਾਂ ਨੇ ਪ੍ਰੀਐਂਬਲ ਦੇ ਵਿੱਚ, ਇੱਕ ਉਹ ਡੈਫੀਨੇਸ਼ਨ ਦਾ ਵੀ ਆਹ ਬੰਦਾ ਮੁਸਲਮਾਨ ਹੋਊਗਾ, ਇੱਕ ਆਹ ਬੰਦਾ ਜਿਹੜਾ ਉਹ ਈਸਾਈ ਹੋਏਗਾ, ਇੱਕ ਆਹ ਬੰਦਾ ਜਿਹੜਾ ਉਹਦੀ ਡੈਫੀਨੇਸ਼ਨ ਨੇ ਇਹ ਜਿਊਜ਼ ਹੋਏਗਾ, ਅਤੇ ਬਾਕੀ ਸਾਰੇ
ਸਿੱਖ ਜੈਨੀ ਬੋਧੀ ਬ੍ਰੈਕਟ ਬੰਦ ਸਾਰੇ ਹਿੰਦੂ ਹੋਣਗੇ। ਸਾਨੂੰ ਮੁਸਲਮਾਨ ਇੱਕ ਕੌਮ ਹੈ, ਈਸਾਈ ਇੱਕ ਕੌਮ ਹੈ, ਯਹੂਦੀ ਇੱਕ ਕੌਮ ਹੈ, ਸਿੱਖ ਇੱਕ ਕੌਮ ਹੈ, ਹਿੰਦੂ ਇੱਕ ਕੌਮ ਹੈ। ਇੱਦਾਂ ਕਿਉਂ ਨਹੀਂ ਲਿਖੇਗਾ? ਪਹਿਲਾ ਮੇਰਾ ਇਤਰਾਜ਼ ਇਹ ਹੈ ਸੰਵਿਧਾਨ ਦੇ ਵਿੱਚ ਸਾਨੂੰ ਵੀ ਉਹਨਾਂ ਕੌਮਾਂ ਵਾਂਗ ਇੱਕ ਪੂਰੀ ਕੌਮ ਲਿਖਣਾ ਸੀ। ਕਿਉਂ? ਦੂਜਾ, ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਇਹ ਤੁਕ ਪਹਿਲੇ ਪਾਤਸ਼ਾਹ ਦੀ ਜੀ, ਤੁਸੀਂ ਅੰਮ੍ਰਿਤ ਦੀ ਗੱਲ ਕਰਦੇ ਸੀ ਨਾ, ਮੈਂ ਉਸ ਤੋਂ ਪਹਿਲਾਂ ਜਾਣਾ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਗਿਆ ਹੈ, ਨਾ ਹਮ ਹਿੰਦੂ ਨਾ ਮੁਸਲਮਾਨ, ਪਹਿਲੀ ਗੱਲ। ਫਿਰ ਦਰਬਾਰ ਸਾਹਿਬ ਦੇ ਵਿੱਚ ਸਿਰਫ 4 ਤਰ੍ਹਾਂ ਦੀਆਂ ਬਾਣੀਆਂ ਪੜ੍ਹਨ ਅਲਾਉਡ ਨੇ। ਗੁਰੂ ਗ੍ਰੰਥ ਸਾਹਿਬ, ਭਾਈ ਗੁਰਦਾਸ ਜੀ ਦੀ ਬਾਣੀ, ਭਾਈ ਨੰਦ ਲਾਲ ਜੀ ਦੀ ਬਾਣੀ ਤੇ ਦਸਮ ਗ੍ਰੰਥ ਦੀ ਬਾਣੀ। ਇਹ 4 ਬਾਣੀਆਂ ਤੋਂ ਬਿਨਾਂ ਕੋਈ ਬਾਣੀ ਉੱਥੇ ਪੜ੍ਹੀ ਨਹੀਂ ਜਾ ਸਕਦੀ। ਜਿਹੜੀ ਭਾਈ ਗੁਰਦਾਸ ਜੀ ਦੀ ਬਾਣੀ ਹੈ, ਸਿੱਖ ਰਵਾਇਤ ਮੁਤਾਬਕ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਮੰਨੀ ਜਾਂਦੀ ਹੈ। ਉਹ ਕਹਿੰਦੀ ਹੈ, ਸ਼ਬਦ ਜਿੱਤੀ ਸਿੱਧ ਮੰਡਲੀ ਕੀਤੁਸ ਆਪਣਾ ਪੰਥ ਨਿਰਾਲਾ। ਸ਼ਬਦ ਦੇ ਨਾਲ ਸਿੱਧਾਂ ਦੀ ਮੰਡਲੀ ਨੂੰ ਜਿੱਤ ਲਿਆ ਤੇ ਆਪਣਾ ਧਰਮ ਅੱਡ ਕਰ ਲਿਆ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੂੰ ਜਾਣਦਿਆਂ ਹੋਇਆਂ ਜਦੋਂ ਸਾਨੂੰ ਇੱਕ ਪੂਰੀ ਕੌਮ ਨੂੰ ਛੱਡ ਕੇ ਇੱਕ ਦੂਜੀ ਕੌਮ ਦਾ ਹਿੱਸਾ ਕਹਿ ਦਿੱਤਾ ਜਾਊਗਾ ਤੇ ਸਾਨੂੰ ਇਹਦੀ ਕੋਈ ਨਫ਼ਰਤ ਨਹੀਂ, ਸਾਡਾ ਰਾਈਟ ਹੈ। ਅਸੀਂ ਆਪਣਾ ਰਾਈਟ ਅਵੇਅਰ ਹੋ ਗਏ ਹਾਂ, ਅਸੀਂ ਲੈਣਾ। ਉਹ ਹੈ ਸਿਰਫ ਇਹਦੇ ਨਾਲ ਸਾਨੂੰ ਲੱਗਦਾ ਹੈ ਕਿ ਐਡੀ ਵੱਡੀ ਬਹੁ ਗਿਣਤੀ ਦੇ ਵਿੱਚ ਜਿਸ ਤਰ੍ਹਾਂ ਪਿਛਲੇ 70 ਸਾਲ ਤੋਂ ਸਾਡਾ ਸੱਭਿਆਚਾਰ, ਸਾਡਾ ਮਤਲਬ ਕਿ ਧਰਮ ਦਾ ਅਕੀਦਾ ਖਤਮ ਕੀਤਾ ਜਾ ਰਿਹਾ ਹੈ, ਈਵਨ ਦਰਬਾਰ ਸਾਹਿਬ ਤੇ ਅਟੈਕ ਵੀ ਕੀਤਾ ਜਾ ਰਿਹਾ ਸਾਡੇ। ਹੁਣ ਇਹਦਾ ਤਾਂ ਕੋਈ ਜਵਾਬ ਹੀ ਨਹੀਂ ਹੋਏਗਾ ਜੇ ਖਾਲੜਾ ਸਾਹਿਬ ਨੇ 25,000 ਮੁੰਡਿਆਂ ਦੀਆਂ ਫੇਕ ਐਨਕਾਊਂਟਰ ਦੀਆਂ ਰਿਪੋਰਟਾਂ ਕਰ ਲਈਆਂ ਤੇ ਅਗਲੇ ਦਿਨ ਉਹਨੂੰ ਵੀ ਮਾਰਤਾ। ਉਹਦਾ ਅੱਜ ਤੱਕ ਕਿੱਥੇ ਜਾ ਕੇ ਕਿੱਥੇ ਨਿਆਂ ਮਿਲਿਆ? ਕੁਝ ਸਵਾਲ ਤਾਂ ਮਜਬੂਰ ਇਹ ਗੁਰਬਾਣੀ ਸਾਹਿਬ ਤੋਂ ਜਿਹੜੇ ਤੁਕ ਇਹਨਾਂ ਨੇ ਜੋੜੀ ਹੈ ਵੀ ਨਾ ਹਮ ਹਿੰਦੂ ਨਾ ਹਮ ਮੁਸਲਮਾਨ। ਪਹਿਲਾਂ ਮੈਂ ਇਹਨਾਂ ਦੀ ਜਾਣਕਾਰੀ ਦੱਸਾਂ। ਅੱਜ ਇਹ ਚਰਚਾ 'ਚ ਆਇਆ ਜਿੱਥੋਂ ਮੈਂ ਵੀ ਸੁਣ ਕੇ ਆਇਆ ਵੀ ਉਹਨਾਂ ਨੇ ਦੱਸਿਆ ਵੀ ਇਹ ਗੁਰੂ ਸਾਹਿਬਾਨ ਦੇ ਤੁਕ ਨਹੀਂ ਹੈ, ਇਹ ਭਗਤ ਕਬੀਰ ਜੀ ਦੀ ਤੁਕ ਹੈ। ਔਰ ਗ੍ਰੰਥ ਸਾਹਿਬ 'ਚ ਹੈ ਕਿ ਨਹੀਂ, ਇਹ ਆਪਣਾ ਸਵਾਲ। ਮੇਰੀ ਬੇਨਤੀ ਮੈਨੂੰ ਸੁਣ ਤਾਂ ਲਓ। ਨਹੀਂ, ਗੁਰਬਾਣੀ 'ਚ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਉਹ ਗੁਰਬਾਣੀ। ਇਹ ਗੁਰੂ ਸਾਹਿਬ ਦੀ ਤੁਕ ਨਹੀਂ ਹੈ। ਪਹਿਲੀ ਗੱਲ ਤਾਂ ਇਹ ਸਮਝੋ, ਭਗਤ ਕਬੀਰ ਜੀ ਦੀ ਤੁਕ ਹੈ। ਨੰਬਰ 2, ਗੁਰਬਾਣੀ ਸਾਹਿਬ ਬਹੁਤ ਵਿਸ਼ਾਲ ਗ੍ਰੰਥ ਹੈ, ਵਿਸ਼ਾਲ ਗ੍ਰੰਥ ਹੈ, ਮਾਨਵਤਾ ਦਾ ਗ੍ਰੰਥ ਹੈ ਔਰ ਉਹਦੇ 'ਚ ਸਾਰੀ ਮਾਨਵਤਾ ਲਈ ਸੰਦੇਸ਼ ਹੈ। ਨੰਬਰ 2, ਜਿਹੜੀ ਤੁਕ ਦੀ ਤੁਸੀਂ ਗੱਲ ਕੀਤੀ ਆ ਉਹਦੀ ਅੱਗੇ ਵੀ ਵਿਆਖਿਆ ਹੈ ਵੀ ਨਾ ਹਮ ਹਿੰਦੂ ਨਾ ਹਮ ਮੁਸਲਮਾਨ, ਠੀਕ ਹੈ ਨਾ। ਉਹ ਤਾਂ ਫਿਰ ਜੇ ਤੁਕ ਦੇ ਅਨੁਸਾਰ ਜਾਈਏ ਤਾਂ ਉਹ ਸਿੱਖ ਵੀ ਨਹੀਂ ਹੈ, ਕਿਉਂਕਿ ਉਹ ਇੱਕ ਐਸੇ ਲੈਵਲ ਤੇ ਪਹੁੰਚ ਜਾਏਗਾ ਜਿਸ ਨੂੰ ਕਿਸੇ ਗੁਰੂ ਦੀ ਲੋੜ ਨਹੀਂ ਹੈ। ਕਿਸੇ ਗੁਰੂ ਨਾ ਫਿਰ ਉਹ ਅੰਮ੍ਰਿਤ ਵੀ ਨਹੀਂ ਛਕੇਗਾ, ਫਿਰ ਉਹ ਸਿੱਖ ਵੀ ਨਹੀਂ ਹੋਏਗਾ। ਇਹ ਕਿੱਥੇ ਲਿਖਿਆ? ਉਹ ਅੱਗੇ ਜਾ ਕੇ ਵਿਆਖਿਆ ਹੋ ਰਹੀ ਹੈ। ਉਹ ਦੱਸੋ ਨਾ, ਜਾਂ ਤਾਂ ਦੇਖੋ ਜੀ ਜਿਹੜੀ ਗੱਲ ਸ਼ੁਰੂ ਕਰੋ ਜਾਂ ਤਾਂ ਤੁਸੀਂ ਉਹਦੀ ਅੱਗੇ ਵਿਆਖਿਆ ਪੂਰੀ ਦੱਸ ਰਿਹਾ ਸੁਣ ਨਹੀਂ ਰਹੇ ਤੁਹਾਨੂੰ। ਮੈਂ ਪਹਿਲਾਂ ਕਰੈਕਟ ਕੀਤਾ, ਮੈਂ ਪਹਿਲਾਂ ਸਾਡੀ ਇਹ ਕਿੱਥੇ ਲਿਖਿਆ ਹੈ? ਉਹ ਉਹਨਾਂ ਨੇ ਕਿਹਾ ਵੀ ਨਾ ਉਹ ਹਿੰਦੂ ਹੈ ਨਾ ਮੁਸਲਮਾਨ ਹੈ, ਉਹ ਤਾਂ ਉਸ ਰਸਤੇ ਤੇ ਚਲਾ ਗਿਆ ਜਿੱਥੇ ਉਹਨੇ ਭਗਵਾਨ ਨੂੰ ਪ੍ਰਾਪਤ ਕਰ ਲਿਆ। ਫਿਰ ਉਹਨੂੰ ਹਿੰਦੂ ਮੁਸਲਮਾਨ ਸਿੱਖ ਈਸਾਈ ਬਣਨ ਦੀ ਜ਼ਰੂਰਤ ਨਹੀਂ ਹੈ। ਉਹਦਾ ਇੱਕ ਲੈਵਲ ਆ ਗਿਆ, ਉਹ ਇੱਕ ਭਗਤੀ ਕਰਨੀ ਚਲਾ ਗਿਆ, ਇੱਕ ਅਧਿਆਤਮਕਵਾਦ ਕਰਨੀ ਚਲਾ ਗਿਆ। ਪਰ ਅੱਜ ਅਸੀਂ ਜਿਸ ਉਹ ਅਧਿਆਤਮਕ ਦੀ ਗੱਲ ਛੱਡ ਦਿੰਦੇ ਹਾਂ, ਜਿਹੜੇ ਭਗਤੀ ਕਰ ਮੈਂ ਇਹ ਕਹਿਣਾ ਵੀ ਤੁਸੀਂ ਸਾਡੇ ਤਰ੍ਹਾਂ ਥੋਪੋ ਕਿ ਅਸੀਂ ਨਫ਼ਰਤ ਕਰਦੇ ਹਾਂ। ਨਫ਼ਰਤ ਨਹੀਂ ਕਰਦੇ, ਅਸੀਂ ਆਪਣਾ ਹੱਕ। ਮੈਂ ਇੱਕ ਸਵਾਲ ਤੁਹਾਡਾ ਕਲੀਅਰ ਕਰ ਦਿੰਦਾ। ਮੈਂ ਪਵਨ ਜੀ ਜੋ ਕਿਸੇ ਸਿੱਖ ਦੇ ਜ਼ਹਿਨ ਦੇ ਵਿੱਚ ਆਉਂਦਾ ਹੈ ਸਵਾਲ, ਇਹ ਪ੍ਰੋਫੈਸਰ ਜੀ ਜਿਹੜਾ ਕਹਿ ਰਿਹਾ ਹੈ ਕਿ ਤੁਸੀਂ ਸਾਡੇ ਤੇ ਨਫ਼ਰਤ ਨਾ ਥੋਪੋ, ਮੈਨੇ ਕਦੇ ਵੀ ਨਹੀਂ ਕਿਹਾ। ਮੈਨੇ ਆਪਣੀ ਲਾਈਨ 'ਚ ਫਿਰ ਨਫ਼ਰਤ ਕਿਉਂ ਪੈਦਾ ਕਰਦੇ? ਮੈਂ ਇਹੀ ਗੱਲ ਕਹਿ ਰਿਹਾ। ਮੈਂ ਕਿਹਾ ਅਸੀਂ ਨਫ਼ਰਤ ਪੈਦਾ ਨਹੀਂ ਕਰਦੇ। ਮੈਂ ਕਹਿ ਰਿਹਾ ਕਿ ਗੁਰਬਾਣੀ ਇੱਕ ਮਾਨਵਤਾ ਦਾ ਗ੍ਰੰਥ ਹੈ, ਵਿਸ਼ਾਲ ਹੈ। ਤੁਸੀਂ ਇਹਦੇ 'ਚ ਨਫ਼ਰਤ ਦਾ ਵਪਾਰ ਨਾ ਕਰੋ। ਉਹਨਾਂ ਤੁਕਾਂ ਨੂੰ ਉਦਾਰਿਤ ਕਰਕੇ ਇਹ ਨਾ ਕਹੋ ਕਿ ਇਹ ਇਸ ਤਰ੍ਹਾਂ ਗੁਰੂ ਸਾਹਿਬ ਨੇ ਅੱਜ ਦੀ ਮੇਰੀ ਫੇਸਬੁੱਕ ਦੇ ਉੱਤੇ ਇਹ ਲਿਖਿਆ ਹੈ ਕਿ ਜਿਸ ਦਿਨ ਖਾਲਿਸਤਾਨ ਬਣੇਗਾ ਉਸ ਦਾ ਆਇਨ ਜਿਹੜਾ ਹੈ, ਉਹਦਾ ਸੰਵਿਧਾਨ, ਉਹਦਾ ਆਧਾਰ ਆਪਣਾ ਗੁਰੂ ਗ੍ਰੰਥ ਸਾਹਿਬ ਹੋਏਗਾ। ਅੱਜ ਦੀ ਆਪਾਂ ਤਾਂ ਹੁਣ ਬੈਠੇ ਹਾਂ। ਅਗਰ ਪਵਨ ਜੀ ਇੱਕ ਸਵਾਲ ਮੈਂ ਪੂਰੀ ਦੀ ਪੂਰੀ ਸਿੱਖ ਕਮਿਊਨਿਟੀ ਵੱਲੋਂ ਤੁਹਾਨੂੰ ਪੁੱਛਣਾ ਚਾਹੁੰਦਾ ਹੈ ਕਿ ਜਿਹੜੇ ਚਾਹੁੰਦੇ ਨੇ ਕਿ ਖਾਲਿਸਤਾਨ ਬਣੇ, ਜਿਹੜੇ ਸਮਰਥਕ ਨੇ, ਜਿਹੜੇ ਵਿਦੇਸ਼ਾਂ ਦੇ ਵਿੱਚ ਵੀ ਬੈਠੇ ਹੋਏ ਨੇ, ਜਿਹੜੇ ਚਾਹੁੰਦੇ ਨੇ ਖਾਲਿਸਤਾਨ ਬਣੇ, ਕਿਉਂਕਿ ਕੁਝ ਸਵਾਲ ਨੇ ਜੋ ਹਮੇਸ਼ਾ ਸਿੱਖਾਂ ਦੇ ਜ਼ਿਹਨ ਦੇ ਵਿੱਚ ਆਉਂਦੇ ਨੇ। ਸੰਨ 47 ਤੋਂ ਲੈ ਕੇ ਹੁਣ ਤੱਕ ਅਗਰ ਦੇਸ਼ ਦੀਆਂ ਕੁਰਬਾਨੀਆਂ ਦੀ ਗੱਲ ਕੀਤੀ ਜਾਵੇ ਤਾਂ ਸਿੱਖਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ, ਸਭ ਤੋਂ ਵੱਧ ਸ਼ਹਾਦਤਾਂ ਸਿੱਖਾਂ ਦੀਆਂ ਹੋਈਆਂ। ਫਿਰ ਉਸ ਤੋਂ ਬਾਅਦ ਅਗਰ ਹੱਕ ਲੈਣ ਦੀ ਗੱਲ ਆਵੇ ਤਾਂ ਪੰਜਾਬੀ ਸੂਬੇ ਤੋਂ ਲੈ ਕੇ 84 ਤੱਕ ਜਿੰਨਾ ਕਾਂਡ ਹੋਇਆ, ਪਾਣੀਆਂ ਦੀ ਵੰਡ ਜਿਹੜੀ ਹੋਈ, ਜਿਸ ਹਿਸਾਬ ਦੇ ਨਾਲ ਹੋਈ, ਤੁਸੀਂ ਵੀ ਮੰਨੋਗੇ ਉਹ ਚੀਜ਼ ਕਿਤੇ ਨਾ ਕਿਤੇ ਗਲਤ ਹੈਗੀ ਹੈ। ਕਿਉਂਕਿ ਅਗਰ ਰਾਜਸਥਾਨ ਤੋਂ ਅਸੀਂ ਕੁਝ ਮੰਗਵਾਉਂਦੇ ਹਾਂ ਤਾਂ ਉਸ ਦੀ ਅਵਜ਼ ਦੇ ਵਿੱਚ ਸਾਨੂੰ ਰਾਜਸਥਾਨ ਪਾਣੀਆਂ ਨੂੰ ਤੁਸੀਂ ਸਿੱਖ ਨਾਲ ਕਿਵੇਂ ਜੋੜ ਦਿੰਦੇ ਹੋ? ਮੈਂ ਪੰਜਾਬ 'ਚ ਹਿੰਦੂ ਨਹੀਂ ਹੈਗਾ, ਮੈਂ ਅਸੀਂ ਪੰਜਾਬੀ ਨਹੀਂ ਹੈਗੇ।
ਪਵਨ ਜੀ ਮੈਂ ਨਹੀਂ, ਪੰਜਾਬ ਪਾਣੀ ਅਗਰ ਪੰਜਾਬ ਨੂੰ ਮਿਲੇਗਾ ਤਾਂ ਕੇਵਲ ਸਿੱਖਾਂ ਦੇ ਖੇਤਾਂ ਨੂੰ ਜਾਊਗਾ। ਸਿਰਫ ਸਿੱਖਾਂ ਦੇ ਸਿੱਖ ਨਾਲ ਨਹੀਂ ਜੋੜਨਾ ਨਾ, ਮੈਂ ਪੰਜਾਬ ਦੀ ਗੱਲ ਕਰ ਰਿਹਾ, ਪੰਜਾਬ ਨਾਲ ਜੋੜੋ, ਪੰਜਾਬੀਅਤ ਨਾਲ ਜੋੜੋ। ਮੈਂ ਪੰਜਾਬੀ ਤੇ ਪੰਜਾਬੀਅਤ ਦੀ ਗੱਲ ਕਰ ਰਿਹਾ ਆ, ਕਿਉਂਕਿ ਇਹ ਟੌਪਿਕ ਜਿਹੜਾ ਹੈਗਾ ਆ ਇਹ ਸਿੱਖਾਂ ਦੇ ਜ਼ਿਹਨ ਦੇ ਅੰਦਰ ਘਰ ਕਰਕੇ ਬੈਠਾ ਹੈ। ਨਹੀਂ, ਉਹ ਗਲਤ ਅਸੀਂ ਮਿਸਕੋਡ ਕਰ ਰਹੇ ਹੈਗੇ। ਮੈਂ ਪੁੱਛ ਰਿਹਾ ਜਦੋਂ ਸਿੱਖਾਂ ਦੀ ਆਬਾਦੀ ਘੱਟ ਸੀ, ਕਿਆ ਹਿੰਦੂ ਪਰਿਵਾਰਾਂ ਨੇ ਆਪਣੇ ਪਹਿਲੇ ਬੱਚੇ ਨੂੰ ਸਿੱਖ ਨਹੀਂ ਬਣਾਇਆ? ਉਹਨਾਂ ਆਪਣਾ ਪਹਿਲਾ ਬੱਚਾ ਜੂੜਾ ਸਾਜ ਕੇ ਉਹਨੂੰ ਸਿੱਖ ਬਣਾ ਕੇ ਉਹਨਾਂ ਨੇ ਫਖਰ ਨਹੀਂ ਮਹਿਸੂਸ ਕੀਤਾ? ਬਿਲਕੁਲ ਫਖਰ ਮਹਿਸੂਸ ਕੀਤਾ, ਕਿਉਂਕਿ ਆਪਾਂ ਕਿਹੜੀ ਮੈਥੋਲੋਜੀ ਚ ਜਾ ਰਹੇ? ਜੇ ਇਹਨਾਂ ਨੇ ਕਿਹਾ ਕਿਉਂਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਇੰਨੀ ਵੱਡੀ ਸੀ ਜਿਸ ਨੂੰ ਅਸੀਂ ਭੁਲਾਇਆ ਵੀ ਨਹੀਂ ਭੁਲਾ ਸਕਦੇ। ਮੈਂ ਉਸੇ ਗੱਲ ਨਾਲ ਜੋੜਦਾ ਉਸ ਸ਼ਹਾਦਤ ਨੂੰ, ਪਰ ਅੱਜ ਦੀ ਤਰੀਕ ਦੇ ਵਿੱਚ ਕਿੰਨੇ ਜਣੇ ਨਿਭਾ ਰਹੇ ਨੇ? ਮੈਨੂੰ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਜੋੜੋ। ਗੁਰੂ ਨਾਨਕ ਦੇਵ ਜੀ ਨੇ ਅਗਰ ਜਨੇਊ ਦੀ ਗੱਲ ਆਂਦੀ ਹੈ, ਉਹਨਾਂ ਨੇ ਜਨੇਊ ਦੀ ਵਿਆਖਿਆ ਕੀਤੀ ਵੀ ਜਨੇਊ ਐਸਾ ਹੋਣਾ ਚਾਹੀਦਾ ਜਿਹੜਾ ਮੈਲਾ ਨਾ ਹੋਵੇ, ਜਿਹੜਾ ਜਲ ਨਾ ਸਕੇ, ਜਿਹੜਾ ਟੁੱਟ ਨਾ ਸਕੇ। ਉਹਨਾਂ ਨੇ ਅਧਿਆਤਮਕਵਾਦ ਨਾਲ ਜੋੜਿਆ। ਪਰ ਜਦੋਂ ਜ਼ੁਲਮ ਦਾ ਪ੍ਰਤੀਕ ਬਣ ਗਿਆ, ਜਦੋਂ ਔਰੰਗਜ਼ੇਬ ਦੇ ਜ਼ੁਲਮ ਦਾ ਪ੍ਰਤੀਕ ਬਣਿਆ, ਉਸੇ ਜਨੇਊ ਲਈ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਵੀ ਜਾਓ ਕਹਿ ਦੋ ਵੀ ਜੇ ਸਾਡਾ ਗੁਰੂ ਮੁਸਲਮਾਨ ਬਣੇਗਾ ਤਾਂ ਅਸੀਂ ਸਾਰੇ ਮੁਸਲਮਾਨ ਬਣ ਜਾਵਾਂਗੇ। ਠੀਕ ਹੈ, ਰੰਗਰੇਟਾ ਗੁਰੂ ਕੇ ਬੇਟੇ ਦੀ ਸਾਰਾ ਸਿਧਾਂਤ ਆ ਗਿਆ। ਤੇ ਜੇ ਜਨੇਊ ਉਸ ਟਾਈਮ ਪਖੰਡ ਦਾ ਪ੍ਰਤੀਕ ਬਣਿਆ ਤਾਂ ਗੁਰੂ ਨਾਨਕ ਦੇਵ ਜੀ ਨੇ ਉਹਦਾ ਵਿਰੋਧ ਕੀਤਾ। ਔਰ ਜੇ ਜਨੇਊ ਧਰਮ ਦਾ ਪ੍ਰਤੀਕ ਸੀ ਔਰ ਜ਼ੁਲਮ ਦਾ ਵਿਰੋਧ ਦਾ ਰੂਪ ਹੋ ਗਿਆ ਤਾਂ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਸਿਰ ਦਿੱਤਾ। ਮੇਰੀ ਗੱਲ ਪੂਰੀ ਹੋਣ, ਮੇਰੀ ਗੱਲ ਪੂਰੀ ਹੋਣ ਦਿਓ। ਤੇ ਉਹ ਜ਼ੁਲਮ ਚਾਹੇ ਹੁਕੂਮਤੀ ਕੋਈ ਸੀ, ਮੁਗਲ ਸੀ। ਹੁਣ ਤੁਸੀਂ ਦੱਸੋ, ਤੁਸੀਂ ਉਹਦਾ ਸਮਰਥਕ ਹੋ ਜਾਓਗੇ ਜਿਨ੍ਹਾਂ ਨੇ ਖੋਪੜੀਆਂ ਲਾਈਆਂ, ਜਿਨ੍ਹਾਂ ਨੇ ਖਲ ਉਤਰਵਾਤੇ? ਉਸ ਪਾਕਿਸਤਾਨ ਨੂੰ ਤੁਸੀਂ ਮੁਰਦਾਬਾਦ ਨਹੀਂ ਕਰੋਗੇ? ਪਾਕਿਸਤਾਨ ਨਾਲ ਨਹੀਂ, ਕਿਉਂ ਮੁਸਲਮਾਨ ਨਾਲ ਜੋੜੋ? ਬਿਲਕੁਲ ਮੁਗਲ ਹੁਕੂਮਤ ਸੀ। ਨਾ ਅੱਛਾ, ਤੁਸੀਂ ਮੁਸਲਮਾਨ ਫਿਰ ਸਾਈਂ ਮੀਆਂ ਮੀਰ ਕੌਣ ਸੀ? ਭਾਈ ਸਾਹਿਬ ਫਿਰ ਤਾਂ ਰਾਜਾ ਟੋਡਰਮਲ ਕੌਣ ਸੀ? ਹਾਂ, ਜੋ ਹਿੰਦੂ ਰਾਜਾ ਟੋਡਰਮਲ ਕੌਣ ਸੀ? ਸਾਡਾ ਪੁਰਖਾ ਸੀ। ਫਿਰ ਤੁਸੀਂ ਹਿੰਦੂ ਹੁਕੂਮਤ ਦੀ ਗੱਲ ਕਿਵੇਂ ਕਰਦੇ? ਮੁਸਲਮਾਨ ਕੋ ਕਰਦੇ ਹੋ? ਬਿਲਕੁਲ ਕਰਾਂਗੇ। ਤੁਸੀਂ ਨਹੀਂ ਮੁਸਲਮਾਨ ਸਾਡਾ ਵਿਰੋਧੀ। ਸਾਈਂ ਹੁਕੂਮਤ ਜਾਂ ਮੁਸਲਮਾਨ ਸੀ। ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਕੋਡ ਕਰ ਰਿਹਾ ਉਰੇ, ਗੁਰੂ ਗੋਬਿੰਦ ਸਿੰਘ ਜੀ ਨੂੰ ਕੋਡ ਕਰ ਰਿਹਾ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ 'ਚ ਲਿਖਿਆ ਕਿ ਜਿੰਨਾ ਵੀ ਤੁਸੀਂ ਸਰੋਂ ਦੇ ਤੇਲ 'ਚ ਆਪਣੀ ਬਾਹ ਪਾ ਲਓ ਔਰ ਤਿਲਾਂ ਦੀ ਬੋਰੀ ਦੇ ਵਿੱਚ ਪਾ ਲਓ, ਔਰ ਜਿੰਨੇ ਤਿਲ ਲੱਗਣ ਉਹਨਾਂ ਵੀ ਮੁਸਲਮਾਨ ਕਸਮ ਖਾਣ ਬਿਲਕੁਲ ਵਿਸ਼ਵਾਸ ਨਹੀਂ ਕੀਤਾ। ਮੁਸਲਮਾਨ ਨਹੀਂ, ਉਹ ਹਿੰਦੂਆਂ ਬਾਰੇ ਵੀ ਕਿਹਾ ਚਾਹੇ ਉਹ ਬਾਂ ਦੀ ਜੋ ਨਹੀਂ ਫਿਰ ਕੋਡ ਕਰੋ। ਪਹਿਲੀ ਗੱਲ ਤਾਂ ਇਹ ਦੱਸੋ, ਕੋਡ ਕਰ ਦੋ ਫਿਰ। ਤੁਸੀਂ ਕਹੋ ਗੁਰੂ ਗੋਬਿੰਦ ਸਿੰਘ ਨੇ ਕਿਹਾ, ਤੁਸੀਂ ਕਹਿ ਦਿਓ ਗੁਰੂ ਗੋਬਿੰਦ ਸਿੰਘ ਨੇ ਹਿੰਦੂਆਂ ਬਾਰੇ ਕਿਹਾ। ਮੈਂ ਕਹਿੰਦਾ ਠੀਕ ਹੈ, ਮੀਡੀਆ 'ਚ ਕਹਿ ਰਿਹਾ ਹਿੰਦੂਆਂ ਬਾਰੇ ਵੀ ਕਿਹਾ, ਮੁਸਲਮਾਨਾਂ ਬਾਰੇ ਵੀ ਕਿਹਾ। ਜੇ ਗੁਰੂ ਜੀ ਦੀ ਜੇ ਗੁਰੂ ਜੀ ਦੀ ਬਾਣੀ 'ਚ ਉਹਨਾਂ ਨੇ ਆਪਣੀ ਗੱਲ ਕੱਲੀ ਨਾ ਕਰੋ। ਬਾਣੀ ਠੀਕ ਹੈ, ਆਪਣੀ ਗੱਲ ਕਰੋ, ਕੱਲੀ ਨਾ ਕਰੋ। ਜਿਹੜਾ ਮੇਰੀ ਗੱਲ ਤਾਂ ਸੁਣ ਲਓ, ਤੁਸੀਂ ਉਹਦਾ ਜਵਾਬ ਦੇ ਦਿਓ। ਜੇ ਗੁਰੂ ਜੀ ਨੇ ਅਨੰਦਪੁਰ ਸਾਹਿਬ ਦੇ ਵਿੱਚ ਲੜਾਈ ਹੋਈ ਹੈ, ਉਹ ਹਿੰਦੂ ਪਹਾੜੀ ਰਾਜਿਆਂ ਨੇ ਸ਼ੁਰੂ ਕੀਤੀ ਹੈ। ਤੇ ਜਿਹੜੇ 40 ਮੁਕਤੇ ਛੱਡ ਕੇ ਚਲੇ ਗਏ ਉਹ ਕੌਣ ਸੀਗੇ? ਉਹ ਕੌਣ ਸੀਗੇ? ਸਿੱਖ ਸੀਗੇ, ਪਰ ਉਨੀ ਦੇਰ ਉਹ ਸਿੱਖ ਨਹੀਂ ਸੀਗੇ ਜਿੰਨੀ ਦੇਰ ਬਦਾਵਾ ਦੇ। ਇਹ ਗੱਲ ਨਹੀਂ ਹੈ, ਇਹ ਸਾਡਾ ਸਿਧਾਂਤ ਹੈ ਯਾਰ। ਜੇ ਹਿੰਦੂ ਰਾਜਿਆਂ ਨੇ ਕੁਝ ਗਲਤੀ ਕੀਤੀ ਹੈ ਉਹ ਜ਼ਿੰਮੇਵਾਰ ਹੈ। ਲੜਾਈ ਤਾਂ ਹਿੰਦੂ ਰਾਜੇ ਕਰ ਰਹੇ ਸੀ, ਪੂਰੇ ਹਿੰਦੂ ਕੌਮ ਲੜ ਰਹੀ ਸੀਗੀ। ਹਿੰਦੂ ਰਾਜੇ ਤਾਂ ਸੀ ਨਾ, ਉਹ ਹਿੰਦੂ ਰਾਜੇ ਐ ਤਾਂ ਸਿੱਖ ਵੀ ਸੀਗੇ। ਹੁਣ ਤੁਸੀਂ ਕਿਹਾ 40 ਮੁਕਤੇ ਕੌਣ ਸੀਗੇ? ਉਹ ਸਿੱਖ ਸੀਗੇ ਜਿਹੜੇ ਕਹਿੰਦੇ ਨਾ ਤੂੰ ਸਾਡਾ ਗੁਰੂ ਨਾ ਸੀ ਤੇਰੇ ਸਿੱਖ। ਹਾਂ ਬਿਲਕੁਲ ਕਹਿ। ਫਿਰ ਉਹਨਾਂ ਨੇ ਕਿਹੜਾ ਉਹਨਾਂ ਨੂੰ ਸਹੀ ਕਿਹਾ? ਨਹੀਂ, ਫਿਰ ਸਾਰੇ ਸਿੱਖ ਉਹਦੇ ਚ ਆ ਗਏ, ਸਾਰੇ ਸਿੰਘ ਆ ਗਏ। ਤੁਸੀਂ ਲੜਾਈ ਦੀ ਗੱਲ ਕਰਦੇ ਹੋ, ਲੜਾਈ ਹਿੰਦੂ ਰਾਜਾ ਕੌਮ ਦੇ ਵਿੱਚ ਹਿੰਦੂ ਰਾਜਾ ਹੁੰਦੇ ਨੇ, ਇਹੀ ਕਹਿਣਾ ਦਲੇਰੀ ਛੱਡ ਜਾਂਦੇ ਨੇ, ਪਰ ਅਸੀਂ ਪੂਰੀ ਹਿੰਦੂ ਕੌਮ ਨਹੀਂ ਸੀ ਉਹਦੇ ਚ। ਉਹ ਵੀ ਹਿੰਦੂ ਸੀਗੇ, ਉੱਥੇ ਹਿੰਦੂ ਰਾਜੇ ਸੀਗੇ ਆਸੇ-ਪਾਸੇ ਜਿਨ੍ਹਾਂ ਨੇ ਮਾਤਾ ਗੁਜਰੀ ਸਾਹਿਬ ਨੂੰ ਠੰਡੀ ਬੁਰਜੀ ਚ ਦੁੱਧ ਪਿਲਾਇਆ, ਪੂਰੇ ਪੱਟ ਚ ਆਪਣੇ ਬੱਚੇ ਚੁਕਾ ਲਏ। ਉਹ ਹਿੰਦੂ ਨਹੀਂ ਸੀਗੇ? ਰਾਜਾ ਟੋਡਰਮਲ ਹਿੰਦੂ ਨਹੀਂ ਸੀਗਾ? ਬਿਲਕੁਲ ਸੀਗਾ। ਫਿਰ ਤੁਸੀਂ ਹਿੰਦੂ ਰਾਜੇ ਦੀ ਗੰਗੂ ਵੀ ਹਿੰਦੂ ਸੀਗਾ। ਬਿਲਕੁਲ ਇਹ ਗੱਲਾਂ ਆਪਾਂ ਨਹੀਂ ਮੈਚ ਕਰ ਸਕਦੇ। ਆਪਾਂ ਮਹਿੰਦਰਪਾਲ ਜੀ ਇਹ ਉਹ ਚੀਜ਼ਾਂ ਨਹੀਂ ਅਸੀਂ ਕਿਉਂ ਕਹਿੰਦੇ ਆ? ਤੁਸੀਂ ਉਹਦੀ ਆੜ ਚ ਮੈਂ ਤਾਂ ਕਹਿੰਦਾ ਵੀ ਤੁਹਾਨੂੰ ਇਹ ਇਤਿਹਾਸ ਪਤਾ ਹੋਣਾ ਚਾਹੀਦਾ, ਪਤਾ ਹੋਣਾ ਵੀ ਹੈ ਵੀ ਜਿਹੜਾ ਕਿਰਪਾ ਜੇ ਮੈਨੂੰ ਇਤਿਹਾਸ ਨਾ ਪਤਾ ਹੁੰਦਾ ਮੈਂ ਕਿਵੇਂ ਕੋਡ ਕਰਦਾ? ਤੁਹਾਡੇ ਵਰਗੇ ਗੁਰੂ ਸਿੱਖ ਨੇ ਅੱਜ ਗੁਰੂ ਗੋਬਿੰਦ ਸਿੰਘ ਜੀ ਨੂੰ ਕੋਡ ਕੀਤਾ ਵੀ ਉਹਨਾਂ ਨੇ ਹਿੰਦੂਆਂ ਲਈ ਵੀ ਕਿਹਾ। ਇਹ ਹੁਣ ਸਿੱਖ ਵਿਚਾਰਕ ਵਿਦਵਾਨ ਆਪਣਾ ਸਪਸ਼ਟ ਕਰ ਲੈਣ। ਬਿਲਕੁਲ ਮਹਿੰਦਰਪਾਲ ਜੀ ਸ਼ਾਂਤੀ ਰੱਖੋ। ਗੁਰੂ ਗ੍ਰੰਥ ਸਾਹਿਬ ਜੋ ਪੜੋ, ਗੁਰੂ ਗ੍ਰੰਥ ਸਾਹਿਬ ਜੋ ਪੜੋ। ਫਿਰ ਮੈਂ ਹੋ ਸਕਦਾ ਹਿੰਦੂ ਅੰਨਾ ਤੁਰਕੂ ਕਾਣਾ
ਦੋਹਾਂ ਤੇ ਗਿਆਨੀ ਸਿਆਣਾ ਇਹ ਗੁਰੂ ਗ੍ਰੰਥ ਸਾਹਿਬ ਦੀ ਕੋਟ ਹੈ। ਇਹ ਅਲੱਗ ਕੋਡ ਹੈ। ਨਹੀਂ ਹੈ ਤਾਂ ਹੈ ਨਾ, ਜਿਹੜੇ ਗੁਰੂ ਗੋਬਿੰਦ ਸਿੰਘ ਜੀ ਤੁਸੀਂ ਨੇ ਕਦੇ ਕਹੀ ਨਹੀਂ ਮੈਂ ਆਪਣੇ ਨਹੀਂ ਹਿੰਦੂਆਂ ਨੂੰ ਨਹੀਂ ਕਿਹਾ ਕਿ ਹਿੰਦੂਆਂ ਨੂੰ ਨਹੀਂ ਕਿਹਾ। ਅਗਰ ਅਸੀਂ ਗੱਲ ਕਰਦੇ ਹਾਂ ਇੰਦਰਪਾਲ ਜੀ, ਤੁਹਾਨੂੰ ਵੀ ਰਿਕੁਐਸਟ ਕਰਾਂਗਾ ਕਿ ਅਸੀਂ ਕਿਸੇ ਵੀ ਜਾਤੀ ਧਰਮ ਜਾਂ ਸਮੁਦਾਇ ਨੂੰ ਅਸੀਂ ਟਾਰਗੇਟ ਨਾ ਕਰੀਏ। ਅਸੀਂ ਇਹ ਡਿਸਕਸ਼ਨ ਕਰਨੀ ਹੈ ਹਿੰਦੂ ਮੁਸਲਿਮ ਸਿੱਖ ਈਸਾਈ ਮੇਰਾ ਇਹਨਾਂ ਨਾਲ ਕੋਈ ਵਿਰੋਧ ਨਹੀਂ, ਪਰ ਮੈਂ ਇਸ ਡਿਬੇਟ ਦੇ ਵਿੱਚ ਮੈਂ ਇਹ ਗੱਲ ਕਹਿੰਦਾ ਹਿੰਦੂ ਮੁਸਲਿਮ ਸਿੱਖ ਈਸਾਈ ਦੇ ਉੱਤੇ ਡਿਬੇਟ ਅਸੀਂ ਨਹੀਂ ਕਰ ਰਹੇ। ਹਿੰਦੂ ਸੰਗਠਨਾਂ ਦੇ ਲੀਡਰਾਂ ਨਾਲ ਮੈਂ ਵਿਚਾਰ ਕੀਤੀ ਹੈ, ਉਹਨਾਂ ਸਾਰਿਆਂ ਤੋਂ ਵਧੀਆ ਇਨਸਾਨ ਇਹ ਹੈ ਕਿਉਂਕਿ ਇਹਦੇ ਕੋਲ ਦਲੀਲ ਹੈ। ਮੈਨੂੰ ਪਤਾ ਮੰਨਦੇ ਹੋ ਦਲੀਲ ਹੈ। ਮੈਂ ਇੱਕ ਸਵਾਲ ਇਹਨਾਂ ਨੂੰ ਦਲੀਲ ਸਹੀ ਹੈ ਜਾਂ ਗਲਤ ਹੈ ਇਹ ਅਗਲੀ ਗੱਲ ਹੈ, ਪਰ ਇਹ ਐ ਨਹੀਂ ਵੀ ਜਿਵੇਂ ਮੈਂ ਇੱਕ ਦੋ ਮੈਂ ਹੁਣ ਤੁਹਾਡੇ ਤੋਂ ਇੱਕ ਸਵਾਲ ਕਰ ਰਿਹਾ ਤੇ ਉਸ ਤੋਂ ਬਾਅਦ ਇਹਨਾਂ ਦਾ ਜਵਾਬ ਵੀ ਚਾਹਾਂਗਾ। ਇਹਨਾਂ ਦੇ ਵਿੱਚ ਠਹਿਰਮਾ ਹੈ, ਇਹਨਾਂ ਵਿੱਚ ਗੱਲ ਕਹਿਣ ਦੀ ਮਤਲਬ ਤਰੀਕਾ ਹੈ ਜੀ। ਘੱਟੋ ਘੱਟ ਇਹ ਜੇ ਮੈਂ ਤੁਹਾਨੂੰ ਵਾਰ-ਵਾਰ ਦੇਣਾ ਵੀ ਇਹੋ ਜਿਹੇ ਬੰਦੇ ਨਾਲ ਜਦੋਂ ਮਰਜ਼ੀ ਮੈਨੂੰ ਵਿਚਾਰ ਕਰਾਓ। ਬਿਲਕੁਲ। ਅੱਛਾ ਇੱਕ ਸਵਾਲ ਜਿਹੜਾ ਕਿ ਮੈਂ ਪਹਿਲਾਂ ਇਹਨਾਂ ਨੂੰ ਪੁੱਛਿਆ ਸੀਗਾ, ਮੈਂ ਤੁਹਾਡੇ ਤੋਂ ਹੁਣ ਜਾਣਨਾ ਚਾਹਾਂਗਾ ਕਿ ਖਾਲਿਸਤਾਨ ਦੀ ਅਲੱਗ ਮੰਗ ਜਿਹੜੀ ਰੱਖੀ ਜਾ ਰਹੀ ਹੈ ਜੀ ਬਹੁਤ ਸ਼ਾਰਟ ਜਿਹੇ ਦੇ ਵਿੱਚ ਕਿਉਂ ਰੱਖਣੀ ਪਈ, ਕਿਉਂ ਕਰਨੀ ਪਈ, ਇਹ ਮੰਗ ਕਿਉਂ ਚੱਕੀ ਗਈ? ਉਹਦੇ ਤਿੰਨ ਵੱਡੇ ਕਾਰਨ ਨੇ। ਨੰਬਰ 1, 47 ਦੇ ਵਿੱਚ ਜੋ ਸਿੱਖ ਕੌਮ ਦੇ ਲੀਡਰਾਂ ਨਾਲ ਵਾਅਦੇ ਕੀਤੇ ਨਹਿਰੂ, ਪਟੇਲ ਤੇ ਗਾਂਧੀ ਨੇ, ਉਹਨਾਂ ਤੋਂ ਇੱਕਦਮ ਮੁੱਕਰ ਗਏ ਵੀ ਹੁਣ ਉਹ ਸਮਾਂ ਬਦਲ ਗਿਆ। ਇਹ ਸਾਡੇ ਕਿਤਾਬਾਂ ਵਿੱਚ ਪੁਰਾਣਾ ਲਿਖਿਆ ਆ ਰਿਹਾ। ਨੰਬਰ 2 ਤੇ ਉਸ ਤੋਂ ਬਾਅਦ 70 ਸਾਲ ਦੇ ਵਿੱਚ ਜੋ ਸਿੱਖਾਂ ਦੀਆਂ ਭਾਵਨਾਵਾਂ ਦੀ ਬੇਕਦਰੀ ਹੋਈ ਹੈ, ਭਾਵ ਉਹਨਾਂ ਨੂੰ 66 'ਚ ਜੇ ਉਹਨਾਂ ਨੇ ਪੰਜਾਬੀ ਸੂਬਾ ਮੰਗਿਆ ਤਾਂ ਸਾਰੇ ਸੂਬੇ ਸ਼ਾਂਤੀਪੂਰਨ ਮਹਾਰਾਸ਼ਟਰ ਬਣ ਗਿਆ, ਗੁਜਰਾਤ ਬਣ ਗਿਆ। ਇਹਨਾਂ ਵਿਚਾਰਿਆਂ ਨੂੰ ਇਸੇ ਪੰਜਾਬ ਸਰਕਾਰ ਨੇ ਪੰਜਾਬੀ ਸੂਬੇ ਉੱਪਰ ਬੈਨ ਲਾਇਆ ਵੀ ਪੰਜਾਬੀ ਸੂਬਾ ਜਿੰਦਾਬਾਦ ਕਹਿਣਾ ਵੀ ਬੈਨ ਹੈ, ਜਿਵੇਂ ਅੱਜ ਖਾਲਿਸਤਾਨ ਕਹਿਣਾ ਬੈਨ ਹੈ ਨਾ, ਪਰ ਪੰਜਾਬੀ ਸੂਬਾ ਵੀ ਇਹਨਾਂ ਨੂੰ ਸਟਰਗਲ ਕਰਕੇ ਲੈਣਾ ਪਿਆ ਕਿਉਂਕਿ ਇਸ ਤਰ੍ਹਾਂ ਚਲਦੇ 73 ਵਿੱਚ ਉਹ ਸਮਾਂ ਆਇਆ ਜਦੋਂ ਉਹਨਾਂ ਨੇ ਕਿਹਾ ਅਸੀਂ ਭਾਈ ਗਲਤ ਜਗ੍ਹਾ ਤੇ ਆ ਗਏ, ਅਸੀਂ ਤਾਂ ਆਹ ਜਿਹੜੇ ਅਧਿਕਾਰ ਨੇ ਜੇ ਇਹ ਨਹੀਂ ਮਿਲਦੇ ਤਾਂ ਅਸੀਂ ਇਸ ਦੇਸ਼ 'ਚ ਨਹੀਂ ਰਹਿ ਸਕਦੇ, ਜੇ ਮਿਲਣਗੇ ਅਸੀਂ ਰਵਾਂਗੇ। ਉਹ ਚਲਦਾ 78 ਤੋਂ ਫਿਰ ਉਸ ਵਕਤ ਦੀ ਹਕੂਮਤ, ਕਿਹੜੇ ਅਧਿਕਾਰ ਸੀਗੇ ਜਿਹਨਾਂ ਦੀ ਮੰਗ ਕੀਤੀ ਜਾ ਰਹੀ ਸੀ? ਉਹਦੇ 'ਚ ਇਹ ਸੀਗਾ ਕਿ ਜਿਹਨੂੰ ਅਨੰਦਪੁਰ ਦਾ ਮਤਾ ਕਿਹਾ ਜਾਂਦਾ। ਬਿਲਕੁਲ। ਉਹਦੇ ਵਿੱਚ ਇੱਕ ਤਾਂ ਸੀ ਧਾਰਮਿਕ ਤੌਰ ਤੇ ਜਿਹੜੀ ਸਾਡੀ ਆਜ਼ਾਦੀ ਹੈ ਸਾਨੂੰ ਇੱਕ ਅੱਡ ਕੌਮ ਮੰਨਿਆ ਜਾਵੇ, ਜਿਹੜਾ ਸੰਵਿਧਾਨ ਦੇ ਵਿੱਚ ਮੈਂ ਤੁਹਾਨੂੰ ਬੇਨਤੀ ਕੀਤੀ ਹੈ ਕਿ ਸਾਨੂੰ ਹਿੰਦੂ ਕੌਮ ਦਾ ਹਿੱਸਾ ਮੰਨਿਆ ਗਿਆ। ਆਰਟੀਕਲ 25B ਜੋ ਵੀ ਹੈਗਾ ਸੰਵਿਧਾਨ, ਉਹ ਹਰ ਇੱਕ ਬੰਦਾ ਵਕੀਲ ਤੋਂ ਪੜ੍ਹ ਸਕਦਾ ਹੈ। ਉਸ ਤੋਂ ਸਾਨੂੰ ਬਾਹਰ ਕੱਢਿਆ ਜਾਵੇ, ਸਾਨੂੰ ਇੱਕ ਆਜ਼ਾਦ ਕੌਮ ਮੰਨਿਆ ਜਾਵੇ ਜਿਵੇਂ ਬਾਕੀ ਕੌਮਾਂ ਨੇ ਜੀ। ਨੰਬਰ 2 ਤੇ ਆਰਥਿਕ ਜਿਹੜਾ ਸ਼ੋਸ਼ਣ ਹੋ ਰਿਹਾ ਸਾਡਾ, ਉਹਦੇ 'ਚ ਪਾਣੀਆਂ ਦੀ ਗੱਲ ਵੀ ਹੈ ਉਹਦੇ, ਕਿਉਂਕਿ ਬਹੁ ਗਿਣਤੀ ਇਸ ਸੂਬੇ ਦੇ ਵਿੱਚ ਸਿੱਖਾਂ ਦੀ ਹੈ ਜੀ। ਅੱਜ ਜਿਹੜਾ ਕਿਸਾਨ ਖੁਦਕਸ਼ੀਆਂ ਕਰ ਰਿਹਾ ਹੈ ਉਹਦੇ ਚੋਂ 80% ਸਿੱਖ ਹੈ। ਉਹ ਵੀ ਆਰਥਿਕ ਸ਼ੋਸ਼ਣ ਜਿਹੜਾ ਹੋ ਰਿਹਾ ਉਹਦੀ ਵੀ ਗੱਲ ਸੀ। ਰਾਜਾਂ ਨੂੰ ਵੱਧ ਅਧਿਕਾਰ ਮੇਨ ਤੌਰ ਤੇ ਜੇ ਤੁਹਾਨੂੰ ਕਹਾਂ ਉਹਦੇ 'ਚ ਇਹ ਸੀਗਾ ਵੀ 4 ਵੱਡੇ ਮਹਿਕਮੇ ਹਿੰਦੁਸਤਾਨ ਆਪਣੇ ਕੋਲ ਰੱਖੇ, ਰੇਲਵੇ, ਡਿਫੈਂਸ, ਡਾਕ ਤਾਰ ਤੇ ਐਕਸਟਰਨਲ ਸਿਕਿਉਰਿਟੀ ਜੀ। ਉਸ ਤੋਂ ਬਾਅਦ ਸਾਰੇ ਅਧਿਕਾਰ ਈਵਨ ਫੋਰਨ ਕੰਟਰੀ ਵੀ ਟ੍ਰੇਡ ਕਰਨ ਦਾ ਅਧਿਕਾਰ ਵੀ ਜਿਹੜਾ ਹੈ ਉਹ ਸਾਨੂੰ ਆਪਣਾ ਹੋਵੇ। ਹੁਣ ਮੈਂ ਇੱਥੇ ਇੱਕ ਗੱਲ ਕਹਿਣਾ ਚਾਹੁੰਦਾ ਪ੍ਰੋਫੈਸਰ ਜੀ ਨੇ, ਜਦੋਂ ਉਹ ਗੱਲ ਨਹੀਂ ਹੋਈ, ਉਲਟਾ 78 ਦੀ ਘਟਨਾ ਵਾਪਰ ਗਈ, ਉਲਟਾ ਦਰਬਾਰ ਸਾਹਿਬ ਵਾਲਾ ਵਾਪਰ ਗਿਆ, ਫਿਰ ਸਾਡਾ ਨਿਰਣਾ ਬਿਲਕੁਲ ਸਪਸ਼ਟ ਹੋ ਗਿਆ। ਹੁਣ ਅਸੀਂ ਅਨੰਦਪੁਰ ਦੇ ਮਤੇ ਤੋਂ ਅੱਗੇ ਹਾਂ ਕਿਉਂਕਿ ਸੰਤ ਜੀ ਸਾਡੇ ਹੀਰੋ ਨੇ ਇਸ ਸਮੇਂ ਦੇ, ਤੇ ਉਹਨਾਂ ਨੇ ਕਿਹਾ ਵੀ ਜੇ ਦਰਬਾਰ ਸਾਹਿਬ ਤੇ ਨਾਪਾਕ ਫੌਜ ਦੇ ਕਦਮ ਪੈਣਗੇ ਹਿੰਦੁਸਤਾਨ ਦੇ ਤਾਂ ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ, ਉਹ ਨੀਂਹ ਰੱਖੀ ਜਾਏ। ਉਸ ਤੋਂ ਬਾਅਦ ਫੇਕ ਐਨਕਾਊਂਟਰ ਕਰਕੇ ਸਾਡੇ ਬੱਚੇ ਮਾਰੇ, ਉਹਨਾਂ ਦਾ ਕੋਈ ਅੱਜ ਤੱਕ ਸਾਨੂੰ ਜਵਾਬ ਨਹੀਂ ਮਿਲਿਆ ਕਿ ਦਿੱਲੀ ਸਾਡੇ ਕਤਲੇਆਮ ਹੋਏ, ਕੋਈ ਜਵਾਬ। 35 ਸਾਲ ਇੱਕ ਕੌਮ ਦੇ ਉੱਤੇ ਇਨੋਸੈਂਟ ਲੋਕ, ਗੁਰੂ ਅਰਜਨ ਸਾਹਿਬ ਜੀ ਦੇ ਗੁਰਪੁਰਬ ਤੇ ਆਏ ਹੋਏ ਸੀ ਲੋਕ, ਅੱਜ ਦਾ ਦਿਨ ਹੀ ਸੀ, ਮਤਲਬ ਉਹ 3 ਜੂਨ ਸੀ, ਤੇ ਉਹਦੇ ਵਕਤ ਘੇਰ ਕੇ ਮਾਰਤੇ। ਉਸ ਤੋਂ 10 ਦਿਨ ਪਹਿਲਾਂ ਨਹੀਂ ਅਟੈਕ ਹੋਇਆ, ਉਸ ਤੋਂ 10 ਦਿਨ ਬਾਅਦ ਨਹੀਂ ਅਟੈਕ ਹੋਇਆ। ਉਸ ਦਿਨ ਕਿਉਂਕਿ ਆਮ ਸੰਗਤ ਜ਼ਿਆਦਾ ਆਈ ਸੀ ਤੇ ਅੱਜ ਵੀਡੀਓ ਵਾਇਰਲ ਹੋ ਰਹੀਆਂ ਨੇ ਬੱਚਿਆਂ ਨੇ। ਅਸੀਂ ਆਪਣੇ ਗੁਰਦੁਆਰਿਆਂ ਵਿੱਚ ਇੱਕ ਫੋਟੋ ਦੇਖਦੇ ਹਾਂ ਜਦੋਂ ਜਾਂਦੇ ਹਾਂ ਵੀ ਮੀਰ ਮੰਨੂ ਦੇ ਸਮੇਂ ਦੇ ਵਿੱਚ ਬੱਚੇ ਜਿਹੜੇ ਸੀ ਐ ਉੱਪਰ ਛੁੱਟ ਕੇ ਹੇਠਾਂ ਨਿੱਜੇ ਦਿੱਤੇ ਜਾਂਦੇ ਸੀ ਤੇ ਉਹਨਾਂ ਦੇ ਬੱਚੇ ਮਾਰ ਦਿੱਤੇ ਜਾਂਦੇ ਸੀ, ਪਰ ਉਹਨਾਂ ਨੇ ਆਪਣਾ ਅਕੀਦਾ ਨਹੀਂ ਛੱਡਿਆ। ਉਹੀ ਚੀਜ਼ ਅੱਜ ਵੀਡੀਓ ਵਾਇਰਲ ਹੋ ਰਹੀ ਹੈ। ਦਰਬਾਰ ਸਾਹਿਬ ਦੇ ਪ੍ਰਕਰਮਾਂ 'ਚ 3-3 ਸਾਲ ਦੇ 2-2 ਸਾਲ ਦੇ ਬੱਚੇ ਉੱਪਰ ਸੁੱਟ ਕੇ ਥੱਲੋਂ ਭ੍ਰਸ਼ਟ ਮਾਰੇ ਗਏ ਨੇ ਇੰਡੀਅਨ ਆਰਮੀ ਦੇ ਵੱਲੋਂ। ਇਹ ਸਾਡੇ ਨਾਲ ਹੋਇਆ। ਸਾਡਾ ਮਤਲਬ ਕਿ ਕੌਮੀ ਜਿਹਨੂੰ ਨਰਸੰਹਾਰ ਕਹਿੰਦੇ ਜੈਨੋਸਾਈਡ ਹੋਇਆ। ਜਿਸ ਕੌਮ ਦਾ ਜਿਸ ਦੇਸ਼ ਵਿੱਚ ਜੈਨੋਸਾਈਡ ਹੋ ਜਾਵੇ, ਅੱਜ ਓਨਟਾਰੀਓ ਸੂਬਾ ਕਹਿੰਦਾ ਹੈ ਕਿ ਇੰਡੀਆ ਨੇ ਦਿੱਲੀ ਦੇ ਵਿੱਚ ਸਿੱਖਾਂ ਦਾ ਜੈਨੋਸਾਈਡ ਕੀਤਾ। ਜਿਸ ਦੇਸ਼ ਵਿੱਚ ਕਿਸੇ ਕੌਮ ਦਾ ਜੈਨੋਸਾਈਡ ਹੋ ਜਾਵੇ ਨਾ, ਉਹਦੇ ਕੋਲ ਖਾਲਿਸਤਾਨ ਜਾਂ ਆਪਣਾ ਜੈਨੋਸਾਈਡ ਜਿੰਨੇ ਇਹਨਾਂ ਨੇ ਕੋਈ ਵੀ ਚਾਰਾ ਹੋ। ਹੁਣ ਇਹ ਜਿਹੜਾ ਰੀਜ਼ਨ ਦੱਸ ਰਿਹਾ ਹੈ ਵੀ ਖਾਲਿਸਤਾਨ ਬਣਾਉਣ ਦੇ ਲਈ ਅਸੀਂ ਪਾਣੀਆਂ ਦੇ ਉੱਤੇ, ਵੱਧ ਅਧਿਕਾਰਾਂ ਦੇ ਉੱਤੇ ਇੱਕ ਖਿੱਤਾ ਸਾਨੂੰ ਐਸਾ ਚਾਹੀਦਾ ਹੈ, ਸਿੱਖ ਆਪਣੀ ਵੱਖਰੀ ਹਸਤੀ ਦਾ ਆਨੰਦ ਮਾਣ ਸਕਣ। 84 ਤੋਂ ਪਹਿਲਾਂ, ਠੀਕ ਹੈ ਨਾ।
ਪਹਿਲਾਂ ਸੀ ਬਾਅਦ ਚੋਂ ਬਦਲ ਗਿਆ, 84 ਤੋਂ ਬਾਅਦ ਬਦਲ ਗਿਆ। ਹੱਦ ਹੀ ਹੋ ਗਈ। ਦਰਬਾਰ ਸਾਹਿਬ ਦੇ ਉੱਤੇ ਹਮਲਾ ਕਿਸੇ ਵੀ ਕੌਮ ਨੇ ਜਸਟੀਫਾਈ ਨਹੀਂ ਕੀਤਾ, ਪਰ ਉਹ ਹਮਲਾ ਜਿਸ ਪ੍ਰਸਥਿਤੀ ਦੇ ਵਿੱਚ ਹੋਇਆ, ਜਿਸ ਹਾਲਾਤਾਂ ਦੇ ਵਿੱਚ ਹੋਇਆ, ਤੁਸੀਂ ਲਾਅ ਐਂਡ ਆਰਡਰ ਖਤਮ ਕਰਤਾ, ਤੁਸੀਂ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਖਤਮ ਕਰਤੀ। ਮੈਂ ਤੁਹਾਡੇ ਚ ਨਹੀਂ ਬੋਲਿਆ, ਤੁਹਾਡੇ ਚ ਨਹੀਂ ਬੋਲਿਆ, ਨਹੀਂ ਨਾਲ ਮੈਂ ਤੁਹਾਨੂੰ ਟੋਕਿਆ, ਤੁਹਾਨੂੰ ਪੂਰੀ ਨਹੀਂ ਦੁਬਾਰਾ ਉਹੀ ਰਿਪੀਟ ਕਰ ਰਹੇ ਹੋ, ਤੁਸੀਂ ਗੱਲ ਰਿਪੀਟ ਕੀਤੀ ਹੈ। ਤੁਸੀਂ ਜਜ਼ਬਾਤਾਂ ਨੂੰ ਟੁੱਬਣ ਦੀ ਕੋਸ਼ਿਸ਼ ਕਰ ਰਹੇ ਹੋ, ਤੁਸੀਂ ਆਪਣੀ ਰੋਟੀ ਸੇਕਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਮੀਰ ਮਨੂ ਦੀ ਤਰ੍ਹਾਂ 2 ਸਾਲ ਦੇ ਬੱਚੇ ਉੱਪਰ ਉਡਾ ਕੇ ਗੋਲੀ ਮਾਰਤੀ। ਇੰਡੀਅਨ ਆਰਮੀ ਦੇ ਵਿੱਚ ਸਿੱਖ ਰੈਜੀਮੈਂਟ ਹੁੰਦੇ ਸੀ, ਦੂਸਰੀਆਂ ਰੈਜੀਮੈਂਟਾਂ ਸੀ। ਰੈਜੀਮੈਂਟ ਦੇ ਬਿਆਨ ਸੁਣ ਲਓ, ਕੋਈ ਬਿਆਨ ਨਹੀਂ। ਦਰਬਾਰ ਸਾਡੇ ਬਾਹਰ ਆਏ ਨੇ, ਬਿਲਕੁਲ ਲੋਕ ਲੱਡੂ ਵੰਡ ਰਹੇ ਸੀ, ਲੱਡੂ ਵੰਡ ਰਹੇ, ਜਿਹੜੇ ਵੀ ਵੰਡ ਰਹੇ ਹੋਣੇ ਉਹਨਾਂ ਦੀ ਆਪਣੀ ਸੋਚ ਹੋਏਗੀ, ਜਿਨ੍ਹਾਂ ਨੇ ਵੰਡੇ ਉਹਨਾਂ ਦੀ ਆਪਣੀ। ਉਸ ਤਰ੍ਹਾਂ ਦਾ ਤੁਹਾਡੇ ਵੀ ਲੋਕ ਸੀਗੇ, ਤੁਹਾਡੇ ਵੀ ਲੋਕ ਸੀ ਜਿਹੜੇ ਪੁੱਛਦੇ ਸੀ, ਇੰਦਰਾ ਗਾਂਧੀ ਦੇ ਜਿਹੜੇ ਨਾਰੇ ਦਿੰਦੇ ਸੀ ਪਹਿਲਾਂ ਮੋਨੇ ਵੱਟੇ ਜਾਣਗੇ ਫਿਰ ਝੋਨੇ ਵੱਟੇ ਜਾਣਗੇ। ਉਹ ਲੋਕ ਵੀ ਸੀ ਜਿਨ੍ਹਾਂ ਨੇ ਬੱਸਾਂ ਚ ਮਾਰ ਕੇ ਮਾਰੇ। ਤੁਸੀਂ ਗੱਲ ਨਹੀਂ ਸੁਣਦੇ। ਜਦ ਮੈਂ ਤੁਹਾਡੀ ਗੱਲ ਪੂਰੀ ਸੁਣੀ ਹੈ, ਤੁਸੀਂ ਜੇ ਤੁਸੀਂ ਸੱਚੇ ਸੁਣੋ, ਤੁਸੀਂ ਕਿਵੇਂ ਸਾਬਤ ਕਰ ਰਹੇ ਹੋ ਕਿ 2 ਸਾਲ ਦੇ ਬੱਚਿਆਂ ਨੂੰ ਆਰਮੀ ਨੇ ਗੋਲੀ ਮਾਰਤੀ? ਇੰਡੀਅਨ ਆਰਮੀ ਇੰਨੀ ਕਰੂਲ ਹੈ, ਬਿਲਕੁਲ ਇੰਡੀਅਨ ਆਰਮੀ ਇੰਨੀ ਕਰੂਲ ਹੈ, ਬਿਲਕੁਲ ਗਲਤ ਕਰ ਰਹੇ ਹੋ, ਗੈਰ ਜ਼ਿੰਮੇਵਾਰੀ ਵਾਲੀ ਗੱਲ ਹੈ, ਗੈਰ ਜ਼ਿੰਮੇਵਾਰੀ ਗੱਲ ਹੈ। ਇਸ ਗੱਲ ਦੇ ਵਿੱਚ ਮੈਂ ਵੀ ਐਗਰੀ ਕਰਾਂਗਾ ਕਿਉਂਕਿ ਉਹ ਆਈ ਵਿਟਨੈਸ ਕੱਲ ਮੈਂ ਭਗਤ ਪੂਰਨ ਸਿੰਘ ਜੀ ਦਾ ਪੜ੍ਹ ਕੇ ਮੈਂ ਨਹੀਂ ਮੰਨ ਸਕਦਾ, ਤੁਸੀਂ ਉਹਦੇ ਸਹਿਮਤ ਹੋ? 2 ਸਾਲ ਦੇ ਬੱਚੇ ਨੂੰ ਉਛਾਲ ਕੇ ਇੰਡੀਅਨ ਆਰਮੀ ਗੋਲੀ ਮਾਰੇਗੀ, ਬਿਲਕੁਲ ਇਹ ਇੰਡੀਅਨ ਆਰਮੀ ਦਾ ਤਰੀਕਾ ਹੋਏਗਾ। ਤੁਸੀਂ ਗੁਰਦੁਆਰੇ ਦੇ ਅੰਦਰ ਦਰਬਾਰ ਸਾਹਿਬ ਦੇ ਅੰਦਰ, ਤੁਸੀਂ ਦਰਬਾਰ ਸਾਹਿਬ ਦੇ ਅੰਦਰ ਇਨੋਸੈਂਟ ਪੀਪਲ ਦੀ ਕਿਲਿੰਗ ਕਰੋ, ਗੋਲੀਆਂ ਚਲਾਓ, ਪਾਕਿਸਤਾਨ ਨਾਲ ਰਾਬਤਾ ਕਾਇਮ ਕਰੋ, ਉਹ ਠੀਕ ਹੈ, ਉਹ ਗੁਰੂ ਧਾਮਾਂ ਨੂੰ ਪਵਿੱਤਰ ਕੀਤਾ ਜਾ ਰਿਹਾ ਸੀਗਾ। ਆਮ ਐਗਰੀ ਵਿਦ ਯੂਰ ਐਵਰੀ ਪੁਆਇੰਟ। ਤੁਹਾਨੂੰ ਇਹ ਚੀਜ਼ ਸੁਣ ਕੇ ਜ਼ਿਹਨ ਦੇ ਵਿੱਚ ਅੱਜ ਲੱਗ ਰਿਹਾ ਹੈ ਨਹੀਂ, ਇਹ ਗਲਤ ਹੈ, ਇਹ ਪੋਸੀਬਲ ਨਹੀਂ ਹੈਗਾ। ਜਿਹਨਾਂ ਨੇ ਇਹ ਚੀਜ਼ ਅੱਖੀ ਦੇਖੀ ਹੈ, ਜਿਹੜੇ ਉਸ ਵੇਲੇ ਉੱਥੇ ਮੌਜੂਦ ਸੀਗੇ, ਉਹਨਾਂ ਨੇ ਆਪ ਜੇ ਅੱਖੀ ਦੇਖਿਆ, ਉਹਨਾਂ ਨੂੰ 25 ਸਾਲ ਬਾਅਦ ਯਾਦ ਆ ਰਿਹਾ ਹੈਗਾ, 25 ਸਾਲ ਬਾਅਦ ਉਹਨਾਂ ਨੂੰ ਯਾਦ ਆ ਰਿਹਾ। ਸੋਸ਼ਲ ਮੀਡੀਆ ਹੈ ਨਹੀਂ ਸੀ, ਨਾ ਸੋਸ਼ਲ ਮੀਡੀਆ ਦੇ ਦੇਸ਼ ਦੇ ਵਿੱਚ ਸੁਪਰੀਮ ਕੋਰਟ ਮੌਜੂਦ ਹੈ, ਤੁਸੀਂ ਤੁਹਾਡੇ ਕੋਲ ਐਵੀਡੈਂਸ ਹੈ, ਸੁਪਰੀਮ ਕੋਰਟ ਜਾ ਸਾਰੀ ਦੁਨੀਆ ਕਿਉਂ ਨਹੀਂ ਜਾ ਰਹੇ? ਤੁਸੀਂ ਸਾਰੀ ਦੁਨੀਆ ਸਿਰਫ ਲੋਕਾਂ ਨੂੰ 2020 ਦਾ ਜਿਹੜਾ ਰੈਫਰੈਂਡਮ ਆ ਰਿਹਾ ਉਹਦੇ ਵਿੱਚ ਤੁਸੀਂ ਸਿੱਖ ਜਜ਼ਬਾਤਾਂ ਨਾਲ ਖੇਲਣਾ ਚਾਹੁੰਦੇ ਹੋ, ਤੁਸੀਂ ਦੇਸ਼ ਨੂੰ ਤੋੜਨਾ ਚਾਹੁੰਦੇ ਹੋ, ਇਸ ਕਰਕੇ ਤੁਸੀਂ ਗੱਲ ਨੂੰ ਲੈ ਕੇ ਆ ਰਹੇ। ਸਿੱਖ ਜਜ਼ਬਾਤਾਂ ਨਾਲ ਖੇਡਣਾ ਚਾਹੁੰਦੇ ਨੇ, ਦੇਸ਼ ਨੂੰ ਤੋੜਨਾ ਚਾਹੁੰਦੇ ਨੇ। ਬਿਲਕੁਲ। ਕਿੱਥੇ ਤੱਕ ਇਹ ਚੀਜ਼ ਤੁਹਾਨੂੰ ਲੱਗਦੀ ਹੈ ਕਿ ਇਹ ਕਿੱਥੇ ਸਹੀ ਬੋਲ ਰਹੇ ਨੇ? ਉਹਨਾਂ ਨੇ ਇਹੀ ਕਹਿਣਾ, ਪਰ ਮੈਨੂੰ ਤਾਂ ਮੇਰੀ ਵਸ਼ ਨਹੀਂ, ਇਹ ਕਹਿਣਾ ਨਹੀਂ ਹੈ, ਪਰ ਦੇਸ਼ ਦੀ ਆਪਾਂ ਸਿਕਿਉਰਿਟੀ ਫੋਰਸਿਸ ਚਾਹੁੰਦੇ ਨੇ ਕਿ ਭਾਈਚਾਰਕ ਸਾਥ ਬਣੇ। ਜਿਵੇਂ ਕਸ਼ਮੀਰ ਵੈਲੀ ਵਾਲੇ ਲੱਗੇ ਹੋਏ ਆ ਵੀ ਇੰਡੀਅਨ ਆਰਮੀ ਬੜੀ ਕਰੂਲ ਹੈ, ਕਸ਼ਮੀਰ ਵੈਲੀ ਦੇ ਅੰਦਰ ਬਿਲਕੁਲ ਜ਼ੁਲਮ ਨਹੀਂ ਕਰ ਰਹੀ। ਤੁਸੀਂ ਪੱਥਰ ਮਾਰ ਰਹੇ ਹੋ, ਉਹਦਾ ਮੂੰਹ ਤੋੜ ਰਹੇ ਹੋ, ਪਰ ਉਹ ਅਸਾਲਟ ਲੈ ਕੇ ਬੈਠੇ ਅੱਗੇ ਪੱਥਰ ਮਾਰ ਰਹੇ ਨੇ। ਇਹ ਤਾਂ ਦੇਖੋ ਕਿੰਨਾ ਦੁੱਖ ਹੈ ਉਹਨਾਂ ਨੂੰ, ਕਿਉਂ ਮਾਰ ਰਹੇ? ਕਿੰਨਾ ਦੁੱਖ ਉਹਨਾਂ ਬੱਚਿਆਂ ਨੂੰ, ਕੋਈ ਦੁੱਖ ਨਹੀਂ ਹੈ। ਉਹਦੇ ਪਾਕਿਸਤਾਨ ਦੇ ਪੈਸੇ ਲੈ ਕੇ ਤੁਸੀਂ ਅੱਗੇ ਪੱਥਰ ਮਾਰ ਰਹੇ ਨੇ। ਤਾਂ ਪੱਥਰ ਕਿਉਂ ਮਾਰਿਆ? ਬੰਦੂਕ ਲੈ ਕੇ ਆਓ, ਉਹਨਾਂ ਦਾ ਦੁੱਖ ਸੁਣੋ, ਲੜੋ ਪੇ ਪੱਥਰ ਕਿਉਂ ਲੈ ਕੇ ਲੜ ਰਹੇ? ਦੁੱਖ ਸੁਣੋ ਜਨਾਬ, ਕੋਈ ਦੁੱਖ ਨਹੀਂ ਹੈ, ਉਹਨਾਂ ਦਾ ਦੁੱਖ ਸੁਣੋ ਬੱਚਿਆਂ ਦਾ। ਕੁੜੀਆਂ ਰੇਪ ਕੀਤੀਆਂ ਜਾ ਰਹੀਆਂ ਨੇ, ਪਲ ਕੇ ਕੁੜੀਆਂ ਰੇਪ ਕੀਤੀਆਂ ਜਾ ਰਹੀਆਂ ਨੇ ਉੱਥੇ, ਐਵੇਂ ਰੇਪ ਕੀਤੀਆਂ ਜਾ ਰਹੀਆਂ। ਇਹ ਰਿਪੋਰਟ ਨਾ ਫਿਰ ਯੂਐਨਓ ਨੇ ਕੱਲ ਕਿਉਂ ਲਿਖਿਆ? ਯੂਐਨਓ ਸਾਡੇ ਦੇਸ਼ ਦਾ ਠੇਕੇਦਾਰ ਨਹੀਂ ਹੈ। ਨਹੀਂ, ਕੱਲ ਯੂਐਨਓ ਨੇ ਰਿਪੋਰਟ ਦਿੱਤੀ ਹੈ, ਕੱਲ ਯੂਐਨਓ ਨੇ ਰਿਪੋਰਟ ਦਿੱਤੀ ਹੈ। ਯੂਐਨਓ ਦੇ ਰਿਪੋਰਟ ਮੈਂਬਰੀ ਛੱਡ ਦਿਓ। ਨਹੀਂ, ਮੈਂਬਰੀ ਜਦੋਂ ਉੱਥੇ ਸਾਡਾ ਪ੍ਰਤੀਨਿਧੀ ਜਵਾਬ ਦੇਊਗਾ, ਦੇਸ਼ ਦਾ ਪ੍ਰਤੀਨਿਧੀ ਰਿਪੋਰਟ ਜਾਰੀ ਕਰਤੀ ਵੀ ਇੰਡੀਅਨ ਆਕੂਪਾਈਡ ਕਸ਼ਮੀਰ ਵਿੱਚ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋ ਰਹੀ ਹੈ। ਇਹ ਕੱਲ ਦੀਆਂ ਖਬਰਾਂ ਚ। ਜੇ ਯੂਐਨਓ ਇੰਨਾ ਇਫੈਕਟਿਵ ਹੁੰਦਾ ਤਾਂ ਫਿਰ ਅਮਰੀਕਾ ਇਰਾਕ ਦੇ ਉੱਤੇ ਹਮਲਾ ਨਾ ਕਰ ਦਿੰਦਾ ਜਾਂ ਦੂਸਰੇ ਕੰਟਰੀਆਂ ਨੂੰ ਗੱਲ ਕਰਦਾ। ਜੋ ਸਾਹਮਣੇ ਆਇਆ ਮੈਂ ਉਹਦੀ ਗੱਲ ਕਰਦਾ। ਇੰਡੀਆ ਉਹਦਾ ਇੱਕ ਹਿੱਸਾ ਹੈ। ਆਪਾਂ ਵਿਚਾਰਧਾਰਾ ਤੌਰ ਤੇ ਅਲੱਗ ਹੋ ਸਕਦੇ ਹਾਂ, ਸਾਡੇ ਮਤਭੇਦ ਹੋ ਸਕਦੇ ਪਰ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਅਸੀਂ ਦੇਸ਼ ਨੂੰ ਤੋੜਨ ਵਾਲੇ ਪਾਸੇ ਕਿਸੇ ਨਾਲ ਕੋਈ ਨਫ਼ਰਤ ਨਹੀਂ ਜੀ। ਤੁਸੀਂ ਜਿਹੜਾ ਲੋਕਾਂ ਤੇ ਜ਼ੁਲਮ ਹੁੰਦਾ ਉਹਦੀ ਜ਼ੁਲਮ ਨੂੰ ਦਬਾ ਕੇ ਹੁਣ ਆਪਸ਼ਨ ਦਾ ਕੇਸ ਹੋਇਆ, ਆਪਸ਼ਨ ਦਾ ਕੇਸ ਹੋਇਆ। ਇੱਕ ਰਮਜ਼ਾਨ ਬੀਜੇਪੀ ਦੇ ਮਿਨਿਸਟਰ, ਰਮਜ਼ਾਨ ਦੇ ਮੌਕੇ ਤੇ ਇੱਕ ਜਵਾਨ ਛੁੱਟੀ ਜਾ ਰਿਹਾ ਕਰ, ਉਹਨੂੰ ਤੁਸੀਂ ਗੋਲੀਆਂ ਮਾਰ ਰਹੇ ਹੋ। 9 ਸਾਲ ਦੀ ਬੱਚੀ ਹੈ, 9 ਸਾਲ ਦੀ ਬੱਚੀ ਨਾਲ ਰੇਪ ਹੋਇਆ। ਬੀਜੇਪੀ ਦੇ ਮਿਨਿਸਟਰ ਉਹਨਾਂ ਰੇਪਿਸਟਾਂ ਦੇ ਹੱਕ ਵਿੱਚ ਜਲੂਸ ਕੱਢ ਰਹੇ ਨੇ। ਨਹੀਂ ਗਲਤ ਹੈ। ਹੋਰ ਕੀ ਉਹ ਇਹ ਕਹਿ ਰਿਹਾ ਕਿ ਜਿਹੜੇ ਰੈਪਿਸਟ ਹੈਗੇ, ਜਿਹੜੇ ਸਹੀ ਰੈਪਿਸਟ ਹੈ ਉਹ ਗ੍ਰਿਫਤਾਰ ਕੀਤੇ ਜਾ। ਕੀਤੇ ਵੇ ਨੇ, ਉਹ ਉਹਨਾਂ ਦੇ ਉਲਟ ਹੋਏ ਵੇ ਨੇ। ਦੇਖੋ ਇਹ ਗਲਤ ਹੈ। ਇੱਕ ਪਾਸੇ 3 ਵਕੀਲ, ਆਪਣਾ ਪੱਖ ਹੈ। ਇੱਕ ਪਾਸੇ ਬੀਜੇਪੀ ਨੇ 38 ਬੀਜੇਪੀ ਦਾ ਸਵਾਲ ਨਹੀਂ, ਪੂਰਾ ਜੰਮੂ ਰੀਜਨ ਹੈਗਾ, ਪੂਰਾ ਜੰਮੂ ਰੀਜਨ। ਇਹਦਾ ਮਤਲਬ ਇਹ ਹੈ ਜੇ ਇੱਕ ਬੱਚੀ ਨਾਲ ਜ਼ੁਲਮ ਹੋਇਆ, ਜੇ ਪੁਲਿਸ ਉਹਨਾਂ ਨੂੰ ਫੜਦੀ ਹੈ, ਕੌਣ ਜਸਟੀਫਾਈ ਕਰ ਰਿਹਾ?
ਕੋਈ ਕਹਿ ਰਿਹਾ ਕਿ ਉਹ ਜ਼ੁਲਮ ਜੇ ਐਂਡ ਕੇ ਦੇ ਵਿੱਚ ਜੋ ਕੁਝ ਵੀ ਹੋਇਆ ਸਾਰਾ ਜੰਮੂ ਕਸ਼ਮੀਰ ਦੇ ਵਿੱਚ ਜੋ ਕੁਝ ਹੋ ਰਿਹਾ ਹੈ, ਜਿੰਨਾ ਕਾਂਡ ਹੋ ਰਿਹਾ, ਉਸ ਚੀਜ਼ ਦੀ ਜਸਟੀਫਿਕੇਸ਼ਨ ਕੁਝ ਵੀ ਨਹੀਂ ਦੇ ਸਕਦੇ, ਕਿਉਂਕਿ ਅਗਰ ਔਰੰਗਜ਼ੇਬ ਵੀ ਮਾਰਿਆ ਗਿਆ ਹੈ ਉਸ ਦੀ ਵੀ ਕੋਈ ਉਹ ਨਹੀਂ ਹੈਗੀ ਬੱਚਾ ਰਮਜ਼ਾਨ ਲਈ ਜਾ ਰਿਹਾ, ਰਮਜ਼ਾਨ ਵਾਸਤੇ ਜਾ ਰਿਹਾ ਔਰੰਗਜ਼ੇਬ ਮਾਰਿਆ ਜਾਂ ਜਿਹੜੇ ਇੰਡੀਅਨ ਮਿਲਟਰੀ ਵਾਲੇ ਬੰਦਿਆਂ ਨੂੰ ਮਾਰਦੇ ਨੇ ਜਾਂ ਜਿਹੜੇ ਮਤਲਬ ਕਿ ਇਨੋਸੈਂਟ ਨੂੰ ਮਾਰਦੇ, ਉਹ ਸਾਰੇ ਹੀ ਗਲਤ ਹੈ। ਗਲਤ ਨੇ ਸਾਰੇ, ਮੈਂ ਕਹਿੰਦਾ ਜਿਹੜੇ ਕਿਉਂ ਇੰਡੀਅਨ ਆਰਮੀ ਮਰੇ, ਪਰ ਇਹ ਇੰਡੀਆ ਦੀਆਂ ਪਾਲਿਸੀਆਂ ਨੇ ਜਿਹੜਾ ਇੰਡੀਆ ਦੇ ਵਿਚਾਰਿਆਂ ਨੂੰ ਧੋਕਿਆ ਪਿਆ ਉੱਥੇ। ਪਾਲਿਸੀਜ਼ ਦੇ ਪਾਲਿਸੀਆਂ ਗਲਤ ਨੇ। ਇੰਡੀਆ ਆਪਣੀ ਪਾਲਿਸੀ ਬਦਲੇ ਨਾ, ਇੰਡੀਅਨ ਫੌਜੀ ਮਾਰਨ। ਕੀ ਬਦਲਾਅ ਚਾਹੀਦਾ ਪਾਲਿਸੀ ਦੇ ਵਿੱਚ? ਕੀ ਬਦਲਾਅ ਪਾਲਿਸੀਜ਼ ਕੀ ਬਦਲਾਅ ਇਹ ਚਾਹੀਦਾ ਹੈ, ਜਿਹੜੀਆਂ ਧਿਰਾਂ ਗੱਲ ਕਰਨਾ ਚਾਹੁੰਦੇ ਆਖਰ ਉਹਨਾਂ ਦਾ ਦੁੱਖ ਕੀ ਹੈ। 1952 ਦੇ ਵਿੱਚ ਜਿਹੜਾ ਉਹਨਾਂ ਨਾਲ ਸਮਝੌਤਾ ਕੀਤਾ ਹੈ, ਉਹਦੇ ਉੱਤੇ ਤੁਸੀਂ ਕਿਉਂ ਨਹੀਂ ਖੜੇ? ਕੋਈ ਸਮਝੌਤਾ ਨਹੀਂ। 10 ਸਾਲ ਤੋਂ ਮੈਂ ਨਹਿਰੂ ਨੇ ਕਿਹਾ ਐਜ਼ ਅ ਪ੍ਰਾਈਮ ਮਿਨਿਸਟਰ ਆਫ ਇੰਡੀਆ, ਜੇ ਪ੍ਰਾਈਮ ਮਿਨਿਸਟਰ ਕੀਤਾ ਹੈਗਾ ਤਾਂ ਅੱਗੇ ਵੀ ਨਹਿਰੂ ਹੀ ਕਸ਼ਮੀਰ ਦਾ ਮਸਲਾ ਯੂਐਨਓ ਚ ਲੈ ਕੇ ਗਿਆ। ਨਹਿਰੂ ਐਜ਼ ਅ ਪ੍ਰਾਈਮ ਮਿਨਿਸਟਰ ਆਫ ਇੰਡੀਆ ਦੀਆਂ ਪਾਲਿਸੀਆਂ ਦੇ ਕਾਰਨ ਹੀ ਤਾਂ ਦੇਸ਼ ਉਹ ਬਰਬਾਦੀ ਪਾਰਲੀਮੈਂਟ ਚ ਕਹਿ ਦੋ ਨਾ, ਪਾਰਲੀਮੈਂਟ ਚ 20 ਵਾਰੀ ਕਹਿ ਗਿਆ, ਮਤਾ ਪਾਸ ਕਰ ਦੋ। ਨਹਿਰੂ ਨੇ ਗਲਤੀ ਕੀਤੀ ਹੈ, ਫਿਰ ਦੇਖੋ ਗੱਲ ਕਰਨਾ ਪਏਗਾ। ਦੇਖੋ ਉੱਥੇ ਤੁਸੀਂ ਕੁਝ ਤਾਂ ਕਰਨਾ ਪਊਗਾ ਨਾ। ਕੀਤਾ ਜਾ ਰਿਹਾ ਜੋ ਕੀਤਾ ਜਾ ਰਿਹਾ, ਪਰ ਅਸੀਂ ਤਾਂ ਇਹ ਕਹਿੰਦੇ ਆ ਕਿ ਜੋ ਉਹਨਾਂ ਦਾ ਵਾਅਦਾ ਕੀਤਾ, ਜੋ ਕੀਤਾ ਜਾ ਰਿਹਾ ਹੈ ਨਹਿਰੂ ਦਾ ਮਸਲਾ, ਮੈਂ ਤਾਂ ਉਹੀ ਕਹਿ ਰਿਹਾ ਕਿ ਹੱਲ ਇਹਦਾ ਕੀ ਨਿਕਲਣਾ ਹੈ। ਮੈਂ ਹੱਲ ਇਹ ਕਹਿੰਦਾ ਵੀ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣ। ਸਮੱਸਿਆਵਾਂ ਕਿਵੇਂ ਸੁਣੀਆਂ ਜਾਣਗੀਆਂ? ਜੇ ਚਲੋ ਕਸ਼ਮੀਰ ਦਾ ਹੱਲ ਅਸੀਂ ਕੱਢ ਲਿਆ, ਅਸੀਂ ਪੰਜਾਬ ਦਾ ਖਾਲਿਸਤਾਨ ਦਾ ਹੱਲ ਕੱਢਣ ਵਾਸਤੇ ਬੈਠੇ ਆ ਕਿ ਅਸੀਂ ਫਿਲਹਾਲ ਇਸ ਟੌਪਿਕ ਦੇ ਉੱਤੇ ਆਪਣਾ ਅੱਡ ਖਿੱਤਾ ਖਾਲਿਸਤਾਨ ਦੇ ਦਿਓ ਬਸ। ਤਾਂ ਆ ਜਾਓ ਨਾ, ਚੋਣਾਂ 'ਚ ਜਿੱਤ ਜਾਓ, ਜਿੱਤੋ ਨਾ। ਅਸੀਂ ਲੱਗੇ ਹੋਏ ਜਿਹੜਾ ਤੁਸੀਂ ਗੱਲ ਕਰ ਰਹੇ ਹੋ, ਤੁਹਾਡੇ ਤਾਂ ਜ਼ਮਾਨਤ ਜਿਵੇਂ ਤੋਂ ਹੋ ਰਹੀ ਹੈ, ਅਕਾਲੀ ਦਾ ਰੂਲ ਸ਼ਿਕਵਾ ਨਹੀਂ ਕੀਤਾ। ਮੈਂ ਜ਼ਮਾਨਤ ਸਾਡੀ ਜ਼ਬਤ ਹੁੰਦੀ ਹੈ ਨਾ। ਮੈਂ ਕਹਿ ਰਿਹਾ ਤੁਸੀਂ ਉਸ ਜ਼ਮਾਨਤ ਸਾਡੀ ਜ਼ਬਤ ਹੁੰਦੀ ਹੈ। ਪੰਜਾਬ ਬਹੁ ਗਿਣਤੀ ਅਸੀਂ ਫਿਰ ਵੀ ਹੌਸਲੇ ਪੰਜਾਬ ਬਹੁ ਗਿਣਤੀ ਸਿੱਖਾਂ ਅੱਛਾ ਪਵਨ ਜੀ, ਪੰਜਾਬ ਬਹੁ ਗਿਣਤੀ ਸਿੱਖਾਂ ਦੀ ਨਹੀਂ ਕਹਿੰਦਾ ਮੈਂ, ਨਹੀਂ ਜ਼ਮਾਨਤ ਸਾਡੀ ਜ਼ਬਤ। ਮੈਨੂੰ ਜਵਾਬ ਦਿਓ। ਅਸੀਂ ਫਿਰ ਵੀ ਹੌਸਲੇ ਚ। ਮੈਂ ਕਹਿੰਦਾ ਤੁਹਾਡਾ ਜਿਹੜੀ ਆਈਡੀਓਲੋਜੀ ਹੈ, ਜਿਹੜੀ ਆਈਡੀਓਲੋਜੀ ਵੀ ਪਤਾ ਹੈ, ਇੱਥੇ ਵੋਟ ਸ਼ਰਾਬ ਨੂੰ ਪੈਂਦੀ ਹੈ, ਇੱਥੇ ਵੋਟ ਨੋਟਾਂ ਨੂੰ ਪੈਂਦੀ ਹੈ, ਇੱਥੇ ਵੋਟ ਪੋਲਰਾਈਜੇਸ਼ਨ ਨੂੰ ਪੈਂਦੀ ਹੈ। ਇਹਦਾ ਮਤਲਬ ਕਹਿਣ ਦਾ ਜਿਹੜਾ ਪੰਜਾਬ ਦਾ ਸਿੱਖ ਹੈ ਉਹ ਤੁਹਾਡੇ ਮੁੱਦੇ ਨਾਲ ਸਹਿਮਤ ਨਹੀਂ, ਉਹ ਸ਼ਰਾਬ ਨਾਲ, ਹਾਂ ਬਿਲਕੁਲ, ਉਹ ਪੈਸੇ ਨਾਲ। ਮਤਲਬ ਇਹ ਪੰਜਾਬ ਦੇ ਸਿੱਖ ਸੁਣ ਲੈਣ ਕਿ ਪ੍ਰੋਫੈਸਰ ਮਹਿੰਦਰਪਾਲ ਜੀ ਕਹਿ ਰਹੇ ਹੈ ਕਿ ਪੰਜਾਬ ਦੇ ਜਿਹੜੇ ਸਿੱਖ ਹੈ ਉਹ ਸ਼ਰਾਬ ਦੇ ਆਦੀ ਹੈ, ਉਹ ਪੈਸੇ ਦੇ ਆਦੀ ਹੈ, ਉਹਨਾਂ ਨੂੰ ਸਿੱਖੀ ਬਾਰੇ ਜਾਣਕਾਰੀ ਨਹੀਂ। ਜਦੋਂ ਸਿੱਖੀ ਬਾਰੇ ਨੌਲੇਜ ਹੋ ਗਈ ਉਦੋਂ ਆਪਣੇ ਆਪ ਖਾਲਿਸਤਾਨ, ਮਤਲਬ ਪੰਜਾਬ ਦੇ ਸਿੱਖਾਂ ਨੂੰ ਸਿੱਖੀ ਬਾਰੇ ਜਾਣਕਾਰੀ ਨਹੀਂ ਹੈ। ਜਾਣਕਾਰੀ ਹੈ ਪਰ ਉਸ ਤੇ ਸਟੈਂਡ ਨਹੀਂ ਲੈ ਰਹੇ। ਨਹੀਂ, ਹੋਰ ਕਿਵੇਂ ਸਟੈਂਡ ਲੈਣਗੇ ਦੱਸੋ? ਸਟੈਂਡ ਲੈ ਰਹੇ ਨੇ ਉਹ ਜਿਹੜੇ ਇਹਨਾਂ ਨੂੰ ਮਾਰਦੇ ਨੇ, ਉਹਨਾਂ ਦੇ ਹੱਕ 'ਚ ਵੋਟਾਂ ਪਾ ਦਿੰਦੇ ਨੇ। ਚਲੋ ਚਾਹੇ ਉਹ ਕਾਂਗਰਸ ਹੋਵੇ, ਸਿਆਸੀ ਧਿਰਾਂ ਜਿਹੜੀਆਂ ਮਰਜ਼ੀ ਨੇ, ਕਿਉਂਕਿ ਸਿਆਸਤਦਾਨਾਂ ਦੀਆਂ ਸਿਆਸਤ ਦੇਖੋ, ਮੈਂ ਸਿਆਸਤ ਦੀ ਗੱਲ ਨਹੀਂ ਕੀਤੀ। ਤੁਸੀਂ ਨਹੀਂ ਸਮਝ ਸਕਦੇ ਆਮ ਸਿੱਖਾਂ ਨੂੰ ਅਸੀਂ ਨਹੀਂ ਟਾਰਗੇਟ ਕਰ ਸਕਦੇ। ਪਰ ਮੈਂ ਪਰਸਨਲੀ ਰਿਕੁਐਸਟ ਕਰਾਂਗਾ ਕਿ ਅਸੀਂ ਪੂਰੇ ਪੰਜਾਬ ਦੀ ਆਵਾਮ ਨੂੰ, ਪੂਰੇ ਪੰਜਾਬ ਦੇ ਸਿੱਖਾਂ ਨੂੰ ਇਸ ਤਰੀਕੇ ਨਾਲ, ਮੈਨੂੰ ਕੋਈ ਸ਼ਿਕਵਾ ਨਹੀਂ ਇਹਨਾਂ ਤੇ, ਮੈਨੂੰ ਕਿਸੇ ਅਸੀਂ ਇੱਕ ਏਜੰਡਾ ਲੈ ਕੇ ਚੱਲ ਰਹੇ ਹਾਂ ਲੋਕਤੰਤਰੀ। ਉਸ ਏਜੰਡੇ ਦੇ ਵਿੱਚ ਜਿਹੜੇ ਆਪਣੀ ਮਰਜ਼ੀ ਦੇ ਨਾਲ ਜੁੜਨਾ ਚਾਹੁੰਦੇ ਨੇ ਉਹ ਜ਼ਰੂਰ ਜੁੜਨ। ਮੈਂ ਇੱਕ ਸਵਾਲ ਤੁਹਾਡੇ ਜਾਨਣਾ ਚਾਹਾਂਗਾ, ਪੁੱਛਣਾ ਚਾਹਾਂਗਾ ਪੂਰੀ ਆਵਾਮ ਵੱਲੋਂ, ਕਿਉਂਕਿ ਬਹੁਤ ਸਾਰੇ ਸਿੱਖਾਂ ਦੇ ਜ਼ਿਹਨ ਦੇ ਵਿੱਚ ਉਹ ਸਵਾਲ ਹੈ ਜੋ ਪੁੱਛਦੇ ਨੇ, ਜੋ ਹਮੇਸ਼ਾ ਸਾਰੀਆਂ ਖਾਲਿਸਤਾਨੀ ਸਟੇਜਾਂ ਦੇ ਉੱਤੋਂ ਵੀ ਦੁਹਰਾਏ ਜਾਂਦੇ ਨੇ, ਪ੍ਰਚਾਰੇ ਜਾਂਦੇ ਨੇ, ਤੇ ਹਰ ਬੱਚੇ ਦੇ ਜ਼ਿਹਨ ਦੇ ਵਿੱਚ ਇਹ ਹੈ ਕਿ ਵਾਕਈ ਹੀ ਸਾਡੀ ਕੌਮ ਦੇ ਨਾਲ ਮਾੜਾ ਹੋ ਰਿਹਾ ਹੈ। ਉਹ ਹਰ ਸਿੱਖ ਦੇ ਜ਼ਿਹਨ 'ਚ ਘਰ ਕਰਕੇ ਬੈਠਿਆ ਹੈ। ਬੰਦੀ ਸਿੰਘਾਂ ਦੀ ਰਿਹਾਈ, ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਪਰ ਫਿਰ ਵੀ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾਂਦਾ। ਬਰਗਾੜੀ ਮੋਰਚਾ ਤਾਂ ਹੀ ਲੱਗਿਆ, ਬਰਗਾੜੀ ਮੋਰਚਾ ਲੱਗਿਆ ਹੋਇਆ, ਬੇਅਦਬੀਆਂ ਤੇ ਬੇਅਦਬੀਆਂ ਹੋਈਆਂ, ਪਤਾ ਵੀ ਲੱਗਦਾ ਰਿਹਾ। ਬਹਿਬਲ ਕਲਾ ਗੋਲੀकांड ਹੋਇਆ, ਪੁਲਿਸ ਵਾਲਿਆਂ ਨੇ ਗੋਲੀਆਂ ਚਲਾਈਆਂ, ਕਿਸੇ ਨਾ ਕਿਸੇ ਦੇ ਕਹਿਣ ਤੇ ਚਲਾਈਆਂ, ਠੀਕ ਹੈ ਜੀ। ਉਹ ਚੀਜ਼ਾਂ ਬੇਨਕਾਬ ਨਹੀਂ ਹੋਈਆਂ। ਉਸ ਤੋਂ ਬਾਅਦ ਅਗਰ ਕਿਤੇ ਕੋਈ ਹਾਦਸਾ ਹੁੰਦਾ ਹੈ, ਮਤਲਬ ਹਿੰਦੂ ਜਾਂ ਸਿੱਖ ਦੇ ਵਿੱਚ ਕਿਤੇ ਝੜਪ ਹੁੰਦੀ ਹੈ, ਸਿੱਖ ਦੇ ਉੱਤੇ ਫਟਾਫਟ ਪਰਚੇ ਨਾਲ ਦੀ ਨਾਲ ਦਰਜ ਕਰ ਦਿੱਤੇ ਜਾਂਦੇ ਨੇ। ਹਿੰਦੂ ਅਗਰ ਕਿਸੇ ਦੇ ਚਪੇੜਾ ਮਾਰ ਕੇ ਵੀ ਲੰਘ ਜੇ ਤਾਂ ਉਸ ਦੇ ਉੱਤੇ ਪਰਚੇ ਨਹੀਂ ਹੁੰਦੇ। ਲੈਟ ਮੀ ਕੰਪਲੀਟ ਦਿਸ। ਇਹ ਕੁਝ ਉਹ ਰੀਜ਼ਨਸ ਨੇ ਜਿਹਦੇ ਕਰਕੇ ਪੂਰੀ ਦੀ ਪੂਰੀ ਸਿੱਖ ਕਮਿਊਨਿਟੀ ਆਪਣੇ ਆਪ ਨੂੰ ਅੰਡਰ ਐਸਟੀਮੇਟ ਤੇ ਆਪਣੇ ਆਪ ਨੂੰ ਡੋਮੀਨੇਟ ਸਮਝਦੀ ਹੈ ਵਿਦ ਹਿੰਦੂਇਜ਼ਮ। ਦੂਜੇ ਦਰਜੇ ਦੇ ਸ਼ਹਿਰੀ ਸਮਝਦੇ। ਮੈਂ ਇੱਕ ਗੱਲ ਸਪਸ਼ਟ ਕਰਨਾ, ਅਸੀਂ ਜੇ ਰਹਾਂਗੇ, ਮੇਰੇ ਤੋਂ ਪੁੱਛਿਆ ਸ਼ਹਿਰੀ ਮੇਰੇ ਤੋਂ ਪੁੱਛਿਆ, ਲੈਟ ਹਿਮ ਕੰਪਲੀਟ ਨਾਓ। ਜਿਹੜਾ ਤੁਸੀਂ ਸਵਾਲ ਕੀਤਾ ਵੀ ਸਿੱਖਾਂ ਦੇ ਮਨ 'ਚ ਇੱਕ ਬੇਚੈਨੀ ਹੈ, ਸਿੱਖ ਸਮਝਦੇ ਆ ਕਿ ਸਾਨੂੰ ਜਿਹੜਾ ਹੈ ਪੂਰਾ ਇਨਸਾਫ ਨਹੀਂ ਮਿਲ ਰਿਹਾ। ਬਿਲਕੁਲ ਤੁਹਾਡਾ ਕਹਿਣ ਦਾ ਮਤਲਬ ਹੈ 1984 'ਚ ਰਾਈਟਸ ਹੋਏ, ਜਿੱਥੇ ਸ਼ਿਵ ਸੈਨਾ ਸਭ ਤੋਂ ਬੜੀ ਕਤਲੇਆਮ ਹੋਏ ਨੇ, ਜਿੱਥੇ ਜੋ ਸ਼ਬਦ ਤੁਸੀਂ ਵਰਤਣਾ ਚਾਹੋ ਵਰਤੋ, ਜੋ ਵੀ ਹੋਇਆ।
ਅਸੀਂ ਉਸ ਚੀਜ਼ ਦੇ ਨਾਲ ਕਿਤੇ ਵੀ ਸਹਿਮਤ ਨਹੀਂ ਸੀਗੇ। ਸ਼ਿਵ ਸੈਨਾ ਦਾ ਜਿੱਥੇ ਸਭ ਤੋਂ ਜ਼ਿਆਦਾ ਜ਼ੋਰ ਸੀ ਮੁੰਬਈ ਦੇ ਅੰਦਰ, ਬਾਲਾ ਸਾਹਿਬ ਠਾਕਰੇ ਜਿੱਥੇ ਸੀਗੇ, ਮੈਂ ਉਸ ਸ਼ਿਵ ਸੈਨਾ 'ਚ ਵੀ ਕੰਮ ਕੀਤਾ, ਉਹਨਾਂ ਨੇ ਇਹ ਗੱਲ ਸਪਸ਼ਟ ਕੀਤੀ ਵੀ 1 ਜਾਂ 2 ਸਿੱਖਾਂ ਦੀ ਗਲਤੀ ਨੂੰ ਪੂਰੀ ਕੌਮ ਦੇ ਨਾਲ ਨਹੀਂ ਮੜਿਆ ਜਾਣਾ ਚਾਹੀਦਾ ਔਰ ਕਿਸੇ ਤਰ੍ਹਾਂ ਦੀ ਇਸ ਤਰ੍ਹਾਂ ਦੀ ਹਿਮਾਕਤ ਨਹੀਂ ਹੋਣੀ ਚਾਹੀਦੀ। ਬੰਬਈ ਸ਼ਹਿਰ ਇੱਕ ਐਸਾ ਸ਼ਹਿਰ ਸੀ ਵੀ ਸ਼ਿਵ ਸੈਨਾ ਜੋ ਚਾਹੁੰਦੀ ਉਹ ਕਰ ਸਕਦੀ ਸੀਗੀ, ਪਰ ਉੱਥੇ ਸਪਸ਼ਟ ਸੋਚ ਦੇ ਕਾਰਨ ਇੱਕ ਵੀ ਸਿੱਖ ਦੇ ਨਾਲ ਕੋਈ ਧੱਕਾ ਨਹੀਂ ਹੋਇਆ, ਕੋਈ ਕੇਸ ਕਤਲ ਨਹੀਂ ਹੋਇਆ, ਕੋਈ ਪਗੜੀਆਂ ਦਾ ਉੱਥੇ ਅਪਮਾਨ ਨਹੀਂ ਹੋਇਆ। ਇਸ ਤਰ੍ਹਾਂ ਪੂਰੇ ਹਿੰਦੁਸਤਾਨ ਦੇ ਅੰਦਰ ਜਿੱਥੇ ਵੀ ਹਿੰਦੂ ਸਮਾਜ ਸਹੀ ਸੋਚ ਦਾ ਧਾਰਨੀ ਸੀਗਾ, ਉੱਥੇ ਉਹਨਾਂ ਨੇ ਵਿਰੋਧ ਕੀਤਾ, ਉੱਥੇ ਸਿੱਖਾਂ ਨੂੰ ਪਨਾਹ ਵੀ ਦਿੱਤੀ, ਸਿੱਖਾਂ ਦੇ ਨਾਲ ਖੜੇ ਵੀ ਹੋਏ। ਕਿਉਂਕਿ ਇਹ ਚਾਹੇ ਕਹਿ ਸਕਦੇ ਆ ਕਿ ਅਸੀਂ ਸਿੱਖਾਂ ਨੂੰ ਇੱਕ ਅਲੱਗ ਕੌਮ ਸਮਝ ਰਹੇ ਹਾਂ, ਅਲੱਗ ਹਸਤੀ ਸਮਝ ਰਹੇ ਹਾਂ, ਅਸੀਂ ਇਹ ਸਮਝਦੇ ਹਾਂ ਕਿ ਸਾਡਾ ਅਟੁੱਟ ਹਿੱਸਾ ਹੈ, ਅਟੁੱਟ ਅੰਗ ਹੈ। ਔਰ ਦੂਸਰੀ ਗੱਲ ਇਹ ਹੈ ਕਿ ਕਿਸੇ ਨਾਲ ਸਾਡੇ ਵਿਅਕਤੀਗਤ ਮਤਭੇਦ ਹੋ ਸਕਦੇ, ਉਹਦੇ ਨਾਲ ਅਸੀਂ ਹਿੰਦੂ ਸਿੱਖਾਂ ਨੂੰ ਨਾਲ ਉਲਝਾ ਕੇ, ਤੁਸੀਂ ਕਿਹਾ ਵੀ ਜੇ ਸਿੱਖਾਂ ਨਾਲ ਕੋਈ ਜਾਤੀ ਹੋ ਜਾਏ, ਮੈਂ ਤੁਹਾਨੂੰ 2 ਉਦਾਹਰਨਾਂ ਦਾਂਗਾ। ਇੱਕ ਹੈਦਰਾਬਾਦ 'ਚ ਨਿਸ਼ਾਨ ਸਾਹਿਬ ਦਾ ਅਪਮਾਨ ਹੋਇਆ, ਇੱਕ ਸਹਾਰਨਪੁਰ 'ਚ ਦੰਗੇ ਹੋਏ ਸਿੱਖ ਮੁਸਲਿਮ ਦੇ ਗੁਰਦੁਆਰੇ ਨੂੰ ਲੈ ਕੇ। ਇਹਨਾਂ ਦੋਨੋਂ ਸ਼ਹਿਰਾਂ ਦੇ ਵਿੱਚ ਤੁਸੀਂ ਚਲ ਜਾਓ, ਮੈਂ ਸਹਾਰਨਪੁਰ ਖੁਦ ਗਿਆ, ਮੈਂ ਸਿੱਖ ਸਮਾਜ ਨੂੰ ਮਿਲਿਆ, ਉਹ ਕਹਿ ਰਹੇ ਕਿ ਹਿੰਦੂ ਔਰ ਸਿੱਖ ਦਾ ਕੋਈ ਸਵਾਲ ਹੀ ਪੈਦਾ ਨਹੀਂ ਸੀਗਾ। ਔਰ ਹੈਦਰਾਬਾਦ 'ਚ ਜਿਹੜਾ ਨਿਸ਼ਾਨ ਸਾਹਿਬ ਦਾ ਅਪਮਾਨ ਹੋਇਆ, ਉੱਥੇ ਕੋਈ ਦੂਸਰਾ ਸਵਾਲ ਨਹੀਂ ਸੀਗਾ। ਸ਼ਿਲੌਂਗ ਦੇ ਵਿੱਚ ਜਿਹੜਾ ਹੋਇਆ, ਉੱਥੇ ਹਿੰਦੂ ਸਮਾਜ ਜਿਹੜਾ ਹੈ ਪੂਰੀ ਤਰੀਕੇ ਨਾਲ, ਚਾਹੇ ਪੰਜਾਬ ਦਾ ਹਿੰਦੂ ਸੀ, ਚਾਹੇ ਹਰਿਆਣੇ ਦਾ ਹਿੰਦੂ ਸੀ, ਅਸੀਂ ਇਸ ਗੱਲ ਦੇ ਨਾਲ ਹੈਗੇ ਕਿ ਹਿੰਦੂ ਸਮਾਜ ਸਿੱਖ ਸਮਾਜ ਦੇ ਨਾਲ ਬਿਲਕੁਲ ਅਟੁੱਟ ਤਰੀਕੇ ਨਾਲ ਖੜਾ ਹੈ। ਗੁਰੂ ਧਾਮਾਂ ਦੇ ਪ੍ਰਤੀ ਬੇਇੱਜ਼ਤੀ ਜਿਹੜੀ ਵੀ ਹੋਈ ਆ, ਹੁਣ ਵੀ ਤੁਸੀਂ ਰੋਪੜ ਦੇ ਕੋਲ ਬੇਅਦਬੀ ਹੋਈ ਆ, ਉੱਥੇ ਨਿਕਲ ਕੇ ਆਇਆ ਕਿ ਗ੍ਰੰਥੀ ਖੁਦ ਜ਼ਿੰਮੇਵਾਰ ਹੈ। ਕਈ ਗੁਰਦੁਆਰਿਆਂ 'ਚੋਂ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਹੋਇਆ, ਉਹਦੀ ਜਾਂਚ ਕੀਤੀ ਗਈ, ਗ੍ਰੰਥੀ ਕਹਿੰਦੇ ਵੀ ਤਨਖਾਹ ਘੱਟ ਮਿਲ ਰਹੀ ਆ, ਉਹਦੇ ਕਰਕੇ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕੀਤਾ। ਇਹ ਪੁਲਿਸ ਦੀ ਇਨਵੈਸਟੀਗੇਸ਼ਨ ਹੈ। ਹੁਣ ਤੁਸੀਂ ਕਹਿ ਦਿਓ ਇਹ ਹਿੰਦੂ ਹੁਕੂਮਤ ਦੀ ਹੈ, ਤੇ ਅਮਰਿੰਦਰ ਸਿੰਘ ਜਿਹਨੇ ਬਲੂ ਸਟਾਰ ਆਪਰੇਸ਼ਨ ਵੇਲੇ ਅਸਤੀਫਾ ਦਿੱਤਾ ਹੋਵੇ, ਉਹ ਬੰਦਾ ਵੀ ਇੱਕ ਤੁਸੀਂ ਕਹੋ ਜੀ ਸਿੱਖ ਨਹੀਂ ਹੈ, ਤੇ ਫਿਰ ਸਿੱਖ ਕੌਣ ਹੈ, ਸਿੱਖਾਂ ਦੀ ਡੈਫੀਨੇਸ਼ਨ ਕੌਣ ਹੈ, ਮੈਂ ਨਹੀਂ ਤੈਅ ਕਰ ਸਕਦਾ, ਇਹ ਤਾਂ ਸਿੱਖ ਵਿਦਵਾਨ ਹੀ ਤੈਅ ਕਰਨ। ਨੰਬਰ 2, ਜਿੱਥੇ ਤੱਕ ਹੈ ਕਿ ਜੇ ਕੋਈ ਹਿੰਦੂ ਸਿੱਖ ਦਾ ਵਿਵਾਦ ਹੋ ਜਾਏ, ਅਗਰ ਇਹ ਵਿਵਾਦ ਹੁੰਦਾ ਤਾਂ ਦੁਰਭਾਗਯਪੂਰਨ ਹੈ। ਮੈਂ ਇਸ ਗੱਲ ਦਾ ਹਾਮੀ ਹਾਂ ਵੀ ਹਿੰਦੂ ਸਿੱਖ ਦੋਨੋਂ ਸਗੇ ਬੇਟੇ ਹੈਗੇ, ਉਹਨਾਂ ਦਾ ਕੋਈ ਵਿਵਾਦ ਨਹੀਂ ਹੋਣਾ ਚਾਹੀਦਾ। ਔਰ ਜਿੱਥੇ ਤੱਕ ਕੋਈ ਹਿੰਦੂ ਸਿੱਖ ਦਾ ਵਿਵਾਦ ਹੋ ਜਾਏ, ਸਿੱਖ ਦੇ ਉੱਤੇ ਪਰਚਾ ਦਰਜ ਹੋ ਜਾਂਦਾ, ਹਿੰਦੂ ਤੇ ਨਹੀਂ ਹੁੰਦਾ, ਤਾਂ ਮੈਂ ਤਾਂ ਇੱਥੇ ਇਹ ਕਹਿਣਾ ਚਾਹੁੰਦਾ ਵੀ ਜਰਨੈਲ ਸਿੰਘ ਭਿੰਡਰਾਂਵਾਲੇ ਨਾਲ ਸਾਡੀ ਸੋਚ ਨਹੀਂ ਮਿਲਦੀ। ਅਸੀਂ ਕਦੇ ਕੋਈ ਸਾਡਾ ਭਰਾ ਕੁਝ ਲਿਖ ਦਿੰਦਾ, 295 ਦੇ ਪਰਚੇ ਦਰਜ ਹੋਏ। ਜਿਸ ਮਿਲਟਰੀ ਨੇ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਮਾਰਿਆ ਹੋਵੇ, ਉਹੀ ਸਰਕਾਰ 295 ਦੇ ਪਰਚਾ ਦਰਜ ਕਰਦੀ ਹੈ। ਮੈਂ ਤਾਂ ਕਹਿੰਦਾ ਵੀ 295 ਦਾ ਪਰਚਾ ਫਿਰ ਮਿਲਟਰੀ ਦੇ ਖਿਲਾਫ ਕਰੋ, ਪਹਿਲਾਂ ਮਿਲਟਰੀ ਦੇ ਖਿਲਾਫ ਕਰੋ, ਫਿਰ ਮਿਲਟਰੀ ਦੇ ਖਿਲਾਫ ਕਰੋ। ਇਹ ਆਪਣੀ ਇੱਕ ਸੋਚ ਹੈ। ਇਹੀ ਮੈਂ ਕਹਿੰਦਾ, ਅਸਲ ਵਿੱਚ ਭਿੰਡਰਾਂਵਾਲਾ ਦੋਸ਼ੀ ਨਹੀਂ ਸੀ, ਸਰਕਾਰ ਨੇ ਜਾਣਬੁੱਝ ਕੇ ਸਿੱਖ ਕੌਮ ਨੂੰ ਜਲੀਲ ਕਰਨ ਵਾਸਤੇ ਸਭ ਕੁਝ ਕੀਤਾ। ਨੰਬਰ 1, ਮੈਂ ਤੁਹਾਡੀ ਦੂਜੀ ਗੱਲ ਕਰਦਾ, ਜਿੱਥੋਂ ਤੱਕ ਹਿੰਦੂ ਸਿੱਖ ਮੁਸਲਮਾਨ ਈਸਾਈ ਮਨੁੱਖਤਾ ਤੌਰ ਤੇ ਅਸੀਂ ਸਾਰੇ ਭਰਾ ਇੱਕ ਰੱਬ ਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਮ ਬੜੇ ਮੰਦੇ। ਪਰ ਜਿੱਥੋਂ ਤੱਕ ਅੱਡ-ਅੱਡ ਕੌਮਾਂ ਦੇ ਆਪਣੇ ਸੱਭਿਆਚਾਰਕ ਵਿਰਸੇ ਦੀ ਗੱਲ ਹੈ, ਉੱਥੇ ਅਸੀਂ ਅੱਡ-ਅੱਡ ਕੌਮ ਕੋ ਹਿੰਦੂ ਆਪਣੇ ਤਰੀਕੇ ਨਾਲ ਜ਼ਿੰਦਗੀ ਜੀ ਰਿਹਾ ਹੈ, ਧਾਰਮਿਕ ਸਿੱਖ ਆਪਣੇ ਤਰੀਕੇ। ਇਹ ਗੱਲ ਮੈਂ ਪਹਿਲਾਂ ਹੀ ਕੀਤੀ ਆ ਵੀ ਸਿੱਖ ਰਹਿਤ ਮਰਿਆਦਾ ਗੁਰੂ ਗ੍ਰੰਥ ਸਾਹਿਬ ਦੀ ਹਿੰਦੂ ਸਿੱਖ ਨੂੰ ਉਹਦੇ ਮੁਸਲਮਾਨ ਨੂੰ ਵੀ ਕਹੋ, ਈਸਾਈ ਨੂੰ ਵੀ ਕਹੋ, ਇਹ ਉਸ ਡੈਫੀਨੇਸ਼ਨ ਮੁਸਲਮਾਨ ਸਮਾਜ ਦੀ ਜੋ ਆਪਣਾ ਨਿਯਮ ਹੈ, ਹਿੰਦੂ ਥੋੜੀ ਕਹਿ ਰਿਹਾ ਨਿਯਮ ਬਦਲ ਦੋ। ਫਿਰ ਵੀ ਅਸੀਂ ਹਿੰਦੂ ਸਿੱਖ ਨਜ਼ਦੀਕ ਹੈ, ਅਸੀਂ ਕਬਰ ਮੁੱਢ ਕੇ ਨਹੀਂ ਦਫਨਾ ਰਹੇ। ਇੱਕ ਆਪਣੀ ਅਲੱਗ ਕੌਮ ਹੈ, ਇੱਕ ਆਪਣੀ ਬਿਲਕੁਲ ਤੁਸੀਂ ਹਿੰਦੂਆਂ ਤੋਂ ਦੂਰੀ ਬਣਾ ਕੇ ਰੱਖੋ, ਤੁਸੀਂ ਹਿੰਦੂਆਂ ਨੂੰ ਦੂਰ ਦੱਸੋ, ਤੁਸੀਂ ਜੋ ਮਰਜ਼ੀ ਕਹੀ ਜੋ। ਇਹ ਤੁਹਾਡੀ ਸੋਚ, ਦੇਖੋ ਤੁਹਾਡੀ ਸੋਚ ਉਹਨਾਂ ਦੀ ਗੱਲ ਤੁਸੀਂ ਸਮਝ ਨਹੀਂ, ਜੋ ਚੀਜ਼ ਉਹ ਕਹਿ ਰਹੇ ਕਿ ਜਿਹੜੀ ਧਾਰਾ 25 ਜਿਹੜੀ ਹੈਗੀ ਹੈ ਸੰਵਿਧਾਨ ਦੇ ਵਿੱਚ, ਮੇਨ ਮੰਗਾ ਇਹ ਹੈ ਕਿ ਉਹ ਖਤਮ ਹੋਣੀ ਚਾਹੀਦੀ ਹੈ। ਅਸੀਂ ਕਹਿ ਰਹੇ ਹਾਂ ਕਿ ਉਹ ਕੌਮਾਂ ਅਲੱਗ ਨੇ। ਹਾਂ ਬਸ ਇਹ ਗੱਲ ਤਾਂ ਕਹੀ ਨਹੀਂ, ਇੱਥੇ ਤੱਕ ਮੈਂ ਪੂਰਾ ਸਹਿਮਤ ਹਾਂ। ਮਨੁੱਖਤਾ ਦੇ ਤੌਰ ਤੇ ਅਸੀਂ ਸਾਰੇ ਜਿੰਨੇ ਵੀ ਧਰਮ ਹੈਗੇ ਆ, ਸਾਰੇ ਮਨੁੱਖਤਾ ਦੇ ਤੌਰ ਤੇ ਤੁਸੀਂ ਹਾਮੀ ਹੋ ਨਾ। ਹਾਂ ਬਿਲਕੁਲ ਹਾਮੀ ਹੋ। ਬਿਲਕੁਲ ਤੁਹਾਡੇ ਜਿਹੜੇ ਚੀਫ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ, ਬਿਲਕੁਲ ਉਹ ਪਿਛਲੇ ਦਿਨੀ ਇੱਕ ਭਾਸ਼ਣ ਦਿੰਦੇ ਹੋਏ ਕਹਿ ਰਹੇ ਮਾਇਆਵਤੀ ਨਹੀਂ ਆਈ ਅਸੀਂ ਉਹਦੀ ਦੱਸੋ। ਦੱਸੋ ਇਹ ਲਫ਼ਜ਼ ਉਹਨਾਂ ਤੋਂ ਕਹੇਗਾ, ਉਸ ਤੋਂ ਬਾਅਦ ਦੇਖ ਲਓ ਅੱਗੇ ਚੱਲ ਜਾਓ। ਉਸ ਤੋਂ ਬਾਅਦ ਮੈਂ ਉਹਦਾ ਸਪਸ਼ਟੀਕਰਨ ਦਿੱਤਾ, ਪਰ ਫਿਰ ਵੀ ਲੋਕਾਂ ਨੂੰ ਨਹੀਂ ਹੋਇਆ। ਚੌਥੇ ਉਹ ਮੰਡ ਸਾਹਿਬ ਕੋਲ ਗਏ ਨੇ, ਜਿਹੜੇ ਸਾਡੇ ਜਥੇਦਾਰ ਨੇ, ਉਹਨਾਂ ਨੇ ਉਹਨਾਂ ਤੋਂ ਮਾਫੀ ਮੰਗੀ ਹੈ, ਤੇ ਉਹ ਸਾਰਾ ਪਬਲਿਕ ਚ ਅਸੀਂ ਚਲੋ ਜੇ ਮਾਫੀ ਮੰਗੀ ਅੱਛੀ ਗੱਲ ਹੈ। ਅਸੀਂ ਕੋਈ ਮੈਂ ਇਹ ਕਹਿਣਾ ਚਾਹੁੰਦਾ ਸੀਗਾ ਵੀ ਇੱਕ ਇੰਨੇ ਵਿਦਵਾਨ ਵਿਅਕਤੀ, ਠੀਕ ਹੈ, IPS ਅਗਰ ਆਪਾਂ ਆਪਣੀ ਜ਼ੁਬਾਨ ਤੋਂ ਕਹਿ ਰਹੇ ਹਾਂ, ਗੁਰੂ ਨਾਨਕ ਦੇਵ ਜੀ ਕਹਿ ਰਹੇ ਹੈ ਵੀ ਜਿਤ ਜੰਮੇ ਰਾਜਾਨ ਸੋ ਕਿਉਂ ਮੰਦਾ ਆਖੀਏ, ਤੇ ਇਹੋ ਜਿਹੇ ਸ਼ਬਦਾਂ ਦਾ ਉਪਯੋਗ ਕਰਨਾ, ਇਹਦਾ ਮਤਲਬ ਹੈ ਸਾਡੀ ਪਾਰਟੀ ਸਿਧਾਂਤ ਉੱਪਰ ਹੈ, ਬੰਦਾ ਥੱਲੇ ਹੈ।
ਨਹੀਂ ਮੇਰੇ ਕਹਿੰਦਾ ਮਤਲਬ ਮੇਰੇ ਕਹਿੰਦਾ ਸਿਧਾਂਤ ਨੇ ਕਹਿਤਾ ਵੀ ਤੂੰ ਇਹ ਨਹੀਂ ਕਹਿਣਾ ਸੀਗਾ, ਉਹ ਕਹਿੰਦੇ ਜੀ ਮੈਂ ਮਾਫੀ ਮੰਗਦਾ। ਮੈਂ ਇਹੀ ਗੱਲ ਕਹਿ ਰਿਹਾ ਵੀ ਤੁਸੀਂ ਇਹ ਟੌਪਿਕ ਫਿਰ ਤੋਂ ਉੱਥੇ ਹੀ ਆ ਜਾਣੀ, ਕਿਉਂਕਿ ਇਹਨਾਂ ਗੱਲਾਂ ਦਾ ਫਿਰ ਤੋਂ ਕੋਈ ਅੰਤ ਨਹੀਂ ਹੈ। ਇਹ ਫਿਰ ਤੋਂ ਬਾਲ ਦੀ ਖਾਲ ਲਾਉਣ ਵਾਲੇ ਕੰਮ ਕਰ ਰਹੇ ਹਾਂ ਅਸੀਂ। ਮੈਂ ਮੇਨ ਜਿਸ ਟੌਪਿਕ ਦੇ ਉੱਤੇ ਸੀ ਕਿ ਜੋ ਮਸਲਾ ਅਸੀਂ ਲੈ ਕੇ ਚੱਲੇ ਸੀ ਕਿ ਜੋ ਫੁੱਟ ਇਸ ਵੇਲੇ ਪੰਜਾਬ ਦਾ ਜੋ ਮਾਹੌਲ ਇੱਕ ਜੋ ਵੈਕਿਊਮ ਕ੍ਰੀਏਟ ਕੀਤਾ ਹੋਇਆ ਵਿਦੇਸ਼ਾਂ ਤੋਂ ਲੈ ਕੇ ਪੰਜਾਬ ਤੱਕ ਦੇ ਵਿੱਚ ਖਾਲਿਸਤਾਨ ਨੂੰ ਲੈ ਕੇ, ਜੋ ਇੱਕ ਨਵੀਂ ਨਸਲ ਦੇ ਜ਼ਿਹਨ ਦੇ ਵਿੱਚ ਇਹ ਚੀਜ਼ ਘਰ ਕਰ ਗਈ ਹੈ ਕਿ ਇੱਕ ਨਵਾਂ ਖਿੱਤਾ ਬਣੇਗਾ ਖਾਲਿਸਤਾਨ। ਪੰਜਾਬੀਆਂ ਦੇ ਜ਼ਿਹਨ ਦੇ ਵਿੱਚ ਇੱਕ ਬੱਚਾ ਉੱਤੋਂ ਭਾਵੇਂ ਨਾ ਬੋਲੇ, ਉਹਦੇ ਮਨ 'ਚ ਇਹ ਗੱਲ ਆ ਗਈ। ਨਹੀਂ ਇਹ ਗੱਲ ਗਲਤ ਹੈ, ਹਰ ਸਿੱਖ ਬੱਚਾ ਨਹੀਂ, ਹਰ ਸਿੱਖ ਨਹੀਂ। ਅਗਰ ਐਸੀ ਗੱਲ ਹੁੰਦੀ ਤਾਂ ਜਿਹਨੂੰ ਸਭ ਤੋਂ ਵੱਧ ਵੋਟਾਂ ਪੈ ਰਹੀਆਂ, ਜਿਹਨੂੰ ਸਿੱਖ ਸਮਾਜ ਸਵੀਕਾਰ ਕਰ ਰਿਹਾ, ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਅੱਜ ਨਿੰਦਾ ਨਾ ਕਰਦਾ, ਅੱਜ ਨਿੰਦਾ ਨਹੀਂ ਕਰਦਾ। ਮੈਂ ਉਹੀ ਚੀਜ਼ ਟਾਈਮ ਆਏਗਾ ਤਾਂ ਆਪਾਂ ਟਾਈਮ ਦੇਖਾਂਗੇ, ਫਿਲਹਾਲ ਟਾਈਮ ਇਹ ਹੈ, ਫਿਲਹਾਲ ਟਾਈਮ ਉਹ ਨਾਗਪੁਰ ਦੀ ਤੇ ਦਿੱਲੀ ਦੀ ਹਕੂਮਤ ਦੇ ਨਾਲ ਨਾ, ਉਹ ਗਲਤ ਹੈ, ਉਹ ਗਲਤ ਕਹਿ ਰਹੇ ਹੋ ਤੁਸੀਂ। ਕਹੋਗੇ ਨਾ ਉਹ ਗਲਤ ਕਹੋਗੇ ਨਹੀਂ, ਅਸੀਂ ਤੁਹਾਡੀ ਦੋਸਤੀ ਨਾਗਪੁਰ ਨਾਲ ਹੈ, ਉਹਨਾਂ ਦੀ ਵੀ ਨਾਗਪੁਰ ਨਾਲ ਹੈ। ਨਹੀਂ ਤਾਂ ਇਹ ਹੋ ਸਕਦਾ ਸੀ ਵੀ ਬਾਦਲ ਦੇ ਰਾਜ ਦੇ ਵਿੱਚ ਇਹ ਕਤਲੇਆਮ ਹੁੰਦੇ ਤੇ ਗੁਰੂ ਗ੍ਰੰਥ ਸਾਹਿਬ ਦਾ ਉਹ ਹੁੰਦਾ, ਅਪਮਾਨ ਹੁੰਦਾ। ਤੇ ਬਾਦਲ ਮਤਲਬ ਕਿ ਅੱਜ ਜਿਹੜਾ ਕੱਲ ਬਾਦਲ ਦਾ ਇੱਕ ਬਿਆਨ ਹੈ ਵੀ ਪੁਲਿਸ ਉਹੀ ਇਨਵੈਸਟੀਗੇਸ਼ਨ ਅੱਗੇ ਤੋਰ ਰਹੀ ਹੈ ਜਿਹੜੀ ਅਸੀਂ ਕੀਤੀ ਸੀ। ਪੁਲਿਸ ਤਾਂ ਅੱਜ ਕਹਿ ਰਹੀ ਹੈ ਵੀ ਇਹ ਡੇਰੇ ਸਿਰਸੇ ਵਾਲਿਆਂ ਦਾ ਕੰਮ ਹੈ। ਇਹਦਾ ਮਤਲਬ ਬਾਦਲ ਇਹ ਕਹਿ ਰਿਹਾ ਹੈ ਕਿ ਮੈਨੂੰ ਪਤਾ ਸੀ ਵੀ ਇਹ ਸਿਰਸੇ ਵਾਲਿਆਂ ਦਾ ਕੰਮ ਹੈ, ਪਰ ਵੋਟਾਂ ਉਹਨੇ ਫਿਰ ਸਿਰਸੇ ਵਾਲੇ ਤੋਂ ਲਈਆਂ ਨਹੀਂ। ਪਰ ਸਿੱਖ ਸਮਾਜ ਨੇ ਕਿਉਂ ਪਾਤੀਆਂ? ਜੇ ਤੁਹਾਡੀ ਥਿਊਰੀ ਇੰਨੀ ਠੀਕ ਸੀ, ਤੁਸੀਂ ਆਪਣੀ ਗੱਲ ਸਮਝਾ ਨਹੀਂ ਪਾਏ। ਅਸੀਂ ਸਮਝਾ ਰਹੇ ਨਹੀਂ, ਤੁਹਾਡੀ ਗੱਲ ਸਮਝ ਨਹੀਂ ਰਿਹਾ। ਸ਼ਰਾਬ ਨਸ਼ਾ, ਪੂਰੀ ਸਿੱਖ ਕੌਮ ਨੂੰ ਤੁਸੀਂ ਸ਼ਰਾਬੀ ਕਹਿ ਰਹੇ ਹੋ, ਨਸ਼ੇ ਤੁਰਦੇ ਨੇ, ਪੂਰੀ ਸਿੱਖ ਕੌਮ ਨੂੰ ਤੁਸੀਂ ਸ਼ਰਾਬੀ ਗਰਦਾਨ ਰਹੇ ਹੋ। ਪੰਜਾਬ ਦੇ ਇਹ ਗਲਤ ਹੈ। ਹਾਈ ਕੋਰਟ ਚ ਆ ਗਿਆ, ਪੰਜਾਬ ਦਾ ਡੀਜੀਪੀ ਨਸ਼ੇ ਵਿਕਾਉਂਦਾ ਹੈ। ਨਾ ਇਹ ਹਾਈ ਕੋਰਟ ਚ ਕਿਹਾ ਗਿਆ, ਸਿੱਖ ਕੌਮ ਨੂੰ ਸ਼ਰਾਬੀ ਕਹਿਣਾ ਅਤੀ ਨਿੰਦਣਯੋਗ ਗੱਲ ਹੈ। ਨਹੀਂ, ਡੀਜੀਪੀ ਵਿਕਾ ਰਿਹਾ ਨਸ਼ੇ, ਡੀਜੀਪੀ ਵਿਕਾ ਰਿਹਾ, ਇਹ ਹਾਈ ਕੋਰਟ ਚ ਆਇਆ, ਬਿਲਕੁਲ ਗਲਤ ਹੈ। ਚਟੋਪਾਧਿਆਏ ਉਹ ਵੀ ਡੀਜੀਪੀ ਹੈ, ਸਿਟਿੰਗ ਜੀਪੀ ਕੋਲ ਰਿਟਾਇਰ ਨਹੀਂ ਹੈਗਾ। ਉਹਨੇ ਹਾਈ ਕੋਰਟ ਦੇ ਵਿੱਚ ਸਿੱਧੂ ਨੇ ਤੇ ਜਿਹੜਾ ਐਸਆਈਟੀ ਦਾ ਪੰਜਾਬ ਦਾ ਚੀਫ ਹੈ, ਉਹਨੇ ਤੇ ਚਟੋਪਾਧਿਆਏ ਨੇ ਕਿਹਾ ਦਿਨਕਰ ਗੁਪਤਾ ਤੇ ਸੁਰੇਸ਼ ਅਰੋੜਾ ਆਪ ਨਸ਼ੇ ਵਿਕਾਉਂਦੇ ਨੇ। ਹਾਈ ਕੋਰਟ ਐਕਸ਼ਨ ਕਰੇ ਨਾ, ਉਹ ਤੁਸੀਂ ਕਰਵਾਓ ਨਾ। ਮੈਂ ਤਾਂ ਤੁਹਾਨੂੰ ਦੱਸ ਰਿਹਾ ਵੀ ਹਾਈ ਕੋਰਟ ਚ ਕਿਹਾ ਜਾ ਰਿਹਾ। ਨਹੀਂ ਔਰ ਕੋਰਟ ਖੁੱਲ ਕੇ ਨਹੀਂ ਤੁਹਾਡੇ ਕੋਲ ਕਿਵੇਂ ਆ ਗਈ ਗੱਲਾਂ? ਇਹ ਸਾਰੀਆਂ ਗੱਲਾਂ ਹਾਈ ਕੋਰਟ ਨੂੰ ਸੀਲਬੰਦ ਰਿਪੋਰਟ ਦਿੱਤੀ ਹੈ, ਹਾਈ ਕੋਰਟ ਐਸਆਈਟੀ ਨੇ ਸੀਲਬੰਦ ਰਿਪੋਰਟ ਦਿੱਤੀ, ਤੁਹਾਡੇ ਕੋਲ ਕਿਵੇਂ? ਜੋ ਅਖਬਾਰਾਂ ਚ ਆਇਆ ਇਹ ਚੀਜ਼ਾਂ ਮੀਡੀਆ ਦੇ ਵਿੱਚ ਵੀ ਆਈਆਂ ਨੇ। ਸਾਰੇ ਇੰਨੀ ਵੱਡੀ ਪੋਸਟ ਇਹ ਲਿਖਿਆ ਪਿਆ ਨਾ, ਇਹ ਮੰਨਣ ਵਾਲੀ ਗੱਲ ਨਹੀਂ। ਤੁਸੀਂ ਅਖਬਾਰਾਂ ਤੇ ਜੇ ਹਾਈ ਕੋਰਟ ਚ ਰਿਪੋਰਟ ਹੈ, ਮਾਨਿਓ ਹਾਈ ਕੋਰਟ ਪੇ ਕਾਰਵਾਈ ਕਾਰਵਾਈ ਕਰੇ, ਅਸੀਂ ਕਹਿੰਦੇ ਕਰੇ, ਕਰਨੀ ਚਾਹੀਦੀ ਹੈ। ਦੇਖੋ ਇਸ ਦੇ ਵਿੱਚ ਤਾਂ ਕੋਈ ਦੋ ਰਾਹੇ ਨਹੀਂ ਹੈਗੇ ਪਵਨ ਜੀ। ਤੁਸੀਂ ਮੰਨਦੇ ਹੋਵੋਗੇ ਕਿ ਪੰਜਾਬ ਦੇ ਵਿੱਚ ਜਿੰਨਾ ਕੀ ਪਿਛਲੇ 10-15 ਸਾਲ ਦੇ ਵਿੱਚ ਨਸ਼ੇ ਦਾ ਜਿੰਨਾ ਵਾਧਾ ਕਾਰੋਬਾਰ ਹੋਇਆ ਤੋਂ ਬਿਨਾਂ ਨਸ਼ਾ ਨਹੀਂ ਵੱਧ ਸਕਦਾ। ਬਿਲਕੁਲ ਸਹਿਮਤ ਨਹੀਂ ਮੁੱਕਰ ਸਕਦੇ। ਪੰਜਾਬ ਦੀ ਜਵਾਨ ਪੀੜ੍ਹੀ ਜਿਹੜੇ ਪਾਸੇ ਗਈ ਹੈ, ਕਿਸਾਨੀ ਜਿਹੜੇ ਪਾਸੇ ਗਈ ਹੈ, ਤਬਾਹ ਹੋ ਗਿਆ ਹੈ ਸਭ ਕੁਝ। ਤੇ ਮੈਂ ਸੈਣੀ ਸਾਹਿਬ ਇਹੀ ਕਹਿਣਾ ਚਾਹੁੰਦਾ ਵੀ ਜਿੱਥੇ ਸਾਡੀ ਨੌਜਵਾਨੀ ਤਬਾਹ ਹੋ ਰਹੀ ਹੈ, ਜਿੱਥੇ ਸਾਡੀ ਕਿਸਾਨੀ ਬਰਬਾਦ ਹੋ ਰਹੀ ਹੈ, ਜਿੱਥੇ ਸਾਡੇ ਨਾਲ ਸਮਾਜਿਕ ਤੌਰ ਤੇ ਸਹੀ ਵਿਵਹਾਰ ਨਹੀਂ ਹੋ ਰਿਹਾ, ਅਸੀਂ ਪੰਜਾਬੀਅਤ ਦੀ ਲੜਾਈ ਕਿਉਂ ਨਹੀਂ ਲੜ ਸਕਦੇ? ਅਸੀਂ ਜੇ ਕਿਸਾਨ ਜਿਹੜੀ ਹਾਰੀ ਜ਼ਰੂਰ ਹੈ, ਜਮਾਨਤਾਂ ਜ਼ਬਤ ਕਰਾਈ ਨਾ, ਪਰ ਨਸ਼ੇ ਨਹੀਂ ਮੰਡੇ, ਇਹ ਵੀ ਰਿਕਾਰਡ। ਮੈਂ ਕਹਿੰਦਾ ਬੜੀ ਅੱਛੀ ਗੱਲ ਹੈ, ਪਰ ਮੈਂ ਕਹਿੰਦਾ ਖਾਲਿਸਤਾਨ ਦੀ ਗੱਲ ਕਰਨ ਦੀ ਬਜਾਏ ਅਸੀਂ ਕਿਸਾਨਾਂ ਦੀ ਗੱਲ ਕਿਉਂ ਨਹੀਂ ਕਰਦੇ? ਅਸੀਂ ਨੌਜਵਾਨਾਂ ਦੀ ਗੱਲ ਕਿਉਂ ਨਹੀਂ ਕਰਦੇ? ਅਗਰ ਜੇ ਹੁਕੂਮਤ ਦੇ ਅੰਦਰ ਰਹਿ ਕੇ ਸਾਨੂੰ ਆਜ਼ਾਦੀ ਨਹੀਂ ਮਿਲ ਸਕਦੀ। ਹਿੰਦੂ ਹਕੂਮਤ ਕਿੱਥੋਂ ਆ ਗਈ? ਹਿੰਦੂ ਹਕੂਮਤ ਕਿੱਥੋਂ ਆ ਗਈ? ਜੇ ਹਿੰਦੂ ਹਕੂਮਤ ਹੁੰਦੀ ਤਾਂ ਫਿਰ ਰਾਮ ਜਨਮ ਭੂਮੀ ਦੇ ਜੁਨੈਦ ਨਹੀਂ ਸੀ ਮਾਰਿਆ ਜਾਂਦਾ। ਇੱਕ ਮਿੰਟ ਆਮ ਲੋਕਾਂ ਨੂੰ ਖਾਣ ਪੀਣ ਦੇ ਪਾਬੰਦੀ, ਮੈਂ ਕਹਿੰਦਾ ਤੁਸੀਂ ਇਹ ਨਹੀਂ ਖਾਣ ਪੀਣ ਦੀ ਪਾਬੰਦੀ। ਤੁਸੀਂ ਕਹਿ ਰਹੇ ਹੋ ਕਿ ਗਊ ਮਾਸ ਖਾਓ, ਨਹੀਂ ਜਿਹੜਾ ਖਾਂਦਾ ਉਹ ਖਾਵੇ। ਕਿਵੇਂ ਖਾਏਗਾ? ਡੈਮੋਕ੍ਰੇਸੀ ਹੈ ਮੇਰੇ ਵੀਰ। ਡੈਮੋਕ੍ਰੇਸੀ ਤਾਂ ਫਿਰ ਬਹੁਤ ਕੁਝ ਹੈ। ਹਾਂ ਦੇਖੋ ਜੇ ਆਪਣੇ ਆਪ ਨੂੰ ਤੁਸੀਂ ਗੁਰੂ ਸਿਧਾਂਤਾਂ ਤੋਂ ਉੱਪਰ ਜਾ ਰਹੇ ਹੋ। ਜੇ ਆਪਣੇ ਆਪ ਨੂੰ ਜਿਹੜੇ ਕੂਕਾ ਲਹਿਰ ਦੇ ਤੋਪਾਂ ਚ ਜਿਹੜਾ ਬੰਦਾ ਜੋ ਖਾਂਦਾ ਖਾਣ ਦੋ, ਜਿਹੜਾ ਨੇ ਉਹਦਾ ਪਾਪ ਉਹ ਭੁਗਤੂਗਾ। ਜਿਹੜੇ ਗੁਰੂਆਂ ਨੇ ਕਿਹਾ ਕਿ ਗਰੀਬ ਔਰ ਗਊ ਦੀ ਰਾਖੀ ਦੇ ਲਈ ਬਿਲਕੁਲ ਨਹੀਂ ਕਿਹਾ। ਗਊ ਚਲੋ ਬਹੁਤ ਸਾਡੇ ਲਈ ਬਹੁਤ ਵਧੀਆ ਜਾਨਵਰ ਹੈ, ਬਹੁਤ ਵਧੀਆ ਗੱਲ ਹੈ। ਜਿਹੜੇ ਵਿਊਅਰ ਸੁਣ ਰਹੇ ਹੋ ਸੁਣ ਲਓ ਕਿ ਗੁਰੂ ਜੀ ਨੇ ਨਹੀਂ ਕਿਹਾ ਕਿ ਗਰੀਬ ਔਰ ਗਊ ਦੀ ਰਾਖੀ ਕਰਨੀ ਹੈ। ਗਰੀਬ ਦੀ ਕਹੀ ਹੈ, ਇਹ ਗਊ ਦੀ ਰਾਖੀ, ਗਊ ਦੀ ਨਹੀਂ ਕਹੀ। ਹਾਂ ਬਸ ਠੀਕ ਹੈ, ਗਰੀਬ ਦੀ ਕਹੀ। ਮੈਂ ਜਾਣਕਾਰ ਨਹੀਂ ਹੈਗਾ, ਮੈਨੂੰ ਗੁਰੂ ਗ੍ਰੰਥ ਸਾਹਿਬ ਦਾ ਨਹੀਂ ਪਤਾ। ਜੋ ਮੈਂ ਸੁਣਿਆ ਗੁਰੂ ਗ੍ਰੰਥ ਸਾਹਿਬ ਬਾਰੇ ਉਹ ਜਵਾਬ ਦਿਆ। ਗੁਰੂ ਗ੍ਰੰਥ ਸਾਹਿਬ 'ਚ ਇਹ ਲੈਣ ਨਾ ਗਰੀਬ ਵਾਲੀ ਹੈ ਨਾ ਗਊ ਵਾਲੀ ਹੈ। ਸਿਰਫ ਇਹ ਆ ਵੀ ਸਾਡਾ ਇੱਕ ਸਿਧਾਂਤ ਹੈ ਕਿ ਅਸੀਂ ਗਰੀਬ ਦੀ ਮਦਦ ਕਰਦੇ ਹਾਂ। ਹਾਂ ਹੁਣ ਤਾਜ਼ਾ ਉਦਾਹਰਨ ਲੈ ਲਓ, ਮਤਲਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਲਿਖਿਆ ਗਊ ਔਰ ਗਰੀਬ। ਰਵੀ ਸਿੰਘ ਤਾਂ ਸਾਰੀ ਦੁਨੀਆ 'ਚ ਸੇਵਾ ਹੀ ਕਰਦਾ ਨਾ। ਰਵੀ ਸਿੰਘ
ਖਾਲਸਾ ਏਡ ਵਾਲਾ, ਸਾਰੀ ਦੁਨੀਆ ਦੇ ਵਿੱਚ ਉਹ ਸੇਵਾ ਹੀ ਕਰਦਾ ਹੈ। ਉਹਦੇ ਤੇ ਹਿੰਦੁਸਤਾਨ ਦੇ ਕੁਝ ਲੀਡਰ ਇਸ ਕਰਕੇ ਦੋਸ਼ ਲਾਇਆ, ਤੂੰ ਰੋਹਿੰਗਿਆ ਦੀ ਮਦਦ ਕਿਉਂ ਕਰਦਾ? ਉਹ ਕਹਿੰਦਾ ਮੈਂ ਤਾਂ ਇਨਸਾਨੀਅਤ ਦੀ ਮਦਦ ਕਰਦਾ। ਫਿਰ ਇੰਡੀਆ ਨੇ ਕਿਹਾ, ਹੁਣ ਰਵੀ ਸਿੰਘ ਬਾਰੇ ਤੁਸੀਂ ਸਟੱਡੀ ਕੀਤਾ ਹੋਵੇਗਾ, ਉਹ ਤਾਂ ਸਿਰਫ 15 ਸਾਲ ਤੋਂ ਲੋਕਾਂ ਦੀ ਜਿੱਥੇ ਭੁਚਾਲ ਆ ਗਿਆ, ਜਿੱਥੇ ਗਰੀਬੀ ਆ ਗਈ, ਚਾਹੇ ਉਹ ਸੁਡਾਨ ਹੈ, ਚਾਹੇ ਉਹ ਸੀਰੀਆ, ਚਾਹੇ ਉਹ ਬਰਮਾ ਹੈ, ਜਿੱਥੇ ਵੀ ਉਹਨੇ ਸੇਵਾ ਹੀ ਕੀਤੀ ਹੈ। ਬਿਲਕੁਲ। ਨੇਪਾਲ ਹੈ, ਜਿੱਥੇ ਵੀ ਕਿਤੇ ਹੋਇਆ, ਇਰਰਿਸਪੈਕਟਿਵ ਆਫ ਦ ਰਿਲੀਜਨ। ਪਰ ਹਿੰਦੁਸਤਾਨ ਦੀ ਸਰਕਾਰ ਨੇ ਕਿਹਾ ਅਸੀਂ ਤੁਹਾਨੂੰ ਗ੍ਰੇਟ ਇੰਡੀਅਨ ਦਾ ਖਿਤਾਬ ਦੇਣਾ ਚਾਹੁੰਦੇ ਹਾਂ। 1 ਮਹੀਨੇ ਦੀ ਗੱਲ ਹੈ। ਬਿਲਕੁਲ ਨਿਊਜ਼ ਦੇ ਵਿੱਚ ਰਵੀ ਸਿੰਘ ਨੇ ਕਿਹਾ ਵੀ ਬਿਲਕੁਲ ਮੈਂ ਡਿਨਾਈ ਕਰਦਾ, ਮੈਂ ਉਸ ਦੇਸ਼ ਦਾ ਖਿਤਾਬ ਲੈਣ ਦੇ ਬਿਲਕੁਲ ਹੱਕ ਨਹੀਂ, ਮੈਂ ਆਪਣਾ ਨੂੰ ਇੰਡੀਅਨ ਵੀ ਨਹੀਂ ਕਹਾਉਂਦਾ। ਮੈਂ ਉਸ ਦਿਨ ਆਪਣੇ ਆਪ ਨੂੰ ਇੰਡੀਅਨ ਕਹਾਊਂਗਾ ਜਿਸ ਦਿਨ ਇੰਡੀਆ ਗਵਰਨਮੈਂਟ ਐਲਾਨ ਕਰੇਗੀ ਕਿ ਦਿੱਲੀ ਦੇ ਕਤਲੇਆਮ ਵਾਲੇ ਬੰਦੇ ਅੰਦਰ ਕੀਤੇ ਕਰ ਦਿੱਤੇ। ਸਿੱਖ ਇੱਕ ਅੱਡ ਕੌਮ ਹੈ, ਇਹ ਉਹਦੀ ਮੰਗ ਹੈ ਅੱਜ ਰਵੀ ਸਿੰਘ ਦੀ, ਜਿਹੜੀ ਮੈਂ ਪਹਿਲਾਂ ਦੁਹਰਾਈ ਹੈ। ਸਾਡੀ ਤਾਂ 35 ਸਾਲ ਤੋਂ ਹੈ ਨਾ, ਉਹਦੀ ਅੱਜ ਇਹ 20 ਦਿਨ ਪਹਿਲਾਂ ਦੀ ਹੈ, ਕਰੇਗੀ। ਤੇ ਤੀਜਾ ਇੱਕ ਹੋਰ ਨੇ ਕਿਹਾ, ਤਿੰਨੇ ਗੱਲਾਂ ਜੇ ਕਰੇਗੀ ਤਾਂ, ਨਹੀਂ ਤਾਂ ਮੈਂ ਆਪਣਾ ਨੂੰ ਇੰਡੀਅਨ ਨਹੀਂ ਕਹਾਂਗਾ। ਉਹ ਤਾਂ ਸੇਵਾ ਹੀ ਕਰ ਰਿਹਾ। ਮਤਲਬ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਪਕੜਿਆ ਜਾਏ, ਇਹ ਕੋਈ ਸ਼ਿਵ ਸੈਨਾ ਹਿੰਦੁਸਤਾਨ ਵਿਰੋਧ ਨਹੀਂ ਕਰਦੀ। ਮੈਂ ਇਹ ਨਹੀਂ ਲੇਕਿਨ ਨਹੀਂ ਜਾ ਰਿਹਾ ਨਾ, ਅਸੀਂ ਇਹ ਵੀ ਤੁਸੀਂ ਕੋਈ ਧਰਨਾ ਦਿੱਤਾ? ਬਿਲਕੁਲ ਅਸੀਂ ਨਾਲ ਹੈ ਨਾ, ਤੁਸੀਂ ਧਰਨਾ ਦਿੱਤਾ ਹੈ ਦਿੱਲੀ ਜਾ ਕੇ, ਕਿਉਂ ਨਹੀਂ ਫੜਦੇ ਸਿੱਖਾਂ ਦੇ ਕਾਤਲਾਂ ਨੂੰ? ਮੇਰੀ ਇੱਕ ਗੱਲ ਦਾ ਜਵਾਬ ਤੁਸੀਂ ਇਹ ਕਦੇ ਦਿੱਤਾ? ਮੈਨੂੰ ਇੱਕ ਗੱਲ ਦਾ ਜਵਾਬ ਜਾਂ ਸ਼ਿਵ ਸੈਨਾ ਨੇ ਦਿੱਤਾ? ਨਹੀਂ ਸਿੱਖ, ਇਹ ਗੱਲ ਮੈਂ ਤੁਹਾਡੀ ਮੰਨਦਾ ਕਿ ਬੰਬੇ ਦੇ ਵਿੱਚ ਕਤਲੇਆਮ ਨਹੀਂ ਹੋਇਆ, ਇਹ ਮੈਂ ਮੰਨਦਾ। ਮੈਂ ਇੱਕ ਗੱਲ ਦਾ ਜਵਾਬ ਦੋ, ਸਿੱਖ ਅਸਮਰਥ ਹੈ ਕਿ ਉਹਨਾਂ ਨੂੰ ਸ਼ਿਵ ਸੈਨਾ ਦੇ ਧਰਨੇ ਦੇ ਨਹੀਂ ਤੁਸੀਂ ਆਪਣਾ ਫਰਜ਼ ਨਹੀਂ ਦੁੱਖ ਮਹਿਸੂਸ ਕਰਦੇ ਹੋ ਨਾ। ਮੈਂ ਭਰਾਵਾਂ ਵਾਲੀ ਗੱਲ ਕਰ ਰਹੀ ਤੁਸੀਂ ਦੁੱਖ ਮਹਿਸੂਸ ਕਰਦੇ ਹੋ ਮਨੁੱਖੀ ਤੌਰ ਤੇ ਤੁਸੀਂ ਦੁੱਖ ਮਹਿਸੂਸ ਕਰਦੇ ਹੋ ਨਾ, ਸਿੱਖਾਂ ਦਾ ਕਤਲੇਆਮ ਹੋਇਆ, ਤੁਸੀਂ ਜਾ ਕੇ ਧਰਨਾ ਦਿਓ। ਕਿਉਂ ਦਈਏ? ਸਿੱਖ ਸਮਾਜ ਧਰਨਾ ਦੇ ਰਿਹਾ, ਪ੍ਰਦਰਸ਼ਨ ਕਰ ਰਿਹਾ। ਹਾਂ, ਫਿਰ ਸਿੱਖ ਅਸੀਂ ਨਾਲ ਹੈ, ਅਸੀਂ ਨਾਲ ਹੈ। ਇੱਥੇ ਬੈਠ ਕੇ ਮੇਰੀ ਗੱਲ ਸੁਣੋ, 35,000 ਹਿੰਦੂ ਇੱਥੇ ਮਾਰੇ, ਬੱਸਾਂ ਚੋਂ ਲਾ ਕੇ ਮਾਰੇ, ਗਲਤ ਮਾਰੇ ਜਿਹਨੇ ਮਾਰੇ, ਉਹਨਾਂ ਨੂੰ ਆਪਾਂ ਸਿੰਘ ਸਾਹਿਬ ਦਾ ਖਿਤਾਬ ਦੇ ਰਹੇ, ਉਹਨਾਂ ਨੂੰ ਆਪਾਂ ਬਿਲਕੁਲ ਨਹੀਂ ਦੇ ਰਹੇ, ਜਿਹਨੇ ਇਨੋਸੈਂਟ ਮਾਰਿਆ। ਗੱਲ ਗਲਤ ਹੋਈ ਹੈ। ਮਾਨ ਸਾਹਿਬ ਦੇ ਉੱਤੇ ਇਸ ਪਟਿਆਲੇ ਦੀ ਅਦਾਲਤ ਦੇ ਉੱਤੇ ਇੱਕ ਕੇਸ ਚੱਲਿਆ, ਮੈਂ ਤੁਹਾਡੀ ਗੱਲ ਦਾ ਜਵਾਬ ਇਨਡਾਇਰੈਕਟ ਦੇ ਰਿਹਾ ਕਿ ਉਹਨਾਂ ਨੇ ਕਿਹਾ ਭਗਤ ਸਿੰਘ ਨੂੰ ਮੈਂ ਠੀਕ ਨਹੀਂ ਮੰਨਦਾ ਕਿਉਂਕਿ ਉਹਨੇ ਇਨੋਸੈਂਟ ਬੰਦੇ ਮਾਰੇ ਨੇ। ਭਗਤ ਸਿੰਘ ਨੇ ਮਾਰੇ ਨਹੀਂ ਇਨੋਸੈਂਟ, ਕਿਹੜੇ ਮਾਰਦੇ? ਫਿਰ ਇਹ ਅਦਾਲਤ ਨੂੰ ਨਹੀਂ, ਭਗਤ ਸਿੰਘ ਨੇ ਕਿਹੜੇ ਇਨੋਸੈਂਟ ਮਾਰੇ? ਅਦਾਲਤ ਨੇ ਫਿਰ ਕਿਉਂ ਬਰੀ ਕਰਤਾ ਮਾਨ ਨੂੰ? ਕਿਹਨੂੰ? ਮਾਨ ਸਾਹਿਬ ਨੂੰ। ਅਦਾਲਤ ਦੇ ਆਪਣੇ ਪ੍ਰੋਸੀਜਰ, ਅਦਾਲਤ ਦੇ ਆਪਣੇ ਪ੍ਰੋਸੀਜਰ ਉਹਨੇ ਚੰਨਣ ਸਿੰਘ ਹੌਲਦਾਰ ਤੇ ਇੱਕ ਜਿਹੜਾ ਉਹ ਅਫਸਰ ਲੱਗ ਕੇ ਆਇਆ ਸੀ, ਉਹ ਗਲਤੀ ਵਿੱਚ ਮਾਰਿਆ ਭਗਤ ਸਿੰਘ ਨੇ ਨਾ। ਉਹ ਅਫਸਰ 4 ਦਿਨ ਪਹਿਲਾਂ ਜੁਆਇਨ ਕੀਤਾ ਸੀ, ਉਹਨੇ ਕੋਈ ਜਲਿਆਂਵਾਲੇ ਬਾਗ ਦੇ ਉੱਤੇ ਤਾਂ ਇਤਿਹਾਸ ਦੀ ਕਿਤਾਬ 'ਚ ਲਿਖਿਆ ਪਿਆ ਨਾ। ਮੈਂ ਤਾਂ ਕਹਿੰਦਾ ਵੀ ਉਹਨੇ ਇਨੋਸੈਂਟ ਬੰਦੇ ਮਾਰੇ। ਮੈਂ ਕਹਿੰਦਾ ਵੀ ਜਿਹੜਾ ਅਸੀਂ ਭਗਤ ਸਿੰਘ ਨੂੰ ਵੀ ਇਸ ਗੱਲ ਦੇ ਉੱਤੇ ਸਵਾਲ ਕਰ ਸਕਦੇ ਹਾਂ, ਅਸੀਂ ਉਹਨਾਂ ਨਾਲ ਕਿਵੇਂ ਖੜ ਜਾਗੇ ਜਿਨ੍ਹਾਂ ਨੇ ਹਿੰਦੂਆਂ ਨੂੰ ਤੁਸੀਂ ਕਹਿੰਦੇ ਹੋ ਵੀ ਜਿਹਨੇ ਮਾਰਿਆ ਜੋ ਵੀ ਆ ਉਹ ਗਲਤ ਹੈ। ਮੈਂ ਤੁਹਾਡੇ ਬਿਆਨ ਦਾ ਸਵਾਗਤ ਕਰਦਾ, ਉਹ ਗਲਤ ਹੈ। ਔਰ ਦੂਸਰੀ ਗੱਲ, ਜਿਹਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਹੈ ਉਹ ਵੀ ਗਲਤ ਹੈ। ਨਹੀਂ, ਦਰਬਾਰ ਸਾਹਿਬ ਤੇ ਹਮਲਾ ਗਲਤ ਹੋਇਆ, ਲੇਕਿਨ ਪ੍ਰਸਥਿਤੀਆਂ ਕਿਉਂ ਤੁਹਾਡੀ ਗੱਲ ਮੰਨੀ ਜਾਈਏ ਫਿਰ ਤਾਂ ਅਸੀਂ ਠੀਕ ਹਾਂ। ਮੈਂ ਕਹਿ ਰਿਹਾ ਇਹ ਸ਼ਾਮਦਾਮ ਭੇਡ ਦੰਡ ਤੁਸੀਂ ਬਹੁਤ ਮੈਂ ਕਹਿ ਰਿਹਾ ਦਰਬਾਰ ਸਾਹਿਬ ਤੇ ਹਮਲਾ ਹੋਇਆ ਗਲਤ ਹੈ, ਨਿੰਦਣਯੋਗ ਨਹੀਂ ਚੱਲ ਸਕਦਾ। ਪਰ ਅਸੀਂ ਆਪਣੀ ਅਜ਼ਮਤ ਨੂੰ ਸਮਝ ਚੁੱਕੇ ਹਾਂ, ਇਸ ਤਰ੍ਹਾਂ ਅਸੀਂ ਆਪਣੀ ਕੌਮ ਖਤਮ ਨਹੀਂ ਕਰ ਸਕਦੇ। ਕੌਮ ਤੁਹਾਡੇ ਕਹਿਣ ਨਾਲ ਨਹੀਂ ਖਤਮ ਹੋ ਰਹੀ, ਬਿਲਕੁਲ ਕੋਈ ਕੌਮ ਇਸ ਤਰ੍ਹਾਂ ਨਹੀਂ ਖਤਮ। ਜਿੰਨੇ ਸਾਡੀ ਡਿਊਟੀ ਹੈ ਅਸੀਂ ਜਾਵਾਂਗੇ, ਤੁਸੀਂ ਆਪਣੀ ਡਿਊਟੀ। ਕੌਮ ਨਹੀਂ ਖਤਮ ਹੋ ਰਹੀ, ਤੁਸੀਂ ਆਪਣਾ ਉਹ ਦੇਖੋ ਵੀ ਤੁਹਾਡਾ ਕੌਮ ਨਹੀਂ ਖਤਮ ਹੋ ਰਹੀ। ਅਕਾਲ ਤਖਤ ਸਾਹਿਬ ਤੋਂ ਸਿਰਸਾ ਵਾਲੇ ਬਾਬੇ ਨੂੰ ਮਾਫ ਕਰਵਾਇਆ, ਨਾਗਪੁਰ ਤੋਂ ਆਰਡਰ ਆ ਰਹੇ ਨੇ, ਅਜੇ ਕੌਮ ਨਹੀਂ ਖਤਮ ਹੋ ਰਹੀ। ਨਹੀਂ ਹਿੰਦੂਆਂ ਨੇ ਆਰਡਰ ਦਿੱਤੇ, ਹੋਰ ਕੀ? ਨਹੀਂ, ਉਹ ਤਾਂ ਹੀ ਤੁਹਾਡੀ ਕੌਮ ਹੈ, ਤੁਹਾਡਾ ਅਕਾਲ ਤਖਤ ਹੈ, ਤੁਹਾਡਾ ਜਥੇਦਾਰ ਹੈ। ਸਾਨੂੰ ਪਤਾ ਵੀ ਤਾਂ ਹੈ ਨਾ, ਸਾਨੂੰ ਪਤਾ ਵੀ ਤਾਂ ਹੈ ਨਾ ਉੱਥੇ ਹੋ ਕੀ ਰਿਹਾ ਹੈ। ਇਹ ਕਹਿਣ ਦਾ ਭਾਵ ਇਹੀ ਹੈ ਕਿ ਸਿੱਖੀ ਜਿਹੜੀ ਧਾਰਮਿਕ ਸੰਸਥਾਵਾਂ ਨੇ ਉਹ ਵੀ ਕਿਤੇ ਨਾ ਕਿਤੇ ਪਿੱਛੋਂ ਕਠਪੁਤਲੀ ਬਣੀਆਂ ਹੋਈਆਂ ਨੇ ਹਿੰਦ ਸਰਕਾਰ ਦੀਆਂ, ਜਿਸ ਦੇ ਕਰਕੇ ਪੂਰੀ ਸਿੱਖ ਕੌਮ ਨੂੰ ਢਾਹ ਲਾਈ ਜਾ ਰਹੀ ਹੈ। ਸਿੰਪਲ ਜੋ ਗੱਲਾਂ ਉਹ ਡਾਇਰੈਕਟ ਵੇ ਤੁਹਾਨੂੰ ਨਹੀਂ ਕਹਿ ਰਹੇ, ਮੈਂ ਤੁਹਾਨੂੰ ਸਿੰਪਲ ਸ਼ਬਦਾਂ ਦੇ ਵਿੱਚ ਉਹ ਸਵਾਲ ਸਮਝਾ ਦੇਣਾ। ਉਹਨਾਂ ਦੇ ਕਹਿਣ ਦਾ ਇਹ ਮਤਲਬ ਹੈ ਉਹ ਸੰਸਥਾਵਾਂ ਕਠਪੁਤਲੀ ਹੈ ਕਿ ਨਹੀਂ, ਉਹ ਤਾਂ ਉਹ ਜਵਾਬ ਦੇਣਗੇ। ਮੈਂ ਤਾਂ ਉਹਨਾਂ ਦਾ ਸਪੋਕਸ ਪਰਸਨ ਹੈ ਨਹੀਂ, ਮੈਂ ਤਾਂ ਆਪਣਾ ਸਟੈਂਡ, ਆਪਣੀ ਪਾਰਟੀ ਦਾ ਸਟੈਂਡ ਦੀ ਗੱਲ ਕੀਤੀ ਹੈ, ਗੱਲ ਕਰ ਸਕਦਾ। ਜਿਸ ਉਸ ਦਰਦ ਲਈ ਜਿਹੜਾ ਜ਼ਿੰਮੇਵਾਰ ਹੈ ਉਹ ਜਵਾਬ ਦੇਵੇ। ਤੁਸੀਂ ਬੈਠੇ ਹੋ, ਤੁਹਾਡੇ ਨਾਲ ਗੱਲ ਹੋ ਰਹੀ ਹੈ, ਕੋਈ ਹੋਰ ਬੈਠੇ ਹੋ ਉਹਦੇ ਨਾਲ। ਨਹੀਂ, ਮੈਂ ਕਿਹਾ ਮੈਂ ਅਕਾਲ ਤਖਤ ਦਾ ਸਪੋਕਸ ਪਰਸਨ ਨਹੀਂ ਹੈਗਾ ਨਾ। ਮੈਂ ਉਹ ਗੱਲ ਕਹਿੰਦਾ, ਮੈਂ ਕਿਹਾ ਸਾਡੇ ਜਿਹੜੇ ਦੁੱਖ ਨੇ ਉਹਨਾਂ 'ਚ ਇਹ ਵੀ ਇੱਕ ਦੁੱਖ ਹੈ, ਕਿਉਂਕਿ ਸਾਡੀ 500 ਸਾਲ ਦੀ ਰਵਾਇਤ ਹੈ, ਉਹਦੇ 'ਚ ਇਹ ਗੱਲ ਹੋਈ ਹੀ ਨਹੀਂ। ਜਿਹੜੀਆਂ ਬਾਦਲ ਨਾਗਪੁਰ ਦੇ ਹੁਕਮ, ਕਿਉਂਕਿ ਉਹ ਬੀਜੇਪੀ ਨਾਲ ਜੁੜਿਆ ਪਿਆ ਨਾ, ਇਹ ਤੁਹਾਨੂੰ ਪਤਾ ਹੈ ਨਾ। ਮੈਂ ਦੇਖੋ ਬੀਜੇਪੀ ਨਾਲ ਜੁੜਨਾ ਇੱਕ ਰਾਜਨੀਤਿਕ ਗੱਠਜੋੜ ਹੈ, ਰਾਜਨੀਤਿਕ ਗੱਠਜੋੜ ਦੇ ਵਿੱਚੋਂ ਤੁਸੀਂ ਕੱਲ ਬਹੁਜਨ ਸਮਾਜ ਪਾਰਟੀ ਨਾਲ ਜੁੜ ਸਕਦੇ ਹੋ, ਤੁਸੀਂ ਕੱਲ ਕਿਸੇ ਹੋਰ ਪਾਰਟੀ ਨਾਲ ਜੁੜੋ ਤਾਂ ਰਾਜਨੀਤਿਕ ਗੱਠਜੋੜ ਹੈ। ਰਾਮ ਸਾਹਿਬ ਨਾਲ ਜੁੜੇ ਹੋਏ ਆ, ਉਹ ਤਾਂ ਰਾਜਨੀਤਿਕ ਗੱਠਜੋੜ ਹੈ ਨਾ। ਤੁਸੀਂ ਉਹਨਾਂ ਦੇ ਧਾਰਮਿਕ ਰਵਾਇਤਾਂ ਤਾਂ ਨਹੀਂ ਅਪਣਾ ਲੋਗੇ ਉਹਨਾਂ ਦੀਆਂ। ਉਹ ਅਪਣਾ ਗਿਆ ਨਾ। ਕੌਣ?
ਬਾਦਲ ਸਾਹਿਬ। ਇਹ ਤਾਂ ਬਾਦਲ ਸਾਹਿਬ ਜਵਾਬ ਦੇਣ, ਮੈਂ ਥੋੜੀ ਦੇਣਾ, ਜਾਂ ਬੀਜੇਪੀ ਵਾਲੇ ਚਲੋ ਹੈ ਨਾ ਸਾਡਾ ਇਹ ਜਵਾਬ ਵੀ ਅਗਰ ਮੌਕਾ ਮਿਲਿਆ ਤਾਂ ਸਾਰਾ ਤੋਂ ਲੈਣ ਦੀ ਕੋਸ਼ਿਸ਼ ਕਰਾਂਗੇ, ਇਕੱਠੇ ਕਰਨ ਦੀ ਕੋਸ਼ਿਸ਼ ਕਰਾਂਗੇ। ਫਿਲਹਾਲ ਮੈਂ ਇੱਥੇ ਸਿਰਫ ਇੱਕ ਗੱਲ ਸਪਸ਼ਟ ਕਰਨਾ ਚਾਹਨਾ ਵੀ ਸ੍ਰੀ ਹਰਿਮੰਦਰ ਸਾਹਿਬ ਤੇ ਜੋ ਹਮਲਾ ਹੋਇਆ, ਫੌਜੀ ਹਮਲਾ ਹੋਇਆ, ਦੁਰਭਾਗਯਪੂਰਨ ਸੀਗਾ, ਬੇहद ਅਫਸੋਸਨਾਕ ਘਟਨਾ ਸੀ। ਪਰ ਜਿਨ੍ਹਾਂ ਨੇ ਉਹ ਪ੍ਰਸਥਿਤੀਆਂ ਬਣਾਈਆਂ, ਜਿਨ੍ਹਾਂ ਨੇ ਉਸ ਨੂੰ ਕਿਲੇ ਦੇ ਰੂਪ ਚ ਪਰਿਵਰਤਿਤ ਕੀਤਾ, ਉਹ ਲੋਕ ਵੀ ਇਸ ਘਟਨਾ ਲਈ ਬਰਾਬਰ ਦੇ ਜ਼ਿੰਮੇਦਾਰ ਸੀ। ਹੁਣ ਮੈਨੂੰ ਆਪਣੀ ਗੱਲ ਕਹਿਣ ਦਿਓ ਜੀ। ਬਿਲਕੁਲ, ਮੈਂ ਇਹ ਗੱਲ ਕਹਿਣਾ, ਪਵਨ ਜੀ ਨੇ ਆਪਣੀ ਗੱਲ ਕਹਿਤੀ, ਮੈਂ ਕਹਿਣਾ ਦਰਬਾਰ ਸਾਹਿਬ ਤੇ ਹਮਲਾ ਜਿਸ ਨੇ ਵੀ ਕੀਤਾ, ਦੂਜੀਆਂ ਐਟਮੀ ਪਾਵਰਾਂ ਨੂੰ ਨਾਲ ਲੈ ਕੇ ਕੀਤਾ, ਉਹ ਬਿਲਕੁਲ ਮਨੁੱਖਤਾ ਦੇ ਉਲਟ ਸੀ। ਅੱਜ ਤੋਂ ਬਾਅਦ ਵੀ ਜੇ ਕੋਈ ਹਮਲਾਵਰ ਹੋ ਕੇ ਆਊਗਾ ਤਾਂ ਉਹਦੇ ਨਾਲ ਵੀ ਜਿੰਨਾ ਕਿ ਸਾਡੀ ਉਸ ਵਕਤ ਪਾਵਰ ਹੋਏਗੀ, ਜੇ ਸੰਤ ਜਰਨੈਲ ਸਿੰਘ ਕੋਲ ਜਿੰਨੀ ਪਾਵਰ ਸੀ ਉਹਨੇ ਮੁਕਾਬਲਾ ਕੀਤਾ, ਜਿੰਨੀ ਸਾਡੇ ਕੋਲ ਜਾਂ ਸਾਡੇ ਬੱਚਿਆਂ ਕੋਲ ਪਾਵਰ ਹੋਏਗੀ ਉਹ ਵੀ ਉਸੇ ਤਰ੍ਹਾਂ ਹੀ ਮੁਕਾਬਲਾ ਕਰਨਗੇ। ਨਾਲ ਪ੍ਰੋਫੈਸਰ ਸਾਹਿਬ ਇਹ ਵੀ ਕਹਿ ਦੇਣ ਕਿ ਪ੍ਰਸਥਿਤੀਆਂ ਦਾ ਨਿਰਮਾਣ ਨਹੀਂ ਕੀਤਾ ਜਾਏਗਾ, ਹਾਲਾਤ ਨਹੀਂ ਬਣਾਏ ਜਾਣਗੇ, ਪ੍ਰਸਥਿਤੀਆਂ ਨਹੀਂ ਬਣਾਈਆਂ, ਬੰਬ ਬੰਦੂਕ ਨਹੀਂ ਇਕੱਠੇ ਕੀਤੇ ਜਾਣਗੇ। ਅਗਰ ਬੰਬ ਬੰਦੂਕ ਉੱਥੇ ਨਹੀਂ ਇਕੱਠੇ ਹੋਣਗੇ, ਸ਼ਿਵ ਸੈਨਾ ਪਹਿਲੀ ਕਤਾਰ 'ਚ ਖੜੀ ਹੋ ਕੇ ਵਿਰੋਧ ਕਰੇਗੀ। ਕਨਵਰਟ ਕਰਨਗੇ, ਟੈਂਕ ਤੇ ਬੰਬ ਲੈ ਕੇ ਆਉਣਗੇ, ਜਹਾਜ਼ ਲੈ ਕੇ ਆਉਣਗੇ, ਬੰਦੂਕ ਦਰਬਾਰ ਸਾਹਿਬ 'ਚ ਜਮ੍ਹਾਂ ਨਹੀਂ ਹੋਣਗੇ, ਕੋਈ ਹਕੂਮਤ ਹਮਲਾ ਕਰੇਗੀ, ਪਹਿਲੀ ਕਤਾਰ 'ਚ ਸ਼ਿਵ ਸੈਨਾ ਵਿਰੋਧ ਕਰੇਗੀ। ਸਾਡੀ ਰਵਾਇਤ ਨਹੀਂ ਸਿੱਖਾਂ ਦੀ, ਅਸੀਂ ਕਦੇ ਵੀ ਕਿਸੇ ਵੀ ਕੌਮ ਦੇ ਇਨੋਸੈਂਟ ਬੱਚੇ ਨੂੰ ਜਾਂ ਬੰਦੇ ਨੂੰ ਜਾਂ ਬੀਬੀ ਨੂੰ ਨਹੀਂ ਮਾਰਿਆ, ਨਾ ਅੱਜ ਮਾਰਾਂਗੇ ਨਾ ਕਦੇ ਭਵਿੱਖ 'ਚ ਮਾਰਾਂਗੇ। ਜਿਹੜਾ ਮਾਰੇਗਾ ਉਹ ਸਿੱਖ ਸੀ, ਉਹਨਾਂ ਨੇ ਅੱਤਵਾਦੀ ਤੁਹਾਡੀ ਮੋਹਰ ਹੈ, ਉਹ ਅੱਤਵਾਦੀ ਜਿਹੜੇ ਸੀ ਤੁਹਾਡੀ ਮੋਹਰ ਹੈ ਭਾਈ ਜੀ। ਰਾਤੀ ਉਹਨਾਂ ਨੇ ਜਾ ਕੇ ਦਰਬਾਰ ਸਾਹਿਬ ਸਵੇਰੇ ਗੋਲੀ ਮਾਰ ਕੇ ਮਾਰ ਦੋ, ਜਿਹੜੇ ਫੇਕ ਐਨਕਾਊਂਟਰ ਹੋਏ ਨੇ ਉਹਦੀ ਜਾਂਚ ਕਿਉਂ ਨਹੀਂ ਹੋ ਰਹੀ? ਫਿਰ ਉਹਦੇ ਬੰਬ ਬੰਦੂਕਾਂ ਦੇ ਵਾਸਤੇ ਜਮ੍ਹਾਂ ਕੀਤੇ ਹੋਏ ਸੀ। ਬੰਬ ਸਾਡੀਆਂ ਬੰਦੂਕਾਂ ਸਾਡੀ ਰਵਾਇਤ ਹੈ। ਲੈ ਇਹ ਬੰਦੂਕਾਂ ਅਸਾਲਟ ਤੁਹਾਡੀ ਰਵਾਇਤ ਹੈ, ਮੈਂ ਕਹਿ ਰਿਹਾ ਹੈਡ ਗ੍ਰੇਨੇਡ ਤੁਹਾਡੀ ਰਵਾਇਤ ਹੈ। ਫਿਰ ਤਾਂ ਦੇਸ਼ ਦਾ ਕਾਨੂੰਨ ਦੇ ਮੁਤਾਬਕ ਤੁਹਾਨੂੰ ਜਵਾਬ ਦੇ ਨਹੀਂ ਹੈਗਾ, ਮੈਂ ਲੋਕਾਂ ਨੂੰ ਜਵਾਬ, ਮੈਂ ਕਹਿ ਰਿਹਾ ਕਿ ਸਿੱਖਾਂ ਦੀ ਦੇਸ਼ ਦੇ ਕਾਨੂੰਨ ਦੇ ਪ੍ਰਤੀ ਜਵਾਬ ਦਿਓ। ਹਾਂ ਬਿਲਕੁਲ ਜਵਾਬ ਦੇ, ਦੇਸ਼ ਦੇ ਕਾਨੂੰਨ ਦੇ ਪ੍ਰਤੀ ਜਿਹੜਾ ਜਵਾਬ ਦੇਣਾ ਸੀ ਉਹ ਦੇਤਾ 84 ਚ, ਜਦੋਂ ਅੱਗੇ ਕੋਈ ਗੱਲ ਹੋਏਗੀ ਫਿਰ ਵੀ ਦਵਾਂਗੇ। ਇਹ ਵੀ ਕਹਿ ਰਿਹਾ। ਚਲੋ ਬਹੁਤ ਬਹੁਤ ਧੰਨਵਾਦ, ਕਿਉਂਕਿ ਇਹ ਉਹ ਟੌਪਿਕ ਨਹੀਂ ਜਿਹੜਾ ਉੱਤੇ ਅਸੀਂ ਜਿੰਨੀ ਮਰਜ਼ੀ ਚਰਚਾ ਕਰ ਲਈਏ, ਜਿੰਨੀ ਮਰਜ਼ੀ ਡਿਸਕਸ਼ਨ ਕਰ ਲਈਏ, ਮੈਨੂੰ ਨਹੀਂ ਲੱਗਦਾ ਕੋਈ ਇਹਦਾ ਹੱਲ ਨਿਕਲਦਾ ਹੋਇਆ ਨਜ਼ਰ ਆਉਂਦਾ ਹੈ। ਅੰਤ ਦੇ ਵਿੱਚ ਇੱਕ ਸਵਾਲ ਕਰਨਾ ਚਾਹਾਂਗਾ ਦੋਹਾਂ ਤੋਂ, ਜਿਹਦੇ ਕੀ ਜਵਾਬ ਸਾਰੀ ਆਵਾਮ ਨੂੰ ਚਾਹੀਦਾ ਹੋਏਗਾ। ਸਭ ਤੋਂ ਪਹਿਲਾਂ ਮਹਿੰਦਰਪਾਲ ਜੀ ਤੁਹਾਡੇ ਤੋਂ, ਕਿ ਤੁਸੀਂ ਜਿਸ ਦੀ ਬੁਨਿਆਦ ਦੇ ਉੱਤੇ ਚੱਲ ਰਹੇ ਹੋ, ਜਿਸ ਦੀ ਬੁਨਿਆਦ ਰੱਖਣ ਦੀ ਸੋਚ ਰਹੇ ਹੋ, ਉਸ ਦਾ ਭਵਿੱਖ ਤੁਹਾਨੂੰ ਕੀ ਨਜ਼ਰ ਆਉਂਦਾ ਹੈ? ਖਾਲਿਸਤਾਨ ਦਾ ਭਵਿੱਖ ਤੁਹਾਨੂੰ ਕੀ ਦਿਖਦਾ ਹੈ? ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦਰੁਸਤ ਕਰਨਾ ਚਾਹਨਾ ਵੀ ਮੈਂ ਬੁਨਿਆਦ ਨਹੀਂ ਰੱਖ ਰਿਹਾ, ਬੁਨਿਆਦ ਰੱਖੀ ਜਾ ਚੁੱਕੀ ਆ, ਅਸੀਂ ਉਹਦੇ ਤੇ ਵਰਕ ਕਰ ਰਹੇ ਹਾਂ। ਉਹਦਾ ਜਿਹੜਾ ਆਧਾਰ ਹੋਏਗਾ ਉਹ ਮਨੁੱਖੀ ਅਧਿਕਾਰਾਂ ਦੀ ਬਰਾਬਰ ਦੀ, ਸਭ ਦੀ ਇੱਜ਼ਤ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਤੇ ਆਧਾਰਿਤ ਇੱਕ ਦੇਸ਼ ਹੋਊਗਾ, ਉਹਦਾ ਨਿਰਮਾਣ ਕਰਨ ਅਸੀਂ ਜਾ ਰਹੇ ਹਾਂ। ਤੇ ਹਿੰਦੂ ਜਥੇਬੰਦੀਆਂ ਨੂੰ ਹਮੇਸ਼ਾ ਇਹ ਕਹਿ ਕੇ ਟਾਰਗੇਟ ਕੀਤਾ ਜਾਂਦਾ ਕਿ ਜਦੋਂ ਵੀ ਜੂਨ ਦਾ ਮਹੀਨਾ ਚੜ੍ਹਦਾ ਹੈ ਜਾਂ ਭਿੰਡਰਾਂਵਾਲੇ ਦੀ ਗੱਲ ਆਉਂਦੀ ਹੈ ਜਾਂ ਖਾਲਿਸਤਾਨ ਦੀ ਗੱਲ ਆਉਂਦੀ ਹੈ ਤੇ ਇਹ ਸੜਕਾਂ ਉੱਤੇ ਸਿੱਖਾਂ ਦੇ ਨਾਲ ਲੜਨ ਲਈ ਉਤਾਰੂ ਹੋ ਜਾਂਦੇ ਨੇ। ਨਹੀਂ, ਉਹ ਗਲਤ ਹੈ, ਮਿਸਕੋਡ ਕੀਤਾ ਜਾਂਦਾ। ਸਿੱਖਾਂ ਨਾਲ ਹਿੰਦੂ ਜਥੇਬੰਦੀਆਂ ਦਾ ਕੋਈ ਲੜਾਈ ਨਹੀਂ ਹੈ, ਕੋਈ ਬੈਰ ਵਿਰੋਧ ਨਹੀਂ ਹੈ। 6 ਜੂਨ ਦੇ ਦਿਨ ਜਿਹੜਾ ਬਲੂ ਸਟਾਰ ਆਪਰੇਸ਼ਨ ਦਾ ਦਿਨ ਸੀਗਾ, ਹਿੰਦੂ ਜਥੇਬੰਦੀਆਂ ਵੀ ਮੰਨਦੇ ਆ ਕਿ ਇਹ ਬਹੁਤ ਦੁਰਘਟਨਾ ਸੀਗੀ, ਮਾੜੀ ਘਟਨਾ ਸੀ। ਪਰ ਅਸੀਂ ਨਾਲ ਇਹ ਵੀ ਕਹਿੰਦੇ ਕਿ ਜਿਨ੍ਹਾਂ ਨੇ ਦਰਬਾਰ ਸਾਹਿਬ ਨੂੰ ਉਹਨਾਂ ਅੱਤਵਾਦੀਆਂ ਤੋਂ ਮੁਕਤ ਕਰਾਉਣ ਦੀ ਲੜਾਈ ਲੜੀ ਹੈ ਔਰ ਆਪਣੀ ਸ਼ਹਾਦਤ ਦਿੱਤੀ ਹੈ, ਅਸੀਂ ਸਿਰਫ ਔਰ ਸਿਰਫ ਉਹਨਾਂ ਨੂੰ ਪ੍ਰਣਾਮ ਕਰਨ ਲਈ, ਜਿਨ੍ਹਾਂ ਨੇ ਦੇਸ਼ ਦੇ ਉੱਤੇ ਆਪਣੀ ਕੁਰਬਾਨੀ ਦਿੱਤੀ ਆ, ਉਸ ਨੂੰ ਅਸੀਂ ਸਿਰਫ ਸ਼ਰਧਾਂਜਲੀ ਦਿੰਦੇ ਹਾਂ। ਅਸੀਂ ਕੋਈ ਇਸ ਦਾ ਸਵਾਗਤ ਨਹੀਂ ਕਰਦੇ। ਦਰਬਾਰ ਸਾਹਿਬ ਤੇ ਹਮਲਾ ਹੋਇਆ, ਬੜੀ ਅੱਛੀ ਗੱਲ ਹੈ, ਇਹ ਹਿਰਦੇ ਵੇਦਕ ਘਟਨਾ ਸੀ। ਕਿਸੇ ਵੀ ਧਾਰਮਿਕ ਸਥਾਨ ਤੇ ਅਗਰ ਕੋਈ ਇਸ ਤਰ੍ਹਾਂ ਦਾ ਐਕਸ਼ਨ ਕਰਨਾ ਪੈਂਦਾ ਉਹ ਮਾੜਾ ਹੈ। ਪਰ ਇਹਦੇ ਨਾਲ ਮੈਂ ਫਿਰ ਆਪਣੀ ਉਸ ਗੱਲ ਨੂੰ ਦੁਹਰਾ ਦੂੰਗਾ ਕਿ ਇਹੋ ਜਿਹੀਆਂ ਪ੍ਰਸਥਿਤੀਆਂ ਦਾ ਜਿਨ੍ਹਾਂ ਨੇ ਨਿਰਮਾਣ ਕੀਤਾ ਉਹ ਹਕੂਮਤ ਦੇ ਬਰਾਬਰ ਦੇ ਜ਼ਿੰਮੇਵਾਰ ਸੀ, ਕਿਉਂਕਿ ਦੇਸ਼ ਟੁੱਟਣ ਦੀ ਕਗਾਰ ਦੇ ਵਿੱਚ ਸੀਗਾ ਔਰ ਇਸੇ ਕਰਕੇ ਇਹ ਇਸ ਤਰ੍ਹਾਂ ਦੀ ਘਟਨਾ ਵਾਪਰੀ ਜਿਹੜੀ ਕਿ ਸਾਡੇ ਸਾਰੇ ਦਿਲਾਂ ਦੇ ਵਿੱਚ ਠੇਸ ਲੱਗਦੀ ਹੈ। ਬਹੁਤ ਬਹੁਤ ਧੰਨਵਾਦ ਪਵਨ ਜੀ, ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਆਏ। ਮਹਿੰਦਰਪਾਲ ਜੀ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਆਏ। ਸੋ ਦਰਸ਼ਕੋ, ਸਮਾਂ ਹੋ ਗਿਆ ਤੁਹਾਡੇ ਸਾਰਿਆਂ ਤੋਂ ਇਜਾਜ਼ਤ ਲੈਣ ਦਾ। ਅਸੀਂ ਅੱਜ ਗੱਲ ਕਰ ਰਹੇ ਸੀ ਕਿ ਜਿਹੜੀਆਂ ਹਿੰਦੂ ਜਥੇਬੰਦੀਆਂ ਨੇ ਤੇ ਜਿਹੜੀਆਂ ਸਿੱਖ ਖਾਲਿਸਤਾਨੀ ਜਥੇਬੰਦੀਆਂ ਨੇ ਉਹਨਾਂ ਦੇ ਵਿੱਚ ਹਮੇਸ਼ਾ ਟਕਰਾਰ ਕਿਉਂ ਰਹਿੰਦੀ ਹੈ, ਉਸ ਟੌਪਿਕ ਦੇ ਉੱਤੇ ਅਸੀਂ ਗੱਲ ਕਰ ਰਹੇ ਸੀ ਕਿ ਖਾਲਿਸਤਾਨ ਜੋ ਜਿਸ ਦੀ ਬੁਨਿਆਦ ਰੱਖੀ ਗਈ ਹੈ ਤੇ ਜੋ ਬਣਾਉਣ ਦੀ ਇੱਕ ਇਮੇਜ ਬਣਾਈ ਜਾ ਰਹੀ ਹੈ, ਉਸ ਨੂੰ ਬਣਾਉਣ ਦੀ ਸੋਚਿਆ ਜਾ ਰਿਹਾ ਕਿ ਖਾਲਿਸਤਾਨ ਇੱਕ ਅਲੱਗ ਵੱਖਰਾ ਬਫਰ ਸਟੇਟ ਬਣੇਗਾ, ਉਸ ਦੀ ਰੂਪ ਰੇਖਾ ਕੀ ਹੋਏਗੀ ਤੇ ਕੀ ਹਿੰਦੂ ਜਥੇਬੰਦੀਆਂ ਉਹਦੇ ਨਾਲ ਸਹਿਮਤ ਹੈ ਨੇ ਜਾਂ ਨਹੀਂ, ਉਸ ਦਾ ਤਾਂ ਕੋਈ ਨਿਚੋੜ ਸਾਹਮਣੇ ਨਿਕਲ ਕੇ ਨਹੀਂ ਆਇਆ। ਪਰ ਹਾਂ, ਹੋਰ ਬਹੁਤ ਸਾਰੀਆਂ ਗੱਲਾਂ ਅਜਿਹੀਆਂ ਹੋਈਆਂ ਜਿਨ੍ਹਾਂ ਦੇ ਉੱਤੇ ਚਰਚਾ ਹੋਈ ਤੇ ਜਿਨ੍ਹਾਂ ਦੇ ਬਾਰੇ ਚਰਚਾ ਹੋਣੀ ਵੀ ਬਣਦੀ ਸੀ। ਤਾਂ ਹੀ ਮੈਂ ਆਪ ਵੀ ਘੱਟ ਹੀ ਬੋਲਿਆ ਇਸ ਸ਼ੋਅ ਦੇ ਵਿੱਚ, ਪੂਰੇ ਦੇ ਵਿੱਚ, ਕਿਉਂਕਿ ਜਦੋਂ ਤੱਕ ਅਸੀਂ ਆਪਣੇ ਆਪਸੀ ਮਤਭੇਦ ਨਹੀਂ ਮਿਟਾਵਾਂਗੇ, ਜਦੋਂ ਤੱਕ ਅਸੀਂ ਡਿਸਕਸ਼ਨਸ ਨਹੀਂ ਕਰਾਂਗੇ ਪਲੇਟਫਾਰਮ ਦੇ ਉੱਤੇ ਆ ਕੇ, ਕਿਉਂਕਿ ਕੁਝ ਨਾ ਕੁਝ ਸਵਾਲ ਤੁਹਾਡੇ ਜ਼ਿਹਨ ਦੇ ਵਿੱਚ ਨੇ, ਕੁਝ ਜਵਾਬ ਮੇਰੇ ਕੋਲ ਹੋਣਗੇ, ਕੁਝ ਜਵਾਬ ਮੇਰੇ ਕੋਲ ਹੋਣਗੇ ਤੇ ਸਵਾਲ ਤੁਹਾਡੇ ਜ਼ਿਹਨ ਦੇ ਵਿੱਚ ਵੀ ਹੋਣਗੇ। ਉਹੀ ਸਵਾਲਾਂ ਤੇ ਜਵਾਬਾਂ ਦਾ ਸਿਲਸਿਲਾ ਇਹਨਾਂ ਦੇ ਵਿੱਚ ਵੀ ਚੱਲ ਰਿਹਾ ਸੀ ਤੇ ਉੱਥੋਂ ਨਿਚੋੜ ਜੋ ਨਿਕਲ ਕੇ ਆਇਆ ਤੇ ਕਿਤੇ ਨਾ ਕਿਤੇ ਇਹੀ ਚੀਜ਼ ਸਾਹਮਣੇ ਆਉਂਦੀ ਹੈ ਕਿ
ਸਾਡੀ ਹਕੂਮਤ ਜਿਹੜੀ ਹੈ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ। ਹਕੂਮਤ ਨੂੰ ਆਪਣੇ ਆਪ ਨੂੰ ਕਿਤੇ ਨਾ ਕਿਤੇ ਦਰੁਸਤ ਕਰਨ ਦੀ ਲੋੜ ਹੈ, ਕਿਉਂਕਿ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਹਕੂਮਤ ਦੇ ਉੱਤੇ ਆ ਕੇ ਟਿਕ ਜਾਂਦੀਆਂ ਨੇ, ਤਾੜੀ ਕਦੇ ਇੱਕ ਹੱਥ ਨਾਲ ਨਹੀਂ ਵੱਜਦੀ। ਅੱਜ ਅਗਰ ਸਿੱਖ ਕਮਿਊਨਿਟੀ ਦੇ ਜ਼ਹਿਨ ਦੇ ਵਿੱਚ ਜਾਂ ਕੁਝ ਅਜਿਹੇ ਜਿਹੜੀਆਂ ਸਿੱਖ ਹੈ ਨੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਸਾਡੇ ਨਾਲ ਧੱਕਾਸ਼ਾਹੀ ਕੀਤੀ ਜਾ ਰਹੀ ਹੈ ਜਾਂ ਧੱਕਾ ਹੋਇਆ ਹੈ ਜਾਂ ਧੱਕਾ ਹੁੰਦਾ ਆ ਰਿਹਾ ਹੈ, ਚਾਹੇ 84 ਦੇ ਦੰਗੇ ਹੋਣ ਜਾਂ ਪੰਜਾਬੀ ਸੂਬੇ ਦੀ ਗੱਲ ਹੋਵੇ, ਚਾਹੇ ਕੋਈ ਵੀ ਮਸਲਾ ਹੋਵੇ ਜਾਂ ਬੇਅਦਬੀਆਂ ਹੋਣ, ਅਗਰ ਸਿੱਖਾਂ ਦੇ ਜ਼ਹਿਨ ਦੇ ਵਿੱਚ ਇਹ ਆ ਰਿਹਾ ਹੈ ਕਿ ਸਰਕਾਰਾਂ ਧਿਆਨ ਨਹੀਂ ਦੇ ਰਹੀਆਂ, ਸਰਕਾਰਾਂ ਸਾਡੇ ਨਾਲ ਧੱਕਾਸ਼ਾਹੀ ਕਰ ਰਹੀਆਂ ਨੇ, ਸਾਨੂੰ ਦੇਖ ਕੇ ਮਰਨ ਦੇ ਰਹੀਆਂ ਨੇ, ਤਾਂ ਸਰਕਾਰਾਂ ਨੂੰ ਆਪ ਚਾਹੀਦਾ ਕਿ ਅੱਗੇ ਆ ਕੇ ਸਿੱਖਾਂ ਦੀ ਸਾਰ ਲੈਣ, ਉਹਨਾਂ ਨੂੰ ਗਲਵਕੜੀ 'ਚ ਲਾ ਕੇ ਉਹਨਾਂ ਨੂੰ ਉਹ ਯਕੀਨ ਦਿਵਾਉਣ, ਭਰੋਸੇ 'ਚ ਲੈਣ, ਕੌਨਫੀਡੈਂਸ 'ਚ ਲੈਣ ਕਿ ਅਸੀਂ ਨਾਲ ਖੜੇ ਹਾਂ, ਸਿਰਫ ਬੋਲਣ ਦਾ ਕੰਮ ਨਾ ਕਰਨ, ਤਾਂ ਜੋ ਇਹ ਜੋ ਪਾੜ ਪੈਂਦੇ ਹੋਏ ਨਜ਼ਰ ਆ ਰਹੇ ਨੇ ਉਹ ਨਾ ਪੈਣ ਤੇ ਸਾਰਾ ਭਾਈਚਾਰਾ ਇਕਜੁੱਟ ਇਕਮੁੱਠ ਹੋ ਕੇ ਰਹੇ। ਬਾਕੀ ਇਸ ਸ਼ੋਅ ਦੇ ਵਿੱਚ ਅਗਰ ਕਿਸੇ ਤੋਂ ਕੁਝ ਵੱਧ ਘੱਟ ਬੋਲਿਆ ਗਿਆ ਹੋਵੇ, ਹੱਥ ਬਣ ਕੇ ਮਾਫੀ ਹੈ ਜੀ। ਆਪਣੇ ਹੋਸਟ ਦੋਸਤ ਪ੍ਰੀਤ ਸੈਣੀ ਦੇ ਇਜਾਜ਼ਤ, ਵੇਖਦੇ ਰਹੋ ਗੁਰਬਾਣੀ ਅਖੰਡ ਬਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।